Yeah. Let us start. Good evening ਸਾਰਿਆਂ ਨੂੰ ਜੀ। ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਨੈਪਸੀ ਦਾ ਐਗਜ਼ਾਮੀਨੇਸ਼ਨ ਪੇਪਰ ਨੰਬਰ 6 ਇੰਡੀਅਨ ਐਵੀਡੈਂਸ ਐਕਟ। ਇੰਡੀਅਨ ਐਵੀਡੈਂਸ ਐਕਟ ਚੈਪਟਰ ਨੰਬਰ 3 from section number 56 onward. Facts which need not to be proved। ਉਹ ਕਿਹੜੇ ਫੈਕਟਸ ਹੁੰਦੇ ਆ ਜਿਹੜੇ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸੈਕਸ਼ਨ 56 ਤੋਂ ਲੈ ਕੇ 58 ਤੱਕ ਇਹ ਸੈਕਸ਼ਨ ਡੀਲ ਕਰਦੇ ਆ ਕਿਹੜੇ ਕਿਹੜੇ ਫੈਕਟਸ ਨੇ ਜਿਹਨਾਂ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਕੋਰਟ ਦੇ ਵਿੱਚ। ਉਹ ਵਾਲੇ ਫੈਕਟਸ 56 ਕਹਿੰਦਾ ਫੈਕਟਸ ਜੁਡੀਸ਼ੀਅਲੀ ਨੋਟਿਸੇਬਲ ਨੀਡ ਨਾਟ ਬੀ ਪ੍ਰੂਵਡ। ਜਿਨ੍ਹਾਂ ਨੂੰ ਜਿਹੜੀ ਕੋਰਟ ਹੈ ਆਪਣੇ ਪੱਧਰ ਤੇ ਨੋਟਿਸ ਜਿਨ੍ਹਾਂ ਦਾ ਲੈਂਦੀ ਹੈ ਉਹ ਵਾਲੇ ਜਿਹੜੇ ਫੈਕਟਸ ਹੈਗੇ ਆ ਉਹਨਾਂ ਨੂੰ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਫੈਕਟਸ ਵਿਚ ਕੋਰਟ ਮਸਟ ਟੇਕ ਜੁਡੀਸ਼ੀਅਲ ਨੋਟਿਸ। ਜੁਡੀਸ਼ੀਅਲ ਨੋਟਿਸ ਕਿਹਨਾਂ ਦਾ ਲੈ ਸਕਦਾ ਕੋਰਟ ਵੱਲੋਂ? ਕਿਹੜੇ ਜਿਹੜੇ ਐਸੇ ਜਿਹੜੇ ਰੀਜ਼ਨ ਹੈਗੇ ਨੇ ਜਿਹੜੇ ਐਕਟ ਫੈਕਟਸ ਹੈਗੇ ਜਿਨ੍ਹਾਂ ਦਾ ਕੋਰਟ ਜੁਡੀਸ਼ੀਅਲ ਨੋਟਿਸ ਲੈ ਸਕਦੀ ਹੈ। ਜਿਹੜਾ ਵੀ ਸਾਰਾ ਲਾਅ ਹੈਗਾ ਇੰਡੀਆ ਦਾ, ਠੀਕ ਹੈ, ਇੰਡੀਆ ਦੇ ਲਾਅ ਦੇ ਅਗੇਂਸਟ ਹੁੰਦਾ ਕੋਈ ਐਕਟ ਹੁੰਦਾ ਤੇ ਇੰਡੀਆ ਦੇ ਲਾਅ ਨੂੰ ਪ੍ਰੂਵ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਬਲਿਕ ਐਕਟਸ ਪਾਸਡ, ਜਿਹੜੇ ਵੀ ਕੋਈ ਐਕਟਸ ਪਾਸ ਕੀਤੇ ਹੋਏ ਹੈਗੇ ਆ ਗਵਰਨਮੈਂਟ ਵੱਲੋਂ, ਕੋਈ ਸਟੇਟ ਗਵਰਨਮੈਂਟ ਵੱਲੋਂ ਪਾਸ ਕੀਤੇ ਗਏ, ਇੰਡੀਆ ਗਵਰਨਮੈਂਟ ਵੱਲੋਂ ਪਾਸ ਕੀਤੇ ਗਏ ਨੇ, ਕੋਈ ਨੇਵੀ ਦੇ ਸੰਬੰਧ ਵਿੱਚ ਹੈ, ਕੋਈ ਆਰਮੀ ਦੇ ਸੰਬੰਧ ਵਿੱਚ ਹੈਗਾ, ਕੋਈ 에ਅਰ ਫੋਰਸ ਦੇ ਸੰਬੰਧ ਵਿੱਚ ਕੋਈ ਲਾਅ ਪਾਸ ਕੀਤਾ ਹੋਇਆ ਹੈਗਾ, ਇਹਨਾਂ ਲਾਅਜ਼ ਨੂੰ ਪ੍ਰੂਵ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਆਲਰੇਡੀ ਜਿਹੜੇ ਹੈਗੇ ਨੇ ਕੋਰਟਸ ਇਹਨਾਂ ਨੂੰ ਹੈਗੀ ਹੈ ਐਡਮਿਟਡ ਮੰਨਦੀਆਂ ਹੈਗੀਆਂ। ਦੈਨ ਸੈਕਸ਼ਨ 58 ਵੀ ਇਹਦੇ ਵਿੱਚ ਹੀ ਹੈਗਾ ਫੈਕਟਸ ਐਡਮਿਟਡ ਨੀਡ ਨਾਟ ਟੂ ਬੀ ਪ੍ਰੂਵਡ। ਜਿਹੜਾ ਕੋਈ ਫੈਕਟ ਕਿਸੇ ਪਾਰਟੀ ਨੇ ਆਪ ਐਡਮਿਟ ਕਰ ਲਿਆ ਹੋਵੇ, ਪਾਰਟੀ ਨੇ ਖੁਦ ਕੋਈ ਫੈਕਟ ਐਡਮਿਟ ਕਰ ਲਿਆ ਹੋਵੇ ਤਾਂ ਉਸ ਨੂੰ ਵੀ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਸੈਕਸ਼ਨ ਆਪਾਂ ਸੈਕਸ਼ਨ ਪੜ੍ਹ ਰਹੇ 56 ਤੋਂ ਲੈ ਕੇ ਫਰਦਰ। ਇੰਡੀਅਨ ਐਵੀਡੈਂਸ ਐਕਟ ਸੈਕਸ਼ਨ 56, ਸੈਕਸ਼ਨ 56, 57, 58 ਇਹ ਉਹ ਫੈਕਟਸ ਹੁੰਦੇ ਨੇ ਜਿਨ੍ਹਾਂ ਨੂੰ ਕੋਰਟ ਦੇ ਵਿੱਚ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਕਿਹੜੇ ਫੈਕਟਸ ਹੁੰਦੇ ਨੇ? ਜਿਹੜੇ ਕਿ ਗਵਰਨਮੈਂਟ ਦੇ ਕੋਈ ਆਪਣੇ ਲਾਅ ਹੁੰਦੇ ਆ, ਸੈਕਸ਼ਨਸ ਬਣੇ ਹੁੰਦੇ ਆਲਰੇਡੀ, ਠੀਕ ਹੈ। ਲਾਅ ਜਿਹੜਾ ਹੈਗਾ ਚਾਹੇ ਸਟੇਟ ਗਵਰਨਮੈਂਟ ਦਾ ਲਾਅ ਹੋਵੇ, ਸੈਂਟਰਲ ਗਵਰਨਮੈਂਟ ਦਾ ਲਾਅ ਹੋਵੇ, ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਹੋਵੇ, ਕਿਸੇ ਆਰਮੀ ਦੇ ਸੰਬੰਧ 'ਚ ਹੋਵੇ, ਨੇਵੀ ਦੇ ਰਿਗਾਰਡਿੰਗ ਹੋਵੇ, ਜਾਂ 에ਅਰ ਫੋਰਸ ਦਾ ਕੋਈ ਲਾਅ ਹੋਵੇ। ਇਹ ਜਿਹੜੇ ਸਾਰੇ ਲਾਅ ਹੈਗੇ ਆ ਇਹਨਾਂ ਨੂੰ ਜਿਹੜੇ ਫੈਕਟਸ ਨੇ ਪ੍ਰੂਵ ਕਰਨ ਦੀ ਕੋਰਟ ਦੇ ਵਿੱਚ ਜ਼ਰੂਰਤ ਨਹੀਂ ਪੈਂਦੀ। ਇਸੇ ਤਰੀਕੇ 58 ਦੇ ਵਿੱਚ ਕਿਹਾ ਗਿਆ ਉਹ ਫੈਕਟ ਜਿਹੜਾ ਕਿਸੇ ਪਾਰਟੀ ਨੇ ਖੁਦ ਐਡਮਿਟ ਕਰ ਲਿਆ ਹੋਵੇ, ਜਦੋਂ ਪਾਰਟੀ ਨੇ ਖੁਦ ਐਡਮਿਟ ਕਰ ਹੀ ਲਿਆ ਫਿਰ ਉਹਨੂੰ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਪੈ ਜਾਂਦੀ। ਨੈਕਸਟ ਹੈ ਸੈਕਸ਼ਨ 50 ਸੈਕਸ਼ਨ ਹੈ ਚੈਪਟਰ 4 ਓਰਲ ਐਵੀਡੈਂਸ। ਐਵੀਡੈਂਸ ਦੋ ਤਰ੍ਹਾਂ ਦੀ ਹੁੰਦੀ ਹੈ, ਓਰਲ ਐਵੀਡੈਂਸ ਹੁੰਦੀ ਹੈ, ਡਾਕੂਮੈਂਟਰੀ ਐਵੀਡੈਂਸ ਹੁੰਦੀ ਹੈ, ਠੀਕ ਹੈ। 59 ਚ ਕਿਹਾ ਗਿਆ ਪ੍ਰੂਫ ਆਫ ਫੈਕਟਸ ਬਾਈ ਦਾ ਓਰਲ ਐਵੀਡੈਂਸ। ਕਿਸੇ ਵੀ ਪ੍ਰੂਫ ਨੂੰ ਅਸੀਂ ਕਿਸੇ ਫੈਕਟ ਨੂੰ ਅਸੀਂ ਪ੍ਰੂਵ ਕਰਨਾ ਹੁੰਦਾ ਹੈ ਅਸੀਂ ਓਰਲ ਐਵੀਡੈਂਸ ਨਾਲ ਵੀ ਪ੍ਰੂਵ ਕਰਦੇ ਹਾਂ ਤੇ ਅਸੀਂ ਜਿਹੜੀ ਹੈਗੀ ਹੈ ਡਾਕੂਮੈਂਟਰੀ ਐਵੀਡੈਂਸ ਨਾਲ ਵੀ ਪ੍ਰੂਵ ਕਰਦੇ ਹਾਂ। ਓਰਲ ਐਵੀਡੈਂਸ ਮਸਟ ਬੀ ਡਾਇਰੈਕਟ। ਸੈਕਸ਼ਨ 60 ਕੀ ਕਹਿੰਦਾ ਹੈ? ਜਿਹੜੀ ਓਰਲ ਐਵੀਡੈਂਸ ਹੁੰਦੀ ਹੈ ਇਸ ਦੇ ਵਿੱਚ ਖੁਦ ਬੰਦੇ ਨੂੰ ਖੁਦ ਆ ਕੇ ਪੇਸ਼ ਹੋਣਾ ਪੈਂਦਾ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਆ ਕੇ ਪੇਸ਼ ਹੋਣਾ ਪੈਂਦਾ ਤੇ ਸਟੇਟਮੈਂਟ ਦੇਣੀ ਪੈਂਦੀ ਹੈ। ਉਹਦੀ ਐਗਜ਼ਾਮੀਨੇਸ਼ਨ ਚੀਫ ਵੀ ਹੁੰਦੀ ਹੈ, ਕ੍ਰਾਸ ਵੀ ਹੁੰਦੀ ਹੈ ਤੇ ਫਿਰ ਰੀ ਐਗਜ਼ਾਮੀਨੇਸ਼ਨ ਵੀ ਹੁੰਦੀ ਹੈ। ਯਾਨੀ ਕਿ ਖੁਦ ਵੀ ਜਿਹੜਾ ਵਿਅਕਤੀ ਹੈਗਾ, ਜਿਹੜਾ ਵਿਟਨੈਸ ਹੈਗਾ, ਉਹ ਖੁਦ ਆ ਕੇ ਪੇਸ਼ ਕੋਰਟ ਦੇ ਵਿੱਚ ਹੁੰਦਾ ਹੈਗਾ। ਅੱਗੇ ਚੈਪਟਰ 5 ਹੈਗਾ ਪ੍ਰੂਫ ਆਫ ਕੰਟੈਂਟਸ ਆਫ ਦਾ ਡਾਕੂਮੈਂਟ। ਡਾਕੂਮੈਂਟਰੀ ਐਵੀਡੈਂਸ ਦੀ ਗੱਲ ਕਰ ਰਹੇ ਹਾਂ। ਇਸ ਤੋਂ ਪਹਿਲਾਂ ਓਰਲ ਐਵੀਡੈਂਸ ਦੀ ਗੱਲ ਕੀਤੀ ਸੀ। ਓਰਲ ਐਵੀਡੈਂਸ ਦੇ ਵਿੱਚ ਵਿਅਕਤੀ ਨੂੰ ਖੁਦ ਵਿਟਨੈਸ ਨੂੰ ਆ ਕੇ ਕੋਰਟ ਦੇ ਵਿੱਚ ਹਾਜ਼ਰ ਹੋਣਾ ਪੈਂਦਾ ਹੈ ਤੇ ਜਿਹੜੀ ਡਾਕੂਮੈਂਟਰੀ ਐਵੀਡੈਂਸ ਹੈ ਇੱਥੇ ਡਾਕੂਮੈਂਟ ਪੇਸ਼ ਕੀਤਾ ਜਾਂਦਾ ਹੈ। ਜੇ ਕਦੇ ਪ੍ਰੂਵ ਕਰਨਾ ਪੈਂਦਾ ਹੈ ਤਾਂ ਡਾਕੂਮੈਂਟ ਨੂੰ ਵੀ ਪ੍ਰੂਵ ਕਰਨਾ ਹੁੰਦਾ ਹੈ। ਸੈਕਸ਼ਨ 61 ਚ ਕੀ ਹੈ? ਪ੍ਰੂਫ ਆਫ ਦਾ ਕੰਟੈਂਟਸ ਆਫ ਦਾ ਡਾਕੂਮੈਂਟ। ਜਦੋਂ ਕਿਸੇ ਡਾਕੂਮੈਂਟ ਨੂੰ ਪ੍ਰੂਵ ਕਰਨਾ ਹੋਵੇ ਤਾਂ ਉਹਦੇ ਜਿਹੜੇ ਕੰਟੈਂਟਸ ਹੁੰਦੇ ਨੇ ਉਹਨਾਂ ਨੂੰ ਪ੍ਰੂਵ ਕੀਤਾ ਜਾਂਦਾ ਹੈ। ਫਿਰ ਆ ਜਾਂਦਾ ਸੈਕਸ਼ਨ 62 ਪ੍ਰਾਇਮਰੀ ਐਵੀਡੈਂਸ। ਇਹ ਹੈਗਾ ਸੈਕਸ਼ਨ 61 ਤੋਂ ਲੈ ਕੇ 66 ਤੱਕ ਹੈਗੇ ਨੇ ਪ੍ਰਾਇਮਰੀ ਤੇ ਸੈਕੰਡਰੀ ਐਵੀਡੈਂਸ। ਵੈਰੀ ਇੰਪੋਰਟੈਂਟ ਚੈਪਟਰ ਹੈ ਜੀ ਇਹ। ਇਹਦੇ ਤੇ ਕੁਐਸਚਨ ਆਮ ਤੌਰ ਤੇ ਆਉਂਦਾ ਹੈਗਾ। 61 ਤੋਂ ਲੈ ਕੇ 66 ਤੱਕ ਇਹਨੂੰ ਅਸੀਂ ਇਕੱਠੇ ਪੜਾਂਗੇ। ਪ੍ਰਾਇਮਰੀ ਐਵੀਡੈਂਸ ਕੀ ਹੁੰਦੀ ਹੈ, ਸੈਕੰਡਰੀ ਐਵੀਡੈਂਸ ਕੀ ਹੁੰਦੀ ਹੈ। ਪ੍ਰਾਇਮਰੀ ਐਵੀਡੈਂਸ ਉਹ ਹੁੰਦੀ ਹੈ ਜਦੋਂ ਕੋਈ ਡਾਕੂਮੈਂਟ ਜਿਹੜਾ ਹੈਗਾ ਉਹਨੂੰ ਓਰੀਜਨਲ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਦਈਏ। ਜਿਵੇਂ ਕੋਈ ਰਜਿਸਟਰੀ ਹੈ, ਕੋਈ ਐਗਰੀਮੈਂਟ ਹੈਗਾ, ਜਦੋਂ ਅਸੀਂ ਓਰੀਜਨਲ ਕੋਰਟ ਦੇ ਵਿੱਚ ਪੇਸ਼ ਕਰਦੇ, ਕੋਈ ਉੱਪਰ ਨੋਟ ਹੈ ਓਰੀਜਨਲ ਕੋਰਟ 'ਚ ਪੇਸ਼ ਕਰ ਦਈਏ, ਦੈਟ ਇਜ਼ ਕਾਲਡ ਪ੍ਰਾਇਮਰੀ ਐਵੀਡੈਂਸ। ਪਰ ਦੂਜੇ ਤੌਰ ਤੇ ਜਿਹੜੀ ਸੈਕੰਡਰੀ ਐਵੀਡੈਂਸ ਹੁੰਦੀ ਹੈ, ਸੈਕੰਡਰੀ ਐਵੀਡੈਂਸ ਉਹ ਹੁੰਦੀ ਹੈ ਜਦੋਂ ਕੋਈ ਅਸਲ ਡਾਕੂਮੈਂਟ ਸਾਡੇ ਕਬਜ਼ੇ ਵਿੱਚ ਨਾ ਹੋਵੇ, ਦੂਜੀ ਪਾਰਟੀ ਦੇ ਕਬਜ਼ੇ 'ਚ ਹੋਵੇ। ਜਿਵੇਂ ਐਗਰੀਮੈਂਟ ਕੀਤਾ ਦੋ ਪਾਰਟੀ ਨੇ ਆਪਸ ਦੇ ਵਿੱਚ,
ਜਿਹੜਾ ਓਰੀਜਨਲ ਐਗਰੀਮੈਂਟ ਹੈ ਦੈਟ ਇਜ਼ ਪ੍ਰਾਇਮਰੀ ਐਵੀਡੈਂਸ। ਜੇਕਰ ਅਸਲ ਐਗਰੀਮੈਂਟ ਨਾ ਹੋਵੇ, ਅਸਲ ਐਗਰੀਮੈਂਟ ਦੂਜੀ ਪਾਰਟੀ ਦੇ ਕਬਜ਼ੇ ਵਿੱਚ ਹੋਵੇ, ਤਾਂ ਅਸੀਂ ਜਿਹੜੀ ਐਵੀਡੈਂਸ ਦਿੰਦੇ ਹਾਂ ਫਿਰ ਸੈਕੰਡਰੀ ਐਵੀਡੈਂਸ ਦੇ ਸਕਦੇ ਹੁੰਦੇ ਹਾਂ। ਸੈਕੰਡਰੀ ਐਵੀਡੈਂਸ ਜਿਹੜੀ ਹੁੰਦੀ ਹੈ, ਸੈਕੰਡਰੀ ਐਵੀਡੈਂਸ ਕੀ ਹੋ ਸਕਦੀ ਹੈ? ਫੋਟੋਸਟੇਟ ਕਾਪੀ ਹੋ ਸਕਦੀ ਹੈ, ਉਹਦੀ ਕੰਪੇਅਰ ਕੀਤੀ ਹੋਈ ਕਾਪੀ ਹੋ ਸਕਦੀ ਹੈ ਅਸਲੀ ਡਾਕੂਮੈਂਟ ਦੀ। ਠੀਕ ਹੈ, ਜਦੋਂ ਫੋਟੋ ਕਾਪੀਆਂ ਟੈਸਟ ਕਾਪੀਆਂ ਕੀਤੀਆਂ ਹੋਈਆਂ ਹੁੰਦੀਆਂ ਨੇ, ਜਾਂ ਕੋਈ ਤਹਿਸੀਲ ਦੇ ਵਿੱਚੋਂ ਕੋਈ ਦੂਜੀ ਕਾਪੀ ਲੈ ਲਈ ਜਾਂਦੀ ਹੈ, ਕੋਈ ਰਜਿਸਟਰੀ ਕਿਸੇ ਦੀ ਗੁੰਮ ਹੋ ਗਈ ਜਾਂ ਦੂਜੀ ਪਾਰਟੀ ਦੇ ਕਬਜ਼ੇ ਵਿੱਚ ਹੈਗਾ, ਉਹਦੀ ਕਾਪੀ ਆਫਿਸ ਕਾਪੀ ਕਢਵਾ ਲਈ, ਉਹ ਕੰਪੇਅਰਡ ਕਾਪੀ ਕਹਾਵਾਂਗੇ ਉਸਨੂੰ, ਓਰੀਜਨਲ ਦੇ ਨਾਲ ਕੰਪੇਅਰ ਕੀਤੀ ਹੋਈ ਹੁੰਦੀ ਹੈ, ਉਹ ਜਿਹੜੀ ਹੁੰਦੀਆਂ ਨੇ ਸਾਰੀਆਂ ਸੈਕੰਡਰੀ ਐਵੀਡੈਂਸਸ ਬਣਦੀਆਂ ਨੇ। ਪ੍ਰੂਫ ਆਫ ਡਾਕੂਮੈਂਟਸ ਬਾਈ ਦਾ ਪ੍ਰਾਇਮਰੀ ਐਵੀਡੈਂਸ। ਜਦੋਂ ਕਿਸੇ ਡਾਕੂਮੈਂਟ ਨੂੰ ਪ੍ਰੂਵ ਕਰਨਾ ਹੁੰਦਾ ਤਾਂ ਅਸੀਂ ਉਹ ਅਸਲ ਡਾਕੂਮੈਂਟ ਕੋਰਟ ਦੇ ਜਾ ਕੇ ਪੇਸ਼ ਕਰਦੇ ਹਾਂ। ਕੇਸਸ ਇਨ ਵਿਚ ਸੈਕੰਡਰੀ ਐਵੀਡੈਂਸ ਰਿਲੇਟਿੰਗ ਟੂ ਦਾ ਡਾਕੂਮੈਂਟ ਮੇ ਬੀ ਗਿਵਨ। 65 ਵਿੱਚ ਕੀ ਹੈਗਾ ਵੀ ਜਦੋਂ ਸਾਡੇ ਕੋਲੇ ਕਬਜ਼ੇ ਦੇ ਵਿੱਚ ਪ੍ਰਾਇਮਰੀ ਐਵੀਡੈਂਸ, ਪ੍ਰਾਇਮਰੀ ਡਾਕੂਮੈਂਟ ਨਾ ਹੋਵੇ, ਓਰੀਜਨਲ ਡਾਕੂਮੈਂਟ ਨਾ ਹੋਵੇ, ਤਾਂ ਫਿਰ ਅਸੀਂ ਕੀ ਕਰਦੇ ਹਾਂ? ਤਾਂ ਫਿਰ ਅਸੀਂ ਜਿਹੜੀ ਉਹਦੀ ਫੋਟੋ ਕਾਪੀ ਹੈ, ਸੈਕੰਡਰੀ ਐਵੀਡੈਂਸ ਜਿਹੜੀ ਹੈਗੀ, ਸੈਕੰਡਰੀ ਡਾਕੂਮੈਂਟ ਹੈਗਾ, ਸੈਕੰਡਰੀ ਐਵੀਡੈਂਸ ਕੋਰਟ ਦੇ ਵਿੱਚ ਪੇਸ਼ ਕਰਦੇ ਹਾਂ। ਇਹ ਕਿਹੜੇ ਹਾਲਾਤਾਂ 'ਚ ਸੈਕੰਡਰੀ ਐਵੀਡੈਂਸ ਦੀ ਲੋੜ ਪੈਂਦੀ ਹੈ? ਜਦੋਂ ਅਸਲ ਡਾਕੂਮੈਂਟ ਦੂਜੀ ਅਗੇਂਸਟ ਪਾਰਟੀ ਦੇ ਕਬਜ਼ੇ ਵਿੱਚ ਹੋਵੇ, ਜਿਵੇਂ ਬਿਆਨਾ ਲਿਖਿਆ ਗਿਆ ਜਾਂ ਰਜਿਸਟਰੀ ਹੈ, ਕੋਈ ਜਿਹੜੀ ਰਜਿਸਟਰੀ ਚੇਂਜ ਹੋਈ ਹੈ ਕੋਰਟ ਦੇ ਵਿੱਚ, ਉਹ ਰਜਿਸਟਰੀ ਦੂਜੀ ਪਾਰਟੀ ਦੇ ਕਬਜ਼ੇ ਵਿੱਚ ਹੈਗੀ ਹੈ। ਠੀਕ ਹੈ, ਤਾਂ ਸਾਡੇ ਕੋਲ ਫੋਟੋ ਕਾਪੀ ਹੈਗੀ ਹੈ ਜਾਂ ਅਸੀਂ ਤਹਿਸੀਲ ਚੋਂ ਲਈ ਹੋਈ ਕੋਈ ਕਾਪੀ ਹੈਗੀ ਹੈ। ਠੀਕ ਹੈ, ਤਾਂ ਅਸੀਂ ਉਹ ਸੈਕੰਡਰੀ ਐਵੀਡੈਂਸ ਪੇਸ਼ ਕਰਾਂਗੇ ਤਾਂ ਕਿ ਅਸਲ ਕਾਪੀ ਕੋਰਟ ਦੇ ਦੂਜੀ ਪਾਰਟੀ ਦੇ ਕਬਜ਼ੇ ਵਿੱਚ ਜਦੋਂ ਹੁੰਦੀ ਹੈ, ਤਾਂ ਅਸੀਂ ਸੈਕੰਡਰੀ ਜਿਹੜੀ ਐਵੀਡੈਂਸ ਹੈ ਕੋਰਟ ਸਾਨੂੰ ਅਲਾਉ ਕਰਦੀ ਹੈ ਸੈਕੰਡਰੀ ਐਵੀਡੈਂਸ ਦੇਣ ਦੇ ਲਈ। ਜਾਂ ਕੋਈ ਓਰੀਜਨਲ ਡਾਕੂਮੈਂਟ ਇਦਾਂ ਦਾ ਹੈਗਾ ਜਿਹਨੂੰ ਕੋਰਟ 'ਚ ਲੈ ਕੇ ਆਇਆ ਜਾਣਾ ਸੰਭਵ ਨਹੀਂ ਹੁੰਦਾ ਹੈਗਾ, ਜਾਂ ਫਿਰ ਕੋਈ ਡਾਕੂਮੈਂਟ ਹੈ ਜਿਹੜਾ ਪਬਲਿਕ ਡਾਕੂਮੈਂਟ ਹੈ, ਅਸਲ ਡਾਕੂਮੈਂਟ ਨੂੰ ਸਰਕਾਰ ਦੇ ਕਬਜ਼ੇ ਵਿੱਚ ਹੈਗਾ, ਸਰਕਾਰ ਦੇ ਕਿਸੇ ਆਫੀਸ਼ੀਅਲ ਦੇ ਕੋਲੇ ਹੈਗਾ ਅਸਲ ਡਾਕੂਮੈਂਟ। ਠੀਕ ਹੈ, ਦੈਟ ਇਜ਼ ਦਾ ਪ੍ਰਾਇਮਰੀ ਡਾਕੂਮੈਂਟ। ਪਰ ਅਸੀਂ ਜਦੋਂ ਸਰਕਾਰੀ ਪਬਲਿਕ ਡਾਕੂਮੈਂਟ ਹੈਗਾ, ਉਹਦੀ ਅਸੀਂ ਕਾਪੀ ਲੈ ਕੇ ਐਜ਼ ਏ ਸੈਕੰਡਰੀ ਐਵੀਡੈਂਸ ਹੀ ਉਸਨੂੰ ਕੋਰਟ ਦੇ ਵਿੱਚ ਸਬਮਿਟ ਕਰਦੇ ਹਾਂ। ਸੈਕੰਡਰੀ ਐਵੀਡੈਂਸ ਉਹਨਾਂ ਹਾਲਾਤਾਂ 'ਚ ਵੀ ਪੇਸ਼ ਕੀਤੀ ਜਾ ਸਕਦੀ ਹੈ ਜਦੋਂ ਕਿਸੇ ਪ੍ਰਾਇਮਰੀ ਡਾਕੂਮੈਂਟ ਨੂੰ ਕਿਸੇ ਪਾਰਟੀ ਨੇ ਐਡਮਿਟ ਕਰ ਲਿਆ ਹੋਵੇ ਐਵੀਡੈਂਸ ਦੇ ਵਿੱਚ। ਸਰਟੀਫਾਈਡ ਕਾਪੀਜ਼ permitted when the original is a document which a certified copy is permitted by this act or by any other law for the time in force। ਵੀ ਸੈਕੰਡਰੀ ਐਵੀਡੈਂਸ ਜਿਹੜੀ ਹੈਗੀ ਹੈ, ਤੁਸੀਂ ਸਮਝ ਗਏ, ਸਿੰਪਲ ਜੀ ਗੱਲ ਹੈਗੀ ਹੈ ਵੀ ਸੈਕੰਡਰੀ ਐਵੀਡੈਂਸ ਦੇਣ ਦੀ ਲੋੜ ਕਦੋਂ ਪੈਂਦੀ ਹੈ? ਸੈਕੰਡਰੀ ਐਵੀਡੈਂਸ ਦੇਣ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਅਸਲ ਡਾਕੂਮੈਂਟ ਸਾਡੇ ਕਬਜ਼ੇ ਵਿੱਚ ਨਾ ਹੋਵੇ, ਤਾਂ ਅਸੀਂ ਉਹਦੀ ਫੋਟੋ ਕਾਪੀ ਵਗੈਰਾ ਹੈਗੀ ਹੈ ਪ੍ਰੂਫ ਵਜੋਂ ਕੋਰਟ ਦੇ ਵਿੱਚ ਸਬਮਿਟ ਕਰ ਸਕਦੇ ਹਾਂ। ਨੈਕਸਟ ਹੈ ਸੈਕਸ਼ਨ 66 ਰੂਲ ਐਜ਼ ਟੂ ਨੋਟਿਸ ਟੂ ਦਾ ਪ੍ਰੋਡਿਊਸ। ਜਦੋਂ ਕਿਤੇ ਸੈਕੰਡਰੀ ਐਵੀਡੈਂਸ ਅਸੀਂ ਪੇਸ਼ ਕਰਨੀ ਹੁੰਦੀ ਹੈ, ਅਸਲ ਡਾਕੂਮੈਂਟ ਸਾਡੇ ਕਬਜ਼ੇ ਵਿੱਚ ਨਹੀਂ ਹੁੰਦਾ, ਤਾਂ ਉਹਦਾ ਜਿਹੜਾ ਨੋਟਿਸ ਹੁੰਦਾ ਦੂਜੀ ਪਾਰਟੀ ਨੂੰ ਦੇਣਾ ਹੁੰਦਾ, ਜਿਹਦੇ ਕਬਜ਼ੇ 'ਚ ਅਸਲ ਡਾਕੂਮੈਂਟ ਹੁੰਦਾ ਹੈ, ਤਾਂ ਉਸ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ। ਜੇਕਰ ਨੋਟਿਸ ਜਾਰੀ ਨਾ ਕੀਤਾ ਗਿਆ ਹੋਵੇ ਤਾਂ ਅਸੀਂ ਸੈਕੰਡਰੀ ਐਵੀਡੈਂਸ ਨਹੀਂ ਦੇ ਸਕਦੇ ਕੋਰਟ ਦੇ ਵਿੱਚ। 67 'ਚ ਕੀ ਹੈ? ਪ੍ਰੂਫ ਆਫ ਸਿਗਨੇਚਰ ਐਂਡ ਹੈਂਡਰਾਈਟਿੰਗ ਪਰਸਨ ਅਲੈਜਡ ਟੂ ਹੈਵ ਸਾਈਨਡ। ਜੇ ਕੋਈ ਡਾਕੂਮੈਂਟ ਕਿਸੇ ਪਰਸਨ ਵੱਲੋਂ ਸਾਈਨ ਕੀਤਾ ਗਿਆ ਹੁੰਦਾ ਤੇ ਲਿਖਿਆ ਗਿਆ ਹੁੰਦਾ, ਤੇ ਜਿਹੜੇ ਉਹਦੇ ਪ੍ਰੂਫ ਹੈਗੇ ਉਹਦੀ ਹੈਂਡਰਾਈਟਿੰਗ ਹੁੰਦੀ ਹੈ, ਉਹ ਪ੍ਰੂਫ ਕੀਤੀ ਜਾਂਦੀ ਹੈ। ਫਿਰ ਹੈਗਾ ਪ੍ਰੂਫ ਆਫ ਐਗਜ਼ੀਕਿਊਸ਼ਨ ਆਫ ਦਾ ਡਾਕੂਮੈਂਟ ਰਿਕੁਆਇਰਡ ਬਾਈ ਲਾ ਟੂ ਬੀ ਅਟੈਸਟਡ। ਜਿਹੜੇ ਕੁਝ ਡਾਕੂਮੈਂਟ ਹੁੰਦੇ ਨੇ ਜਦੋਂ ਐਗਜ਼ੀਕਿਊਟ ਕੀਤੇ ਜਾਂਦੇ, ਜਿਵੇਂ ਰਜਿਸਟਰੀ ਹੁੰਦੀ ਹੈ, ਰਜਿਸਟਰੀ ਜਦੋਂ ਐਗਜ਼ੀਕਿਊਟ ਹੁੰਦੀ ਹੈ, ਜਿਹੜੀ ਪਾਰਟੀ ਸੇਲ ਕਰਦੀ ਹੈ, ਠੀਕ ਹੈ, ਇੱਕ ਪਾਰਟੀ ਖਰੀਦ ਕਰਦੀ ਹੈ, ਇੱਕ ਸੇਲ ਕਰਦੀ ਹੈ, ਇੱਕ ਖਰੀਦ ਕਰਦੀ ਹੈ, ਇਹਨਾਂ ਦੋਵੇਂ ਪਾਰਟੀਆਂ ਨੂੰ ਅਟੈਸਟ ਕੌਣ ਕਰਦਾ ਹੈ? ਜਿਹੜੇ ਗਵਾਹ ਹੁੰਦੇ ਹੈਗੇ ਆ ਉਹ ਟੈਸਟ ਕਰਦੇ ਆ, ਉਹਨੂੰ ਅਟੈਸਟਿੰਗ ਵਿਟਨੈਸ ਕਿਹਾ ਜਾਂਦਾ ਹੈਗਾ। ਪ੍ਰੂਫ ਆਫ ਐਗਜ਼ੀਕਿਊਸ਼ਨ, ਜਦੋਂ ਕਿਸੇ ਡਾਕੂਮੈਂਟ ਨੂੰ ਵੀ ਇਹ ਬਾਕੀ ਪਾਰਟੀਆਂ ਨੇ ਆਪਸ 'ਚ ਐਗਜ਼ੀਕਿਊਸ਼ਨ ਕੀਤੀ ਸੀ ਜਾਂ ਨਹੀਂ ਕੀਤੀ ਸੀ, ਉਹਨੂੰ ਪ੍ਰੂਵ ਕਰਨ ਦੀ ਖਾਤਰ ਜਿਹੜੇ ਅਟੈਸਟਿੰਗ ਵਿਟਨੈਸ ਹੁੰਦੇ ਆ, ਉਹਨਾਂ ਨੂੰ ਐਜ਼ ਏ ਗਵਾਹ ਉਹਨਾਂ ਦੀ ਗਵਾਹੀ ਲਈ ਜਾਂਦੀ ਹੈ, ਉਹਨਾਂ ਤੋਂ ਇਹ ਡਾਕੂਮੈਂਟ ਪ੍ਰੂਵ ਕਰਵਾਇਆ ਜਾਂਦਾ ਹੈ ਵੀ ਤੁਹਾਡੀ ਹਾਜ਼ਰੀ ਵਿੱਚ ਇਹ ਡਾਕੂਮੈਂਟ ਪਾਰਟੀ ਨੇ ਸਾਈਨ ਕੀਤਾ ਸੀ ਜਾਂ ਨਹੀਂ ਕੀਤਾ ਸੀਗਾ। ਸੈਕਸ਼ਨ 69 'ਚ ਕੀ ਹੈ? ਦਾ ਪ੍ਰੂਫ ਵੀ ਆਰ ਨੋ ਟੈਸਟਿੰਗ ਵਿਟਨੈਸ ਫਾਊਂਡ। ਜਿੱਥੇ ਕੋਈ ਟੈਸਟਿੰਗ ਵਿਟਨੈਸ ਨਹੀਂ ਲੱਭਦਾ, ਮੰਨ ਲਓ ਕੋਈ ਬਿੱਲ ਸੀਗੀ, ਬਿੱਲ ਇੰਨੀ ਪੁਰਾਣੀ ਹੋ ਚੁੱਕੀ ਹੈ, ਜਿਹੜੇ ਉਹਦੇ ਮਰਨ ਵਾਲੇ ਬੰਦੇ ਜਿਹੜੇ ਉਹਦੇ ਗਵਾਹ ਸੀਗੇ ਉਹ ਮਰ ਚੁੱਕੇ ਹੈਗੇ ਆ, ਠੀਕ ਹੈ, ਕੋਈ ਗਵਾਹ ਹਾਜ਼ਰ ਨਹੀਂ ਹੈਗਾ, ਫਿਰ ਉਸ ਬਿੱਲ ਨੂੰ ਕਿਵੇਂ ਪ੍ਰੂਵ ਕੀਤਾ ਜਾ ਸਕਦਾ ਹੈ? ਵਨ ਅਟੈਸਟਿੰਗ ਵਿਟਨੈਸ ਐਟ ਲੀਸਟ। ਜਦੋਂ ਘੱਟੋ ਘੱਟ ਉਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ ਟੈਸਟਿੰਗ ਵਿਟਨੈਸ ਦੋ ਹੁੰਦੇ ਆ, ਉਹਦੇ ਵਿੱਚੋਂ ਕਿਸੇ ਇੱਕ ਟੈਸਟਿੰਗ ਵਿਟਨੈਸ ਦੀ ਜਿਹੜੀ ਹੈਂਡਰਾਈਟਿੰਗ ਹੁੰਦੀ ਹੈ ਉਹਨੂੰ ਪ੍ਰੂਵ ਕਰਨਾ ਹੁੰਦਾ ਹੈ, ਚਾਹੇ ਉਹ ਕਿਸੇ ਉਹਦੇ ਵਾਰਸ ਨੂੰ ਬੁਲਾ ਕੇ ਪ੍ਰੂਵ ਕੀਤਾ ਜਾਵੇ ਵੀ ਆਹ ਜਿਹੜੇ ਦਸਤਖਤ ਨੇ, ਆਹ ਅੰਗੂਠਾ ਹੈਗਾ, ਤੇ ਸੌਰੀ ਅੰਗੂਠੇ ਨਹੀਂ, ਦਸਤਖਤ ਨੇ, ਆਹ ਜੇ ਕੁਛ ਲਿਖਿਆ ਹੋਇਆ ਹੈਗਾ, ਜੇ ਉਹ ਵਸੀਅਤ ਲਿਖੀ ਵੀ ਹੈਗੀ ਹੈ, ਕੀ ਇਹ ਤੇਰੇ ਫਾਦਰ ਨੇ ਲਿਖੀ ਹੈ,
ਉਹਦੇ ਕਿਸੇ ਵਾਰਸ ਨੂੰ ਬੁਲਾ ਕੇ ਉਹਦੀ ਜਿਹੜੀ ਹੈਂਡਰਾਈਟਿੰਗ ਹੈ ਉਹਦੇ ਕਿਸੇ ਵਾਰਸ ਤੋਂ ਜਾਂ ਫਿਰ ਡਾਕੂਮੈਂਟ ਐਕਸਪਰਟ ਰਾਹੀਂ ਉਹਦਾ ਕੋਈ ਹੋਰ ਡਾਕੂਮੈਂਟ ਲੈ ਕੇ ਉਹਦੇ ਨਾਲ ਕੰਪੈਰੀਜ਼ਨ ਕਰਕੇ ਉਹਦੀ ਜਿਹੜੀ ਹੈਂਡਰਾਈਟਿੰਗ ਹੈ ਇੱਕ ਵਿਟਨੈਸ ਦੀ ਤੇ ਇੱਕ ਜਿਹੜਾ ਪਰਸਨ ਜਿਸ ਬੰਦੇ ਨੇ ਉਹ ਡਾਕੂਮੈਂਟ ਐਗਜ਼ੀਕਿਊਟ ਕੀਤਾ ਹੈ, ਜਿਸਨੇ ਬੰਦੇ ਨੇ ਉਹ ਡਾਕੂਮੈਂਟ ਬਣਾਇਆ ਸਾਈਨ ਕੀਤੇ ਹੈਗੇ ਆ, ਜੇ ਬਿੱਲ ਹੈ ਤਾਂ ਬਿੱਲ ਸਾਈਨ ਕੀਤੀ ਹੈ ਜਾਂ ਰਜਿਸਟਰੀ ਤਾਂ ਰਜਿਸਟਰੀ ਸਾਈਨ ਕੀਤੀ ਹੈ, ਤਾਂ ਇੱਕ ਉਸ ਵਿਅਕਤੀ ਦੇ ਜਿਹੜੇ ਸਾਈਨ ਨੇ ਉਹ ਪ੍ਰੂਵ ਕਰਨੇ ਹੁੰਦੇ ਆ ਉਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਜਿਹੜੇ ਵਿਟਨੈਸ ਹੁੰਦੇ ਨੇ ਉਹ ਮਰ ਚੁੱਕੇ ਹੋਣ ਜਾਂ ਨਾ ਮਿਲਦੇ ਹੋਣ। ਸੈਕਸ਼ਨ 70 ਚ ਹੈਗਾ ਐਡਮਿਸ਼ਨਸ ਆਫ ਦਾ ਐਗਜ਼ੀਕਿਊਸ਼ਨ ਬਾਈ ਪਾਰਟੀ ਟੂ ਅਟੈਸਟਡ ਡਾਕੂਮੈਂਟ। ਜਦੋਂ ਕੋਈ ਪਾਰਟੀ ਜਿਹਨੇ ਡਾਕੂਮੈਂਟ ਆਪ ਹੀ ਐਗਜ਼ੀਕਿਊਟ ਕੀਤਾ ਹੈਗਾ ਉਹ ਆਪ ਹੀ ਐਡਮਿਟ ਕਰਦਾ ਹੈਗਾ, ਫਿਰ ਉਸ ਡਾਕੂਮੈਂਟ ਨੂੰ ਕੀ ਹੈਗਾ ਪ੍ਰੂਵ ਕਰਨ ਦੀ ਲੋੜ ਨਹੀਂ ਪੈਂਦੀ, ਉਹ ਡਾਕੂਮੈਂਟ ਐਡਮਿਟ ਹੋ ਚੁੱਕਿਆ ਪਾਰਟੀ ਵੱਲੋਂ। ਨੈਕਸਟ 71 ਚ ਕਿਹਾ ਪ੍ਰੂਫ ਵੈਨ ਅਟੈਸਟਿੰਗ ਵਿਟਨੈਸ ਡਿਨਾਈਜ਼ ਦ ਐਗਜ਼ੀਕਿਊਸ਼ਨ। ਜਦੋਂ ਟੈਸਟਿੰਗ ਵਿਟਨੈਸ ਕਹਿ ਦੇਵੇ ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਤਾਂ ਯਾਦ ਨਹੀਂ ਕੁਛ ਹੈਗਾ, ਰੀਜ਼ਨ ਮੇ ਵੀ ਕੋਈ ਵੀ ਹੋ ਸਕਦਾ ਹੈ, ਠੀਕ ਹੈ, ਉਹ ਕਹਿੰਦੇ ਵੀ ਮੈਨੂੰ ਨਹੀਂ ਪਤਾ ਇਹਨੇ ਸਾਈਨ ਕੀਤੇ ਸੀ ਨਹੀਂ ਕੀਤੀ ਸੀ, ਮੈਂ ਤਾਂ ਪਹਿਚਾਣਦਾ ਨਹੀਂ, ਮੈਨੂੰ ਯਾਦ ਨਹੀਂ, ਹੁਣ ਸਮਾਂ ਲੰਮਾ ਹੋ ਗਿਆ, ਫਿਰ ਕੀ ਹੋ ਗਿਆ, ਫਿਰ ਉਹ ਡਾਕੂਮੈਂਟ ਨੂੰ ਕਿਵੇਂ ਪ੍ਰੂਵ ਕਰ ਸਕਦੇ ਹਾਂ, ਠੀਕ ਹੈ। ਐਗਜ਼ੀਕਿਊਸ਼ਨ ਕੀਤੀ ਸੀਗੀ, ਰਜਿਸਟਰੀ ਹੋਈ ਹੈ ਜਾਂ ਬਿੱਲ ਹੋਈ ਹੈ, ਜਿਹੜਾ ਗਵਾਹ ਹੈ ਉਹ ਮੁੱਕਰ ਜਾਂਦਾ ਹੈ, ਕਹਿੰਦਾ ਮੈਨੂੰ ਨਹੀਂ ਪਤਾ ਹੈਗਾ। ਇਫ ਦਾ ਅਟੈਸਟਿੰਗ ਵਿਟਨੈਸ ਡਿਨਾਈਜ਼ ਔਰ ਡਜ਼ ਨਾਟ ਰੀਕਲੈਕਟ the execution of the document, its execution may be proved by other evidence। ਫਿਰ ਕਿਸੇ ਹੋਰ ਗਵਾਹ ਦੇ ਰਾਹੀਂ, ਕਿਸੇ ਹੋਰ ਐਵੀਡੈਂਸ ਦੇ ਰਾਹੀਂ, ਕਿਸੇ ਹੋਰ ਤਰੀਕੇ ਦੇ ਰਾਹੀਂ, ਠੀਕ ਹੈ, ਜਿਹੜੀ ਉਹ ਹੈਗੀ ਹੈ ਐਗਜੀਕਿਊਸ਼ਨ ਹੈ ਉਹ ਪ੍ਰੂਵ ਕੀਤੀ ਜਾਂਦੀ ਹੈ। ਮੰਨ ਲਓ ਜਾਂ ਤਾਂ ਕੋਈ ਉਹਦਾ ਕੋਈ ਨਾ ਕੋਈ ਹੋਰ ਡਾਕੂਮੈਂਟ ਲੈ ਜਾਂਦਾ ਹੈ, ਪੁਰਾਣਾ ਕੋਈ ਡਾਕੂਮੈਂਟ ਲੈ ਜਾਂਦਾ ਜਿੱਥੇ ਉਹਦੇ ਸਾਈਨ ਹੁੰਦੇ ਆ, ਫਿਰ ਉਹ ਕੰਪੇਅਰ ਕੀਤੇ ਜਾਂਦੇ ਨੇ ਤੇ ਹੈਂਡਰਾਈਟਿੰਗ ਐਕਸਪਰਟ ਕੋਲ ਭੇਜੇ ਜਾਂਦੇ ਨੇ। ਤਾਂ ਇਹ ਰੀਜ਼ਨ ਹੁੰਦਾ ਹੈਗਾ ਜੇ ਕਿਤੇ ਜਿਹੜਾ ਵਿਟਨੈਸ ਹੈਗਾ, ਗਵਾਹ ਹੈਗਾ, ਉਹ ਕਹਿੰਦੇ ਮੈਨੂੰ ਨਹੀਂ ਪਤਾ ਹੈਗਾ। ਸੈਕਸ਼ਨ 72 ਚ ਕੀ ਹੈ ਪ੍ਰੂਫ ਆਫ ਦਾ ਡਾਕੂਮੈਂਟ ਨਾਟ ਰਿਕੁਆਇਰਡ ਬਾਈ ਲਾ ਟੂ ਬੀ ਅਟੈਸਟਡ। ਜਿੱਥੇ ਕੋਈ ਡਾਕੂਮੈਂਟ ਹੈਗਾ ਕਿਸੇ ਨੇ ਐਗਜ਼ੀਕਿਊਟ ਕੀਤਾ ਪਰ ਉੱਥੇ ਵਿੱਚ ਜਿਹੜੇ ਗਵਾਹ ਹੈਗੇ ਗਵਾਹਾਂ ਦੀ ਕੋਈ ਲੋੜ ਨਹੀਂ ਹੁੰਦੀ, ਪਰ ਫਿਰ ਵੀ ਗਵਾਹ ਨੇ ਗਵਾਹੀ ਪਾਈ ਹੋਈ ਹੈਗੀ ਹੈ, ਠੀਕ ਹੈ, ਤਾਂ ਜਿਹੜਾ ਐਨ ਅਟੈਸਟਡ ਡਾਕੂਮੈਂਟ ਨਾਟ ਰਿਕੁਆਇਰਡ ਬਾਈ ਲਾ ਟੂ ਬੀ ਅਟੈਸਟਡ ਮੇ ਬੀ ਪ੍ਰੂਵਡ, ਉਹਨੂੰ ਪ੍ਰੂਵ ਕੀਤਾ ਜਾਂਦਾ ਹੈ। ਇਸ ਤਰੀਕੇ ਪ੍ਰੂਵ ਕੀਤਾ ਜਾਂਦਾ ਹੈ ਵੀ ਇਹ ਅਨਅਟੈਸਟਡ ਹੀ ਹੈਗਾ। ਗਵਾਹਾਂ ਦੇ ਸਾਈਨ ਬੇਸ਼ੱਕ ਹੋਏ ਹੋਣ ਪਰ ਉਹਨਾਂ ਦੇ ਗਵਾਹਾਂ ਦੇ ਸਾਈਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਉਹਨਾਂ ਨੂੰ ਜਿਹੜਾ ਹੈਗਾ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜਿਹੜਾ ਡਾਕੂਮੈਂਟ ਹੈਗਾ ਉੱਥੇ ਗਵਾਹਾਂ ਦੀ ਲੋੜ ਨਹੀਂ ਹੁੰਦੀ। ਬੇਸ਼ੱਕ ਗਵਾਹਾਂ ਨੇ ਸਾਈਨ ਵੀ ਕਰਤੇ ਹੋਣ ਪਰ ਫਿਰ ਵੀ ਉਹਨਾਂ ਦੇ ਸਾਈਨਾਂ ਦੀ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਹੈ। 73 ਦੇ ਵਿੱਚ ਹੈਗਾ ਕੰਪੈਰੀਜ਼ਨ ਆਫ ਸਿਗਨੇਚਰ ਰਾਈਟਿੰਗ ਔਰ ਸੀਲ ਵਿਦ ਅਦਰ ਐਡਮਿਟਡ ਪ੍ਰੂਵਡ। ਜੇ ਕੋਈ ਡਾਕੂਮੈਂਟ ਹੈ ਆਲਰੇਡੀ, ਜਿਹੜਾ ਕੁਐਸਚਨ ਇਸ ਵੇਲੇ ਝਗੜੇ ਦੇ ਵਿੱਚ ਹੈਗਾ, ਜਿਹਦਾ ਰੌਲਾ ਹੈਗਾ ਵੀ ਇਹ ਸਹੀ ਹੈ ਜਾਂ ਗਲਤ ਹੈਗਾ, ਠੀਕ ਹੈ, ਕੰਪੈਰੀਜ਼ਨ ਕੀਤਾ ਜਾ ਸਕਦਾ ਉਸ ਡਾਕੂਮੈਂਟ ਦਾ। ਉਸ ਡਾਕੂਮੈਂਟ ਦੇ ਜੇ ਕੋਈ ਪਹਿਲਾ ਡਾਕੂਮੈਂਟ ਕੋਈ ਐਡਮਿਟ ਕੀਤਾ ਗਿਆ ਹੋਵੇ ਉਸ ਪਾਰਟੀ ਨੇ, ਜਿਹੜੀ ਪਾਰਟੀ, ਦੋ ਪਾਰਟੀਆਂ ਦਾ ਆਪਸ ਵਿੱਚ ਡਿਸਪਿਊਟ ਹੈਗਾ, ਠੀਕ ਹੈ, ਜੇ ਕੋਈ ਪਾਰਟੀ ਨੂੰ ਪ੍ਰੂਵ ਕਰਨਾ ਅਸੀਂ ਤਾਂ ਉਸ ਪਾਰਟੀ ਨੇ ਪਹਿਲਾਂ ਤੋਂ ਹੀ ਕੋਈ ਡਾਕੂਮੈਂਟ ਹੈਗਾ ਕੰਪੈਰੀਜ਼ਨ ਆਫ ਸਿਗਨੇਚਰ ਰਾਈਟਿੰਗ ਔਰ ਸੀਲ ਵਿਦ ਅਦਰ ਐਡਮਿਟਡ ਔਰ ਪ੍ਰੂਵ ਡਾਕੂਮੈਂਟ, ਕੋਈ ਡਾਕੂਮੈਂਟ ਪਹਿਲਾਂ ਆਲਰੇਡੀ ਐਡਮਿਟ ਹੋ ਚੁੱਕਿਆ ਹੈ ਜਾਂ ਪ੍ਰੂਵ ਹੋ ਚੁੱਕਿਆ ਹੈ, ਉਹਦੇ ਨਾਲ ਉਸ ਦੂਜੇ ਜਿਹੜਾ ਡਾਕੂਮੈਂਟ ਉਹਦੇ ਸਿਗਨੇਚਰ, ਉਹਦੀ ਹੈਂਡਰਾਈਟਿੰਗ ਕੰਪੇਅਰ ਕਰਕੇ ਉਸ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ, ਜਿਹਦਾ ਝਗੜਾ ਪੈ ਰਿਹਾ। ਨੈਕਸਟ ਆ ਗਿਆ ਪਬਲਿਕ ਡਾਕੂਮੈਂਟ। ਪਬਲਿਕ ਡਾਕੂਮੈਂਟ ਕੀ ਹੈਗਾ? ਪਬਲਿਕ ਡਾਕੂਮੈਂਟ ਸੈਕਸ਼ਨ 74 ਤੋਂ ਲੈ ਕੇ 78 ਤੱਕ ਹੈਗਾ, ਇਕੱਠੇ ਪੜਾਂਗੇ ਅਸੀਂ। ਪਬਲਿਕ ਡਾਕੂਮੈਂਟ ਕੀ ਹੁੰਦਾ ਹੈ? ਪਬਲਿਕ ਡਾਕੂਮੈਂਟ ਉਹ ਹੁੰਦਾ ਹੈ, ਪ੍ਰਾਈਵੇਟ ਡਾਕੂਮੈਂਟ ਰਜਿਸਟਰੀ ਜਿਵੇਂ ਹੋ ਗਈ। ਪਬਲਿਕ ਡਾਕੂਮੈਂਟ ਜਿਹੜੇ ਸਰਕਾਰ ਦੇ ਕਿਸੇ ਆਫੀਸ਼ੀਅਲ ਕਸਟਡੀ ਦੇ ਵਿੱਚ ਹੁੰਦੇ ਨੇ, ਡਾਕੂਮੈਂਟਸ ਫਾਰਮਿੰਗ ਔਰ ਐਕਟਸ ਔਰ ਰਿਕਾਰਡਸ, ਕੋਈ ਕਾਨੂੰਨ ਹੈ, ਕੋਈ ਐਕਟ ਹੈ, ਠੀਕ ਹੈ, ਇਹ ਜਿਹੜੇ ਹੁੰਦੇ ਨੇ ਪਬਲਿਕ ਡਾਕੂਮੈਂਟ ਹੁੰਦੇ। ਬਾਕੀ ਡਾਕੂਮੈਂਟ ਨੂੰ ਅਸੀਂ ਕੀ ਕਹਿੰਦੇ, ਪਬਲਿਕ ਡਾਕੂਮੈਂਟ ਉਹ ਹੁੰਦੇ ਜਿਨ੍ਹਾਂ ਦੀ ਕੋਈ ਵੀ ਵਿਅਕਤੀ ਆ ਕੇ ਸਰਕਾਰੀ ਫੀਸ ਅਦਾ ਕਰਕੇ ਕਾਪੀ ਵਗੈਰਾ ਲੈ ਸਕਦਾ ਹੁੰਦਾ, ਉਹਨਾਂ ਨੂੰ ਅਸੀਂ ਪਬਲਿਕ ਡਾਕੂਮੈਂਟ ਕਹਿ ਦਿੰਦੇ ਹਾਂ। ਜਿਵੇਂ ਸਾਡੀਆਂ ਜਮ੍ਹਾਂਬੰਦੀਆਂ ਦੀਆਂ ਕਾਪੀਆਂ, ਰਜਿਸਟਰੀਆਂ, ਆਪਣੇ ਜਿਹੜੇ ਹੈਗੇ ਨੇ, ਜਦੋਂ ਰਜਿਸਟਰਡ ਹੋ ਜਾਂਦੀ ਹੈ ਦੈਨ ਇਟ ਬਿਕਮਸ ਦਾ ਪਬਲਿਕ ਡਾਕੂਮੈਂਟ। ਕੋਈ ਜਮ੍ਹਾਂਬੰਦੀ ਹੈ, ਗਿਰਦਾਵਰੀ ਹੈ, ਰੋਜ਼ਨਾਮਚਾ, ਠੀਕ ਹੈ, ਇੱਦਾਂ ਦੇ ਡਾਕੂਮੈਂਟ ਜਿਹਦੀ ਕਾਪੀ ਲਈ ਜਾ ਸਕਦੀ ਹੋਵੇ ਸਰਕਾਰੀ ਫੀਸ ਅਦਾ ਕਰਕੇ, ਦੈਟ ਇਜ਼ ਕਾਲਡ ਪਬਲਿਕ ਡਾਕੂਮੈਂਟ। ਅਦਰਸ ਆਰ ਪ੍ਰਾਈਵੇਟ ਡਾਕੂਮੈਂਟ। ਜਦੋਂ ਤੱਕ ਰਜਿਸਟਰੀ ਹੈ ਅਸੀਂ ਐਗਜ਼ੀਕਿਊਟ ਕਰ ਲਈ ਪਰ ਜੇ ਰਜਿਸਟਰਡ ਨਹੀਂ ਕਰਾਈ ਉਦੋਂ ਤੱਕ ਉਹ ਡਾਕੂਮੈਂਟ ਪ੍ਰਾਈਵੇਟ ਡਾਕੂਮੈਂਟ ਹੁੰਦਾ ਹੈ। ਇਸ ਤਰੀਕੇ ਇਕਰਾਰਨਾਮਾ ਕਿਸੇ ਪਾਰਟੀ ਨੇ ਆਪਸ ਕੀਤਾ ਹੁੰਦਾ ਹੈ, ਠੀਕ ਹੈ, ਦੈਟ ਇਜ਼ ਕਾਲਡ ਪ੍ਰਾਈਵੇਟ ਡਾਕੂਮੈਂਟ। ਜਦੋਂ ਤੱਕ ਅੱਗੇ ਅਸੀਂ ਕੋਰਟ ਦੇ ਵਿੱਚ ਰਜਿਸਟਰ ਨਹੀਂ ਕਰਾ ਲੈਂਦੇ, ਸਬ ਰਜਿਸਟਰਾਰ ਕੋਲ ਰਜਿਸਟਰ ਨਹੀਂ ਕਰਾ ਲੈਂਦੇ, ਦੈਟ ਇਜ਼ ਕਾਲਡ ਪ੍ਰਾਈਵੇਟ ਡਾਕੂਮੈਂਟ। ਸਰਟੀਫਾਈਡ ਕਾਪੀਜ਼ ਆਫ ਦਾ ਪਬਲਿਕ ਡਾਕੂਮੈਂਟ। ਸਰਟੀਫਾਈਡ ਕਾਪੀ ਪਬਲਿਕ ਡਾਕੂਮੈਂਟ ਦੀ ਅਸੀਂ ਪਹਿਲਾਂ ਰੋਜ਼ ਹੀ ਗੱਲ ਕਰਦੇ ਹੈਗੇ, ਕੋਈ ਵੀ ਸਰਕਾਰੀ ਫੀਸ ਅਦਾ ਕਰਕੇ ਐਜ਼ ਪਰ ਲਾਅ ਉਹਦੀ ਕਾਪੀ ਲੈ ਸਕਦਾ ਹੈਗਾ। ਪ੍ਰੂਫ ਆਫ ਡਾਕੂਮੈਂਟਸ ਬਾਈ ਪ੍ਰੋਡਕਸ਼ਨ ਆਫ ਸਰਟੀਫਾਈਡ ਕਾਪੀ। ਜਦੋਂ ਕਿਸੇ ਪਬਲਿਕ ਡਾਕੂਮੈਂਟ ਨੂੰ ਪ੍ਰੂਵ ਕਰਨਾ ਹੋਵੇ, ਅਸੀਂ ਉੱਪਰ ਵੀ ਪੜ੍ਹ ਕੇ ਗਏ ਹਾਂ ਪਹਿਲਾਂ, ਪਬਲਿਕ ਡਾਕੂਮੈਂਟ ਨੂੰ ਕਦੇ ਪ੍ਰੂਵ ਕਰਨਾ ਹੋਵੇ, ਜਿਹੜੀ ਉਹਦੀ ਸਰਟੀਫਾਈਡ ਕਾਪੀ ਹੈਗੀ, ਦੈਟ ਇਜ਼ ਸਫੀਸ਼ੀਐਂਟ ਪ੍ਰੂਫ ਆਫ ਦਾ ਪਬਲਿਕ ਡਾਕੂਮੈਂਟ।
78 ਚ ਕੀ ਹੈਗਾ proof of other official documents the following ਜਿਹੜੇ ਹੋਰ ਡਾਕੂਮੈਂਟ ਹੈਗੇ ਨੇ proof of other official document ਜਿਹੜੇ official document ਹੈਗੇ ਆ ਠੀਕ ਹੈ ਕੋਈ ਐਕਟਸ ਹੈ ਕੋਈ ਆਰਡਰ ਹੈ ਕੋਈ ਨੋਟੀਫਿਕੇਸ਼ਨ ਹੈ ਸੈਂਟਰ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਹੈਗਾ ਠੀਕ ਹੈ ਆਫਿਸ ਤੋਂ ਕਾਪੀ ਲੈ ਕੇ ਅਸੀਂ ਕੋਰਟ ਸਬਮਿਟ ਕਰ ਸਕਦੇ ਹਾਂ ਉਹਨੂੰ ਪ੍ਰੂਵ ਕਰਨ ਵਾਸਤੇ ਨੈਕਸਟ ਹੈਗਾ ਸੈਕਸ਼ਨ ਪ੍ਰਜੰਪਸ਼ਨ ਐਜ਼ ਟੂ ਦਾ ਡਾਕੂਮੈਂਟਸ ਪ੍ਰਜੰਪਸ਼ਨ ਮਤਲਬ ਕਿ ਪ੍ਰਜ਼ੂਮ ਕਰ ਲੈਣਾ ਉਹਦੀ ਸੱਚਾਈ ਨੂੰ ਪ੍ਰਜ਼ੂਮ ਕਰ ਲੈਣਾ ਵੀ ਇਹ ਡਾਕੂਮੈਂਟ ਬਿਲਕੁਲ ਠੀਕ ਹੈਗਾ ਇਹਨੂੰ ਬਾਰ-ਬਾਰ ਇਹਨੂੰ ਜ਼ਿਆਦਾ ਮਤਲਬ ਕਿ ਇਸ ਨੂੰ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਹੈਗੀ ਪ੍ਰਜ਼ੂਮਸ ਟੂ ਬੀ ਟਰੂ ਪ੍ਰਜੰਪਸ਼ਨ ਐਜ਼ ਟੂ ਦਾ ਡਾਕੂਮੈਂਟਸ ਕਿਹੜੇ ਡਾਕੂਮੈਂਟ ਇਹ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਜ਼ੂਮ ਕੀਤਾ ਜਾ ਸਕਦਾ ਹੈ ਵੀ ਇਹ ਠੀਕ ਹੈਗੇ ਆ ਸਹੀ ਹੈਗੇ ਸੱਚੇ ਹੈਗੇ ਆ ਸੈਕਸ਼ਨ 79 ਦੇ ਵਿੱਚ ਕਿਹਾ ਗਿਆ ਹੈ genuineness of the certified copy ਜਿਹਨੇ ਵੀ ਸਰਟੀਫਾਈਡ ਕਾਪੀਆਂ ਸਾਡੇ ਅਸੀਂ ਦਿੰਨੇ ਹੈਗੇ ਆ ਕਿਸੇ ਪਬਲਿਕ ਡਾਕੂਮੈਂਟ ਦੀਆਂ that is presumed to be genuine ਜਿਵੇਂ ਕਿ ਤੁਹਾਡੀ ਜਮ੍ਹਾਂ ਹੁੰਦੀ ਦੀ ਕਾਪੀ ਜਾਂਦੀ ਹੈ ਕੋਰਟ ਦੇ ਵਿੱਚ ਚਾਹੇ ਉਹ ਸੁਪਰੀਮ ਕੋਰਟ ਜਾਵੇ ਚਾਹੇ ਹਾਈ ਕੋਰਟ ਜਾਵੇ ਚਾਹੇ ਕਿਸੇ ਵੀ ਕੋਰਟ ਦੇ ਵਿੱਚ ਜਾਵੇ ਤਾਂ ਕੋਰਟ ਉਸ ਨੂੰ ਕਦੇ ਵੀ ਕੋਈ ਵੀ ਜਿਹੜੀ ਅਦਰ ਪਾਰਟੀ ਕੋਈ ਵੀ ਉਸ ਨੂੰ ਗਲਤ ਨਹੀਂ ਕਹਿ ਸਕਦੀ that is presumed to be the genuine document ਇਸ ਕਰਕੇ ਸੈਕਸ਼ਨ 80 ਚ ਕਿਹਾ ਗਿਆ ਹੈ presumption as to the documents produced as a record of evidence whenever a document is produced before any court purporting to be a record or memorandum of the evidence or any part of the evidence given by the witness in a judicial proceeding or before any officer authorized by law to take such evidence or to the statement of the confession that the documents genuine ਇਹ ਸਾਰੇ ਜਿਹੜੇ ਡਾਕੂਮੈਂਟ ਹੁੰਦੇ ਨੇ ਇਹ ਜੈਨੂਇਨ ਪ੍ਰਜ਼ੂਮ ਕੀਤੇ ਜਾਂਦੇ ਨੇ ਇਸੇ ਤਰੀਕੇ ਕੋਈ ਗਜ਼ਟਰ ਹੁੰਦੀਆਂ ਨੇ ਸੈਕਸ਼ਨ 81 ਚ ਕਿਹਾ ਗਿਆ ਕੋਈ ਗਜ਼ਟਰਸ ਹੁੰਦੀਆਂ ਨਿਊਜ਼ਪੇਪਰ ਹੁੰਦੇ ਆ ਠੀਕ ਹੈ ਪ੍ਰਾਈਵੇਟ ਐਕਟਸ ਹੁੰਦੇ ਪਾਰਲੀਮੈਂਟ ਦੇ ਕੋਈ ਐਕਟ ਹੁੰਦੇ ਕੋਈ ਪ੍ਰੋਸੀਡਿੰਗ ਹੁੰਦੀਆਂ ਉਹਨਾਂ ਦੀਆਂ ਕੋਈ ਕਾਨੂੰਨ ਹੁੰਦਾ ਠੀਕ ਹੈ ਉਹ ਸਾਰੇ ਜਿਹੜੇ ਹੈਗੇ ਉਹ ਪ੍ਰਜ਼ੂਮ ਕੀਤੇ ਜਾਂਦੇ ਨੇ ਵੀ ਸਹੀ ਨੇ ਉਹਨਾਂ ਨੂੰ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਪ੍ਰਜੰਪਸ਼ਨ ਐਜ਼ ਟੂ ਦਾ ਡਾਕੂਮੈਂਟ ਐਡਮਿਸਿਬਲ ਇਨ ਇੰਗਲੈਂਡ ਛੱਡੋ ਇਸ ਨੂੰ ਪ੍ਰਜੰਪਸ਼ਨ ਐਜ਼ ਟੂ ਦਾ ਮੈਪ ਜਿਹੜੇ ਨਕਸ਼ੇ ਹੁੰਦੇ ਸਾਡੇ ਠੀਕ ਹੈ ਜਿਹੜੇ ਪ੍ਰਜ਼ੂਮ ਡਰਾਇੰਗਾਂ ਬਣੀਆਂ ਹੁੰਦੀਆਂ ਨਕਸ਼ੇ ਬਣੇ ਹੁੰਦੇ ਕਿਸੇ ਵੀ ਅਥਾਰਟੀ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਸਟੇਟ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਹੈਗਾ ਠੀਕ ਹੈ that maps are also presumed to the genuine ਫਿਰ 84th ਕੀ ਕਿਹਾ ਗਿਆ presumption collection of the law and reports of the decisions ਜਿਹਨੇ ਸਾਡੇ ਜਜਮੈਂਟ ਜਾਰੀ ਕੀਤੇ ਜਾਂਦੀਆਂ ਨੇ ਕਾਨੂੰਨ ਜਾਰੀ ਕੀਤੇ ਜਾਂਦੇ ਨੇ ਲਾਅ ਜਾਰੀ ਕੀਤੇ ਜਾਂਦੇ ਹੈਗੇ ਆ ਐਕਟ ਰੂਲ ਠੀਕ ਹੈ ਕੋਈ ਡਿਸੀਜਨ ਜਾਰੀ ਕੀਤੇ ਜਾਂਦੇ ਆ that are presumed to be genuine 85 ਚ ਕੀ ਕਿਹਾ ਗਿਆ presumption as to the power of attorney ਕੋਈ ਪਾਵਰ ਆਫ ਅਟਾਰਨੀ ਹੈਗੀ ਹੈ ਜੋ ਤੱਕ ਡਿਨਾਈ ਨਾ ਕਰ ਦਿੱਤੀ ਜਾਵੇ ਜਾਂ ਉਸ ਨੂੰ the court shall presume that every document purporting to be a power of attorney and to have been executed before an authenticated notary public ਠੀਕ ਹੈ ਉਹਨੂੰ ਪ੍ਰਜ਼ੂਮ ਕੀਤਾ ਜਾਂਦਾ ਵੀ ਇਹ ਜੈਨੂਇਨ ਹੈਗੀ ਹੈ 86 ਕੀ ਹੈ presumption as to the certified copies of the foreign judicial courts records ਕੋਈ ਫੋਰਨ ਦਾ ਜੁਡੀਸ਼ੀਅਲ ਰਿਕਾਰਡ ਹੈਗਾ ਉਹਨੂੰ ਵੀ ਅਸੀਂ ਪ੍ਰਜ਼ੂਮ ਕਰਾਂਗੇ ਵੀ ਠੀਕ ਹੈਗਾ presumption as to the books maps charts ਕੋਈ ਵੀ ਬੁੱਕਸ ਹੈਗਾ ਮੈਪਸ ਹੈਗੇ ਕੋਈ ਚਾਰਟਸ ਵਗੈਰਾ ਹੈਗੇ ਨੇ ਜਿਹੜੇ ਸਰਕਾਰੀ ਅਦਾਰੇ ਵੱਲੋਂ ਕਿਸੇ ਵੱਲੋਂ ਜਾਰੀ ਕੀਤੇ ਗਏ ਨੇ that is presumed to be genuine ਇਸੇ ਤਰੀਕੇ 88 ਚ ਕਿਹਾ ਗਿਆ presumption ਟੈਲੀਗ੍ਰਾਫਿਕ ਮੈਸੇਜ ਕੋਈ ਟੈਲੀਗ੍ਰਾਫਿਕ ਮੈਸੇਜ ਹੋਇਆ ਹੈਗਾ then 89 ਦੇ ਵਿੱਚ ਕਿਹਾ ਗਿਆ presumption as to the execution etc documents not produced ਕੋਈ presumption as to due execution etc of documents not produced ਇਹ ਸਾਰੇ ਜਿਹੜੇ ਡਾਕੂਮੈਂਟ ਨੇ 90 ਆ ਗਿਆ 90 ਚ ਕੀ ਹੈ ਹਾਂਜੀ presumption as to the documents 30 years old this is important 90 ਤੇ 91 ਇਹ ਥੋੜਾ ਧਿਆਨ ਦਿਓ ਜੀ ਇੰਪੋਰਟੈਂਟ ਹੈਗੇ ਆ ਕੋਈ ਵੀ ਜਿਹੜਾ ਹੈਗਾ ਕੋਈ ਵਿਅਕਤੀ ਹੈਗਾ ਡਾਕੂਮੈਂਟ 30 years old ਕੋਈ ਡਾਕੂਮੈਂਟ ਹੈ presumption as to document 30 years old 30 ਸਾਲ ਜਿਹੜਾ ਪੁਰਾਣਾ ਕੋਈ ਡਾਕੂਮੈਂਟ ਹੈਗਾ ਠੀਕ ਹੈ ਉਹਨੂੰ ਵੀ ਪ੍ਰਜ਼ੂਮ ਕੀਤਾ ਜਾਂਦਾ ਹੈ ਜੈਨੂਇਨ ਡਾਕੂਮੈਂਟ ਪ੍ਰਜ਼ੂਮ ਕੀਤਾ ਜਾਂਦਾ ਹੈ ਕਿਸੇ ਵਿਅਕਤੀ ਦੇ ਕਬਜ਼ੇ ਵਿੱਚ ਹੈਗਾ ਜਦੋਂ ਉਹ ਡਾਕੂਮੈਂਟ ਦੀ ਐਗਜ਼ਾਮਪਲ ਦੇਖੋ ਇਹ ਹੈਜ਼ ਬੀਨ ਇਨ ਪੋਜੈਸ਼ਨ ਆਫ ਦਾ ਲੈਂਡ ਪ੍ਰਾਪਰਟੀ ਕੋਈ ਇਹ ਨਾਂ ਦਾ ਵਿਅਕਤੀ ਹੈਗਾ ਉਹਦੇ ਕਬਜ਼ੇ ਦੇ ਵਿੱਚ ਕੋਈ ਪ੍ਰਾਪਰਟੀ ਹੈਗੀ ਲੈਂਡਡ ਪ੍ਰਾਪਰਟੀ ਹੈ ਫਾਰ ਦਾ ਲੌਂਗ ਟਾਈਮ ਲੰਮੇ ਸਮੇਂ ਤੋਂ ਹੀ ਪ੍ਰੋਡਿਊਸਸ ਫਰੋਮ ਹਿਸ ਕਸਟਡੀ ਡੀਡ ਰਿਲੇਟਿੰਗ ਟੂ ਦਾ ਲੈਂਡ ਉਸ ਲੈਂਡ ਦੇ ਸੰਬੰਧ ਵਿੱਚ ਉਹਦੇ ਕੋਲੇ ਕੋਈ ਦਸਤਾਵੇਜ਼ ਹੈਗੇ ਨੇ ਠੀਕ ਹੈ ਰਜਿਸਟਰੀ ਵਗੈਰਾ ਹੈਗੀ ਹੈ ਸ਼ੋਇੰਗ ਹਿਸ ਟਾਈਟਲ ਜਿਹਦੋਂ ਪਤਾ ਲੱਗਦਾ ਵੀ ਇਹ ਜ਼ਮੀਨ ਉਹਦੀ ਮਾਲਕੀ ਹੈਗੀ ਹੈ ਠੀਕ ਹੈ ਦਾ ਕਸਟਡੀ ਇਜ਼ ਪ੍ਰੋਪਰ
ਹਾਂ ਇੱਥੇ ਕੀ ਹੋਏਗਾ, ਜੋ 30 ਈਅਰ 올ਡ ਪੁਰਾਣਾ ਡਾਕੂਮੈਂਟ ਹੈਗਾ ਉਸ ਨੂੰ ਪ੍ਰਜ਼ੂਮ ਕੀਤਾ ਜਾਂਦਾ ਵੀ ਜੈਨੂਨ ਹੈਗਾ। ਨੈਕਸਟ ਅੱਗੇ ਆ ਜਾਂਦਾ ਜੀ 30 ਤੋਂ ਉੱਪਰ ਵਾਲਾ ਉਹਨੂੰ ਪ੍ਰਜ਼ੂਮ ਕਰਨਾ, ਉਹ ਤਾਂ ਫਿਰ ਹੈ ਹੀ ਹੈ, ਉਸ ਤੋਂ ਉੱਪਰ ਤਾਂ ਅੰਡਰਸਟੂਡ ਹੀ ਹੈ। ਜਿਹੜੇ ਹਾਂ ਉਹ ਤਾਂ ਅੰਡਰਸਟੂਡ ਹੀ ਹੈ ਨਾ ਜੀ, 30 ਈਅਰ ਤੱਕ ਬਾਹਰ ਲਗਾਤੀ ਵੀ 30 ਸਾਲ ਵਾਲੇ ਡਾਕੂਮੈਂਟ ਨੂੰ ਪ੍ਰਜ਼ੂਮ ਕੀਤਾ ਜਾਂਦਾ ਹੈ ਵੀ ਜੈਨੂਨ ਹੈ, ਜਦ ਤੱਕ ਇੱਕ ਦੂਜਾ ਵਿਅਕਤੀ ਕੋਈ ਉਸਨੂੰ ਗਲਤ ਸਾਬਤ ਨਾ ਕਰੇ। ਠੀਕ, ਮਾਲਕ ਨੂੰ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ ਵੀ ਹਾਂ ਮੇਰਾ ਜੈਨੂਨ ਹੈ, ਔਰ ਇਟ ਇਜ਼ ਪ੍ਰਜ਼ੂਮ ਟੂ ਬੀ ਜੈਨੂਨ। ਜਿਵੇਂ ਤੁਹਾਡੀ ਜਮ੍ਹਾਂ ਹੁੰਦੀ ਹੈ ਤੁਸੀਂ ਕਾਪੀ ਦੇਤੀ, ਦੈਟ ਇਜ਼ ਪ੍ਰਜ਼ੂਮ ਟੂ ਬੀ ਜੈਨੂਨ। ਠੀਕ ਹੈ। ਨੈਕਸਟ ਸੈਕਸ਼ਨ 91, ਸੈਕਸ਼ਨ 91 ਤੋਂ ਲੈ ਕੇ 100 ਤੱਕ ਨੇ ਜੀ ਇਹ। ਇਹਦੇ ਚ ਕੀ ਕਿਹਾ ਗਿਆ, ਐਕਸਕਲੂਜਨ ਆਫ ਓਰਲ ਐਂਡ ਡਾਕੂਮੈਂਟਰੀ ਐਵੀਡੈਂਸ। ਉਹ ਕਿਹੜੀਆਂ ਐਵੀਡੈਂਸਿਸ ਹੁੰਦੀਆਂ ਨੇ, ਚਾਹੇ ਉਹ ਡਾਕੂਮੈਂਟਰੀ ਹੈ ਚਾਹੇ ਉਹ ਓਰਲ ਹੈ, ਜਿਹਨੂੰ ਨਹੀਂ ਮੰਨਿਆ ਜਾ ਸਕਦਾ, ਜਿਹਨੂੰ ਨਹੀਂ ਮੰਨਿਆ ਜਾ ਸਕਦਾ ਐਜ਼ ਏ ਐਵੀਡੈਂਸ। ਉਹ ਕਿਹੜੀ ਕਿਹੜੀ ਐਵੀਡੈਂਸਿਸ ਹੁੰਦੀਆਂ ਨੇ, ਚਾਹੇ ਉਹ ਡਾਕੂਮੈਂਟਰੀ ਐਵੀਡੈਂਸ ਹੈ ਚਾਹੇ ਉਹ ਓਰਲ ਐਵੀਡੈਂਸ ਹੈ, ਜਿਨ੍ਹਾਂ ਨੂੰ ਨਹੀਂ ਮੰਨਿਆ ਜਾ ਸਕਦਾ। ਠੀਕ ਹੈ। ਸੈਕਸ਼ਨ 91 ਚ ਕੀ ਕਿਹਾ ਗਿਆ, ਇਫ ਡਾਕੂਮੈਂਟ ਹੈਜ਼ ਪ੍ਰੂਵਡ ਦੇयर इज नो नीड टू प्रूव द टर्म्स एंड कंडीशन। ਜਦੋਂ ਕੋਈ ਡਾਕੂਮੈਂਟ ਪ੍ਰੂਵ ਹੋ ਚੁੱਕਿਆ ਵੀ ਇਹ ਡਾਕੂਮੈਂਟ ਬਣਿਆ ਹੋਇਆ, ਪਾਰਟੀਆਂ ਦੇ ਸਾਈਨ ਹੋਏ ਹੋਏ ਨੇ, ਵਹਾਂ ਦੇ ਸਾਈਨ ਹੋਏ ਹੋਏ ਨੇ, ਡਾਕੂਮੈਂਟ ਹੋਇਆ, ਰਜਿਸਟਰੀ ਹੋਈ ਜਾਂ ਕੋਈ ਐਗਰੀਮੈਂਟ ਹੋਇਆ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਜਦੋਂ ਪ੍ਰੂਵ ਹੋ ਗਿਆ ਕਿ ਇਹ ਡਾਕੂਮੈਂਟ ਹੋਇਆ, ਬਣਿਆ, ਤਿਆਰ ਹੋਇਆ, ਐਗਜੀਕਿਊਸ਼ਨ ਪਾਰਟੀਆਂ ਦੀ ਹੋਈ ਹੈ, ਤਾਂ ਫਿਰ ਉਹਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੇ, ਅੰਦਰ ਕੀ ਲਿਖਿਆ ਗਿਆ ਕੀ ਨਹੀਂ ਲਿਖਿਆ ਗਿਆ, ਦੈਟ ਇਜ਼ ਪ੍ਰਜ਼ੂਮ ਟੂ ਜੈਨੂਨ। ਫਿਰ ਉਹਨੂੰ ਪ੍ਰਜ਼ੂਮ ਕਰ, ਉਹਨਾਂ ਨੂੰ ਫਿਰ ਪ੍ਰੂਵ ਕਰਨ ਦੀ ਲੋੜ ਨਹੀਂ ਹੈਗੀ ਕਿ ਕੋਈ ਕਹੇ ਵੀ ਉਹ ਟਰਮਸ ਐਂਡ ਕੰਡੀਸ਼ਨ ਵੀ ਪ੍ਰੂਵ ਕਰਨੀਆਂ ਨੇ। ਹੁਣ ਨਹੀਂ, ਡਾਕੂਮੈਂਟ ਪ੍ਰੂਵ ਹੋ ਗਿਆ ਤਾਂ ਸਾਰੀਆਂ ਟਰਮਸ ਐਂਡ ਕੰਡੀਸ਼ਨ ਆਲਰੇਡੀ ਪ੍ਰੂਵ ਹੋ ਚੁੱਕੀਆਂ। ਇਸ ਤਰੀਕੇ ਸੈਕਸ਼ਨ 92, कोई रिटन एग्रीमेंट है, पार्टियों विचकार रिटन एग्रीमेंट हो गया। ठीक है, कोई एग्रीमेंट हो गया रिटन, पार्टियों के विचकार कोई लेन देन हो गया, कोई सौदा हो गया, बाद दे विच कोई नाल गल कही गई, जवानी कुछ गल कह दी बाद दे विच, जो रिटन एग्रीमेंट एक बारी प्रूव हो गया तो जो ओरल एग्रीमेंट कोई होया है बाद दे विच जवानी होया हैगा, दैट इज नॉट एडमिसिबल, नॉट नीड टू बी प्रूव्ड। सैक्शन 92 च कहा गया एक बारी बंदे ने कोई गल मान ली, एग्रीमेंट रिटन दे विच हो गया, जो रिटन दे विच हो गया फिर वो ओरल जी कोई गल कही गई है वो हैगी है एडमिसिबल नहीं हैगी, उन्होंने एक्सक्लूड किया गया है एविडेंस के विचों बाहर रखा गया हैगा। जिवें कि एक एग्जांपल पढ़ो, ए एग्रीज एब्सोल्यूटली इन राइटिंग टू पे बी ₹1000, ए ने मन्निया राइटिंग दे विच टू पे बी ₹1000, ए ने कहा मैं बी नूं 1000 रुपये देवांगा ऑन द 1 मार्च 1873। पानी एग्जांपल हैगी अभी 1 मार्च नूं देवांगा। ठीक है, 1873 1 मार्च ਨੂੰ ਦੇਵਾਂਗਾ, 1 ਮਾਰਚ ਦੀ ਗੱਲ ਕੀਤੀ ਗਈ ਹੈ ਐਗਰੀਮੈਂਟ ਦੇ ਵਿੱਚ, ਰਿਟਨ ਐਗਰੀਮੈਂਟ ਦੇ ਵਿੱਚ 1 ਮਾਰਚ ਦੀ ਗੱਲ ਕੀਤੀ ਗਈ ਹੈ। ਦ ਫੈਕਟ ਦੈਟ ਐਟ ਦ ਸੇਮ ਟਾਈਮ ਐਨ ਓਰਲ ਐਗਰੀਮੈਂਟ ਵਾਸ ਮੇਡ, ਉਸੇ ਸਮੇਂ ਰਿਟਨ ਐਗਰੀਮੈਂਟ ਤੋਂ ਬਾਅਦ ਫਿਰ ਓਰਲ ਐਗਰੀਮੈਂਟ ਹੋ ਗਿਆ, ਜਵਾਨੀ ਕੀ ਹੋਇਆ, ਦੈਟ ਦ ਮਨੀ ਸ਼ੁਡ ਨਾਟ ਬੀ ਪੇਡ ਟਿਲ ਦ 31 ਮਾਰਚ। ਜਵਾਨੀ ਕਹਿੰਦਾ ਜਿਹੜੀ ਮਨੀ ਹੈਗੀ 31 ਮਾਰਚ ਤੋਂ ਪਹਿਲਾਂ ਨਹੀਂ ਦਿੱਤੀ ਜਾਵੇਗੀ। ਹੁਣ ਜਦੋਂ ਰਿਟਨ ਦੇ ਵਿੱਚ ਕਰ ਲਿਆ ਵੀ 18 ਮਾਰਚ ਤੱਕ ਦੇਣੀ ਹੈ, 1 ਮਾਰਚ ਤੱਕ ਦੇਣੀ ਹੈ। ਠੀਕ ਹੈ, that is written agreement, it has to be valid, it has to be admissible in the court। ਪਰ ਜਿਹੜੀ ਗੱਲ ਆ ਗਈ ਇੱਥੇ ਆ ਗਈ ਬਾਅਦ ਦੇ ਵਿੱਚ ਵੀ ਉਹਨੇ ਕਿਹਾ ਓਰਲ ਐਗਰੀਮੈਂਟ ਕਰ ਲਿਆ, ਬਾਅਦ ਦੇ ਵਿੱਚ ਜਵਾਨੀ ਗੱਲ ਕਹਿ ਦਿੱਤੀ ਵੀ ਜਿਹੜੀ ਪੇਮੈਂਟ ਹੈਗੀ ਹੈ 31 ਮਾਰਚ ਤੱਕ ਦਿੱਤੀ ਜਾਵੇਗੀ, ਕੈਨ ਨਾਟ ਬੀ ਪ੍ਰੂਵਡ, ਇਹਨੂੰ ਐਕਸਕਲੂਡ ਕੀਤਾ ਜਾਂਦਾ ਹੈ ਐਵੀਡੈਂਸ ਦੇ ਵਿੱਚੋਂ, ਇਹਨੂੰ ਪ੍ਰੂਵ ਕਰਨ ਦੀ ਕੋਈ ਲੋੜ ਨਹੀਂ ਹੈ। ਠੀਕ ਹੈ ਜੀ, ਐਕਸਕਲੂਜਨ ਆਫ ਐਵੀਡੈਂਸ। 91 ਤੋਂ ਲੈ ਕੇ 100 ਤੱਕ ਸਾਰੇ ਇਸ ਤਰ੍ਹਾਂ ਹੈਗੇ ਆ, ਕਿਹੜੀਆਂ ਐਵੀਡੈਂਸਿਸ ਨੂੰ ਐਕਸਕਲੂਡ ਕਰ ਸਕਦੇ ਹਾਂ। 93 ਚ ਕਿਹਾ ਗਿਆ ਉਹ ਐਵੀਡੈਂਸ ਜਿਹੜੀ ਦੇ ਵਿੱਚ ਕੀ ਹੈਗਾ, ਕੋਈ ਐਂਬੀਗਸ ਡਾਕੂਮੈਂਟ ਹੋਵੇ, ਕੋਈ ਡਾਕੂਮੈਂਟ ਆ ਜਿਹੜਾ ਉਹ ਐਂਬੀਗਸ ਹੋਵੇ, ਦੋ ਮਤਲਬ ਨਿਕਲਦੇ ਹੋਣ, ਬਿਲਕੁਲ ਸਾਫ਼ ਸੁਥਰਾ ਨਾ ਹੋਵੇ। ਠੀਕ ਹੈ, ਦੋ ਮਤਲਬ ਨਿਕਲਦੇ ਹੋਣ, ਐਂਬੀਗਸ ਹੋਵੇ, ਡਾਊਟ ਪੈਂਦਾ ਹੋਵੇ ਕੀ ਹੈ ਇਹਦਾ ਮੀਨਿੰਗ ਕੀ ਨਿਕਲਦਾ, ਉਹ ਵੀ ਹੈਗਾ ਜਿਹੜਾ ਐਵੀਡੈਂਸ ਦੇ ਵਿੱਚੋਂ ਐਕਸਕਲੂਡ ਕੀਤਾ ਗਿਆ। 94 ਚ ਕਿਹਾ ਐਕਸਕਲੂਜਨ ਆਫ ਐਵੀਡੈਂਸ ਅਗੇਂਸਟ ਐਪਲੀਕੇਸ਼ਨ द document to existing facts। एग्जाम्पल पढ़ो जी, ए सेल्स टू बी बाय डीड माई एस्टेट एट रामपुर कंटेनिंग 100 बीघा। ये कह रहा है अपने ही खिलाफ कोई डॉक्यूमेंट दिंदा है, झूठ बोलता है। एक्सक्लूजन ऑफ एविडेंस, वो जी एविडेंस है उन्होंने असीं एक्सक्लूड करते हैं एविडेंस के विचों, किहड़ी नूं अगेंस्ट एप्लीकेशन, जिहड़ा कोई व्यक्ति खुद ही पहला कहता है तो फिर खुद ही मुकरदा हैगा। जिवें कि ए ने कहा बी नूं भी मेरी रामपुर ਦੇ ਵਿੱਚ 100 बीघा ਜ਼ਮੀਨ ਹੈਗੀ ਹੈ। ठीक है, ए हैज एन एस्टेट रामपुर कंटेनिंग 100 बीघा ऑफ द लैंड
evidence may not be given of the fact that the state meat to be sold was one situated at different places. Evidence may not be given, ਇੱਥੇ evidence ਦੇਣ ਦੀ ਲੋੜ ਨਹੀਂ ਹੈਗੀ ਕਾਦੀ of the fact that the state meat to be sold was one situated at different places and different sizes. ਰਾਮਪੁਰ ਦੀ 100 ਵਿਕੀ ਦੀ ਗੱਲ ਕੀਤੀ ਗਈ ਹੈ, that is sufficient. ਫਿਰ ਇੱਥੇ ਆ ਕੇ ਕੋਈ ਬੰਦਾ ਪ੍ਰੂਫ ਦੇਵੇ ਮੇਰੀ ਤਾਂ ਜੀ ਉੱਥੇ ਉੱਥੇ ਅਲੱਗ-ਅਲੱਗ ਹੈਗੀ, ਉੱਥੇ ਹੈ ਪਹਿਲਾਂ ਨਿਮਕੜਾ ਹੈਗੀ ਹੈ, ਠੀਕ ਹੈ। ਇਹ ਜਿਹੜੀ ਸਟੇਟਮੈਂਟ ਹੈ ਐਕਸਕਲੂਡ ਕੀਤੀ ਗਈ ਹੈ। 95 ਦੇ ਵਿੱਚ evidence as to the document unmeaning, ਕੋਈ ਡਾਕੂਮੈਂਟ ਹੈ ਉਹਦਾ ਕੋਈ ਮੀਨਿੰਗ ਨਹੀਂ ਨਿਕਲਦਾ ਹੈਗਾ, ਠੀਕ ਹੈ, ਉਹਨੂੰ ਵੀ ਜਿਹੜਾ ਹੈਗਾ ਐਕਸਕਲੂਡ ਕੀਤਾ ਗਿਆ ਹੈ ਉਹਦੇ ਵਿੱਚੋਂ ਐਵੀਡੈਂਸ ਦੇਣ ਦੇ ਵਿੱਚ। ਜਿਵੇਂ ਕਿ ਇਹ evidence as to document unmeaning in the reference in existing facts. Example ਦੇਖੋਗੇ, A sells to B by deed my house in Calcutta. ਉਹ ਸੇਲ ਕਰਦਾ, ਡੀਡ ਲਿਖਦਾ, ਡੀਡ ਵਿੱਚ ਕੀ ਕਹਿੰਦਾ ਵੀ ਮੈਂ ਕੀ ਸੇਲ ਕਰ ਰਿਹਾ B ਨੂੰ, ਵੀ ਜਿਹੜਾ ਮੇਰਾ ਹਾਊਸ ਹੈ ਕਲਕੱਤੇ ਦੇ ਵਿੱਚ ਹੈ ਉਹ ਮੈਂ ਸੇਲ ਕਰ ਰਿਹਾ। ਇਹ ਹੈ no house in ਕਲਕੱਤਾ, ਠੀਕ ਹੈ, ਇਹਦੇ ਕੋਲੇ ਹਾਊਸ ਕਲਕੱਤੇ ਵਿੱਚ ਕੋਈ ਹੈ ਹੀ ਨਹੀਂ ਸੀਗਾ, but it appears that he had house at Howrah, ਪਰ ਇਹ ਪਤਾ ਲੱਗਦਾ ਵੀ ਉਹਦੇ ਕੋਲ ਜਿਹੜਾ ਹਾਊਸ ਸੀਗਾ ਉਹ ਹੌਰਾ ਦੇ ਵਿੱਚ ਸੀਗਾ, of which B had been in possession, ਜਿੱਥੇ B ਦਾ ਕਬਜ਼ਾ ਸੀਗਾ since the execution of the deed। ਇਸ ਕਰਕੇ ਫਿਰ ਉਹਨੇ ਜਿਹੜੀ ਹੈਗੀ ਹੈ deed ਬਤਾ ਲਈ। These facts may be proved to show that the deed relates to the house at Howrah। ਇਹ ਜਿਹੜੀ ਪ੍ਰੂਵ ਕਰਨੀ ਪਏਗੀ। These facts may be proved to show that the deed relates later to the house at Howrah। ਉਹਨੇ ਜਿਹੜੀ ਡੀਡ ਵਿੱਚ ਲਿਖਿਆ ਗਿਆ ਕਲਕੱਤਾ, ਠੀਕ ਹੈ, ਪਰ ਹਾਊਸ ਜਿਹੜਾ ਘਰ ਹੈਗਾ ਉਹਦੇ ਕੋਲ ਹੌਰਾ ਦੇ ਵਿੱਚ ਹੈਗਾ, ਉਹਨਾਂ ਨੂੰ ਪ੍ਰੂਵ ਕਰਨਾ ਪਏਗਾ ਵੀ ਮੇਰਾ ਹੌਰਾ ਵਿੱਚ ਘਰ ਹੈਗਾ ਜਾਂ ਨਹੀਂ ਹੈਗਾ। ਦੈਨ 96 ਦੇ ਵਿੱਚ ਕਿਹਾ ਗਿਆ ਇੰਪੋਰਟੈਂਟ ਹੈਗਾ evidence as to the application of the language which can apply to one only of several persons। evidence as to the application of language, language ਜਿਹੜੀ ਹੈਗੀ ਹੈ ਉਹਦਾ ਫਰਕ ਹੈਗਾ, ਕਹਿਣ ਦੇ ਵਿੱਚ ਤੇ ਸੁਣਨ ਦੇ ਵਿੱਚ ਡਿਫਰੈਂਸ ਹੈ ਥੋੜਾ। which can apply to one only of several persons। एग्जांपल पढ़ के देखो समझ आएगा। A agrees to sell B for ₹1000 my house white house। ਇਹ ਵੇਚ ਰਿਹਾ ਹੈ ਆਪਦਾ ਵਾਈਟ ਹਾਊਸ B ਨੂੰ 1000 ਰੁਪਏ ਦੇ ਵਿੱਚ। A has two white houses, ਹਾਊਸ ਦੇ ਉਹਦੇ ਦੋ ਨੇ, ਕੋਈ ਨੰਬਰ ਪਾਇਆ ਨਹੀਂ ਹੈਗਾ ਕਿਹੜਾ ਵੇਚ ਰਿਹਾ ਹੈਗਾ, ਠੀਕ ਹੈ। ਡੀਡ ਲਿਖੀ ਗਈ, ਐਗਰੀਮੈਂਟ ਲਿਖਿਆ ਗਿਆ ਵੀ ਜਿਹੜਾ ਵਾਈਟ ਹਾਊਸ ਵੇਚਿਆ ਹੈਗਾ B ਨੂੰ 1000 ਰੁਪਏ ਦੇ ਵਿੱਚ। A has two white houses। Evidence may be given of the facts which show which of them was meat। ਵਿੱਚ ਦਾ ਮਤਲਬ ਕਿਹੜਾ ਸੀ, ਕਿਹੜਾ ਵੇਚਿਆ ਗਿਆ, ਇਹਦੀ ਜਿਹੜੀ ਐਵੀਡੈਂਸ ਹੈ ਉਹ ਦੇਣੀ ਪਏਗੀ। ਦੇ ਵਿੱਚ evidence as to the application of language, ਇੱਥੇ ਫਿਰ ਉਹੀ ਗੱਲ ਕੀਤੀ ਗਈ ਹੈ। ਇਹਦੀ ਵੀ ਐਗਜ਼ਾਮਪਲ ਪੜ੍ਹ ਕੇ ਦਿਖਾਉਂਗੇ। A agrees to sell B my land at X in the occupation of Y। ਇਹ B ਨੂੰ ਵੇਚ ਰਿਹਾ ਹੈ ਆਪਣੀ ਜ਼ਮੀਨ X ਜਗ੍ਹਾ ਤੇ, ਕੋਈ ਪਿੰਡ ਦਾ ਨਾਮ ਹੈ X in the occupation of Y, ਜਿਹਨੂੰ ਕਿ ਕੋਈ ਵੱਖਰਾ ਕੋਈ ਹੋਰ ਵਿਅਕਤੀ ਬਾਹਰ ਹੈਗਾ ਜਿਹਨੂੰ Y ਕਿਹਾ ਗਿਆ ਇੱਥੇ। A has land at X but not in the occupation of Y। X ਪਿੰਡ ਦੇ ਵਿੱਚ ਉਹਦੀ ਜ਼ਮੀਨ ਤਾਂ ਹੈਗੀ ਹੈ ਪਰ ਉਹ Y ਦੇ ਕਬਜ਼ੇ ਵਿੱਚ ਨਹੀਂ ਹੈਗੀ, ਠੀਕ ਹੈ। And he has land in the occupation of Y but it is not at X। ਜੇ ਕੋਈ Y ਦੇ ਕਬਜ਼ੇ ਵਿੱਚ ਹੈਗੀ ਹੈ ਤਾਂ ਉਹ ਜਿਹੜੀ ਜ਼ਮੀਨ ਹੈ ਕਿਸੇ ਹੋਰ ਪਿੰਡ ਦੇ ਵਿੱਚ ਹੈਗੀ ਹੈ। Evidence may be given of the facts showing which he meant to sell। ਇੱਥੇ ਐਵੀਡੈਂਸ ਦੇਣੀ ਪਏਗੀ ਉਹਨੇ ਕਿਹੜੀ ਜ਼ਮੀਨ ਵੇਚੀ ਹੈਗੀ ਹੈ। 98 ਚ ਕਿਹਾ ਗਿਆ evidence as to the meaning of the eligible characters। Evidence may be given to show the meaning of the eligible or not commonly ineligible characters। ਇੱਥੇ ਐਗਜ਼ਾਮਪਲ ਫਿਰ ਪੜੋਗੇ ਤੁਸੀਂ। A sculptor ਕੋਈ ਮੂਰਤੀਕਾਰ ਹੈਗਾ agrees to sell B। ਥੋੜਾ ਫਰਕ ਹੈ ਸਾਰਿਆਂ ਦੇ ਵਿੱਚ, ਮੀਨਿੰਗ ਦੀ ਗੱਲ ਆ ਜਾਂਦੀ ਹੈ ਵੀ ਕੀ ਕਹਿਣਾ ਚਾਹੁੰਦਾ ਸੀ, ਕੀ ਕਿਹਾ ਗਿਆ। A sculptor ਮੂਰਤੀਕਾਰ agrees to sell B, B ਨੂੰ ਵੇਚਣਾ ਚਾਹੁੰਦਾ ਹੈ ਕਿ all my mods
ਆਲ ਮਾਈ ਮੋਡਸ, ਉਹਨੇ ਐਗਰੀਮੈਂਟ 'ਚ ਲਿਖ ਦਿੱਤਾ ਵੀ ਮੈਂ ਸਾਰੇ ਆਪਣੇ ਜਿਹੜੇ ਮੋਡਸ ਹੈਗੇ ਆ ਉਹ ਬੀ ਨੂੰ ਸੇਲ ਕਰ ਰਿਹਾ, ਕਿੰਨੇ ਪੈਚ ਕਰ ਰਿਹਾ ਉਹ ਵੱਖਰੀ ਗੱਲ ਹੈਗੀ ਹੈ। ਇਹ ਹੈਜ਼ ਬੋਥ ਮਾਡਲਸ, ਇਹ ਕੋਲੇ ਦੋ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਨੇ, ਕੀ ਹੈ, ਇੱਕ ਤਾਂ ਮਾਡਲਸ ਹੈਗੇ ਨੇ ਐਂਡ ਮਾਡਲਿੰਗ ਟੂਲਸ ਵੀ ਹੈਗੇ ਨੇ। ਇਹਨੂੰ ਸਾਰਿਆਂ ਨੂੰ ਮੋਡ ਕਿਹਾ ਜਾਂਦਾ ਹੈ, ਮਾਡਲਸ ਨੂੰ ਵੀ ਤੇ ਮਾਡਲਿੰਗ ਟੂਲਸ ਨੂੰ ਵੀ ਮੋਡਸ ਕਿਹਾ ਗਿਆ ਹੈ। ਐਵਰੀ ਐਵੀਡੈਂਸ ਮੇ ਬੀ ਗਿਵਨ ਟੂ ਸ਼ੋ ਵਿਚ ਹੀ ਨੀਡ ਟੂ ਸੈਲ, ਇਹ ਐਵੀਡੈਂਸ ਦੇਣੀ ਪਏਗੀ ਉਸਨੂੰ ਵੀ ਮੈਂ ਵੇਚਿਆ ਕੀ ਆ ਅਸਲ ਦੇ ਵਿੱਚ, ਮਾਡਲ ਵੇਚੇ ਨੇ ਜਾਂ ਮਾਡਲਿੰਗ ਟੂਲ ਵੇਚੇ ਹੈਗੇ ਆ, ਠੀਕ ਹੈ, ਇਹ ਉਹਨੂੰ ਐਵੀਡੈਂਸ ਦੇਣੀ ਪਏਗੀ। ਹੂ ਮੇ ਗਿਵ ਐਵੀਡੈਂਸ ਆਫ ਦਾ ਐਗਰੀਮੈਂਟ ਵੇਰਿੰਗ ਟਰਮਸ ਆਫ ਦਾ ਡਾਕੂਮੈਂਟ, ਛੱਡ ਦੋ ਜੀ, ਅੱਗੇ ਚੱਲੋ। ਬਰਡਨ ਆਫ ਪ੍ਰੂਫ, वेरी इंपॉर्टेंट है जी। बर्डन ऑफ प्रूफ सैक्शन 101 ਤੋਂ ਲੈ ਕੇ 110 ਤੱਕ ਅਸੀਂ ਪੜਾਂਗੇ। ਬਰਡਨ ਆਫ ਪ੍ਰੂਫ ਨਾਲ ਰਿਲੇਟਡ ਹੈਗੇ ਆ। ਬਰਡਨ ਆਫ ਪ੍ਰੂਫ ਇੰਪੋਰਟੈਂਟ ਚੈਪਟਰ ਹੈ, ਇਹਦੇ ਚੋਂ ਕੁਐਸਚਨ ਆਂਦਾ ਹੈਗਾ, ਠੀਕ ਹੈ। 101 ਤੋਂ ਲੈ ਕੇ 110 ਸੈਕਸ਼ਨਸ ਹੈਗੇ ਨੇ, ਇਕੱਠੇ ਪੜਾਂਗੇ ਅਸੀਂ। ਚੈਪਟਰ ਨੰਬਰ 7 ਬਰਡਨ ਆਫ ਪ੍ਰੂਫ। ਬਰਡਨ ਆਫ ਪ੍ਰੂਫ ਜਵਾਨੀ ਗੱਲ ਕਰਦੇ ਆ। ਬਰਡਨ ਆਫ ਪ੍ਰੂਫ ਕਿਹਦੀ ਤਲਾਈ ਕਰਦਾ ਹੈ? ਜਿਹੜਾ ਬੰਦਾ ਕੋਈ ਗੱਲ ਕਹਿੰਦਾ ਹੈ, ਠੀਕ ਹੈ, ਉਹੀ ਸਾਬਤ ਕਰਦਾ ਹੈ। when a person is bound to prove the existence of any fact, ਜਦੋਂ ਕੋਈ ਵਿਅਕਤੀ ਜਿਹੜਾ ਬਾਉਂਡ ਹੋ ਜਾਂਦਾ ਹੈ ਕੋਈ ਗੱਲ ਨੂੰ ਕਹਿਣ ਦੀ ਜਿਹੜੀ ਕਹੀ ਗੱਲ ਹੈ ਉਹਨੂੰ ਸਾਬਤ ਕਰਨ ਦੀ ਖਾਤਰ, ਜਦੋਂ ਕੋਈ ਵਿਅਕਤੀ ਬਾਉਂਡ ਹੋ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਆ? ਬਰਡਨ ਆਫ ਪ੍ਰੂਫ ਲਾਈਜ਼ ਔਨ ਦੈਟ ਪਰਸਨ। ਐਗਜ਼ਾਮਪਲ ਪੜੋ। A desires a court to give judgment that B shall be punished for a crime which A says B has committed. A desires, A ਕੋਰਟ ਨੂੰ ਕਹਿੰਦਾ ਹੈਗਾ ਵੀ ਜਿਹੜਾ B ਹੈ, B ਨੇ ਕੋਈ offense commit ਕੀਤਾ ਸੀਗਾ। A says B has committed, A must prove that B has committed the crime, ਤਾਂ A ਨੂੰ ਸਾਬਤ ਕਰਨਾ ਪਏਗਾ। ਜੇ A ਨੇ ਕਿਹਾ ਹੈਗਾ ਕੋਰਟ ਦੇ ਵਿੱਚ ਵੀ B ਨੇ ਪਹਿਲਾਂ ਕੋਈ offense commit ਕੀਤਾ ਹੈ, ਠੀਕ ਹੈ, ਤਾਂ ਜਿਹੜਾ ਸਾਬਤ ਕਰਨਾ ਪਏਗਾ A ਨੂੰ ਸਾਬਤ ਕਰਨਾ ਪਏਗਾ। A must prove that B has committed the crime, the burden of proof ਕਿਹਦੇ ਉੱਪਰ ਆ ਗਿਆ? A ਦੇ ਉੱਪਰ ਆ ਗਿਆ, ਕਿਉਂਕਿ A ਨੇ ਕਿਹਾ ਹੈਗਾ ਵੀ ਇਸਨੇ offense commit ਕੀਤਾ ਹੈਗਾ। ਨੈਕਸਟ ਹੈ ਸੈਕਸ਼ਨ 102 ਦੇ ਵਿੱਚ ਕੀ ਕਿਹਾ ਹੈਗਾ? on whom burden of proof lies, ਉਹੀ ਵਿਅਕਤੀ ਜੋ ਆਪਦੇ ਬਰਡਨ ਨੂੰ ਗੱਲ ਨਹੀਂ, ਜਿਹੜੇ ਜੇ ਉਹਨੇ ਗੱਲ ਕਹੀ, ਜਿਵੇਂ ਆਪਾਂ ਗੱਲ ਕਰਦੇ ਆ, ਇਹਨੇ ਕਿਹਾ ਵੀ A ਨੇ offense ਕੀਤਾ ਹੈ, ਇਹਨੇ ਕਿਹਾ ਵੀ B ਨੇ offense commit ਕੀਤਾ ਹੈਗਾ। ਜੇ ਹੁਣ ਇਹ ਆਪਣੀ ਕਹੀ ਹੋਈ ਗੱਲ ਨੂੰ ਸਾਬਤ ਨਹੀਂ ਕਰਦਾ ਤਾਂ ਫਿਰ ਉਹ ਫੇਲ ਹੋ ਜਾਂਦਾ, ਉਹਦੀ ਜਿਹੜੀ ਐਵੀਡੈਂਸ ਹੈ ਉਹ ਫੇਲ ਹੋ ਜਾਂਦੀ ਹੈ, ਜੇ ਐਵੀਡੈਂਸ ਨਹੀਂ ਦਿੰਦਾ ਹੈਗਾ, ਠੀਕ ਹੈ। ਇਸ ਨੈਕਸਟ ਹੈ 103 ਬਰਡਨ ਆਫ ਪ੍ਰੂਫ ਐਜ਼ ਟੂ ਦਾ ਪਾਰਟਿਕੂਲਰ ਫੈਕਟ। ਉਹ ਵਿਅਕਤੀ ਜਿਹੜਾ ਕੋਰਟ ਨੂੰ ਕੁਝ ਕਹਿਣਾ ਚਾਹੁੰਦਾ ਹੈ, ਪਰਸਨ ਹੂ ਵਾਂਟਸ ਟੂ ਸੇ ਸਮਥਿੰਗ ਟੂ ਦਾ ਕੋਰਟ, ਠੀਕ ਹੈ, ਪਰਸਨ ਹੂ ਵਿਸ਼ਸ ਦਾ ਕੋਰਟ ਟੂ ਬਲੀਵ ਇਨ ਇਟਸ ਐਗਜ਼ਿਸਟੈਂਸ, ਉਹ ਕਹਿੰਦਾ ਵੀ ਹਾਂ ਇਹ ਗੱਲ ਹੈਗੀ ਹੈ। ਇਹ ਪ੍ਰੋਸੀਕਿਊਟਸ B ਫॉर ਦਾ ਥੈਫਟ, ਇਹ ਪ੍ਰੋਸੀਕਿਊਟਸ B, ਇਹਨੇ ਦਾ ਇਹ B ਦੇ ਖਿਲਾਫ ਜਿਹੜਾ ਹੈਗਾ ਚੋਰੀ ਦਾ ਮੁਕੱਦਮਾ ਦਾਇਰ ਕੀਤਾ ਗਿਆ, ਐਂਡ ਵਿਸ਼ਸ ਦਾ ਕੋਰਟ ਟੂ ਬਲੀਵ ਦੈਟ B ਐਡਮਿਟਡ ਦਾ ਥੈਫਟ ਟੂ C, ਇਹ ਕਹਿੰਦਾ ਹੈ ਵੀ ਜਿਹੜਾ B ਹੈਗਾ ਉਸਨੇ C ਕੋਲੇ ਜਾ ਕੇ ਐਡਮਿਟ ਕੀਤਾ ਵੀ ਹਾਂ ਮੈਂ ਚੋਰੀ ਕੀਤੀ ਹੈ, ਠੀਕ ਹੈ। ਇਹ ਮਸਟ ਪ੍ਰੂਵ ਦਾ ਐਡਮਿਸ਼ਨ, ਜਿਹੜਾ A ਹੈਗਾ ਉਹ ਪ੍ਰੂਵ ਕਰੇਗਾ ਐਡਮਿਸ਼ਨ ਨੂੰ। B ਵਿਸ਼ਸ ਦਾ ਕੋਰਟ ਟੂ ਬਲੀਵ that at the time in question he was elsewhere, ਫਿਰ B ਕੀ ਕਹਿੰਦਾ? ਮੈਂ ਤਾਂ ਕਿਤੇ ਹੋਰ ਸੀਗਾ। ਤਾਂ ਫਿਰ ਜੇ ਕਿਤੇ ਹੋਰ ਸੀਗਾ ਉਹ, ਜੇ ਉਹਨੇ ਪ੍ਰੂਵ ਕਰ ਦਿੱਤਾ ਤਾਂ B ਪ੍ਰੂਵ ਕਰੇਗਾ ਵੀ ਮੈਂ ਕਿਤੇ ਹੋਰ ਸੀ, ਉਹ ਸਾਬਤ ਕਰੇਗਾ ਮੈਂ ਕਿੱਥੇ ਸੀਗਾ। then ਹੈਗਾ burden of proving fact to be proved to make evidence admissible। ਇਹਦੀ ਐਗਜ਼ਾਮਪਲ ਪੜੋਗੇ। A wishes to prove dying declaration by B, ਇਹ ਪ੍ਰੂਵ ਕਰਨਾ ਚਾਹੁੰਦਾ ਕੋਰਟ ਦੇ ਵਿੱਚ ਵੀ ਜਿਹੜਾ ਮਰਦਾ B ਜਦੋਂ ਮਰਨ ਵੇਲੇ ਉਹਨੇ ਕੋਈ ਡੈਕਲੇਰੇਸ਼ਨ ਦਿੱਤੀ ਸੀ, ਡਾਇੰਗ ਡੈਕਲੇਰੇਸ਼ਨ ਦਿੱਤੀ ਸੀ, ਸੈਕਸ਼ਨ 32 ਦੇ ਵਿੱਚ ਪਹਿਲਾਂ ਅਸੀਂ ਪੜ੍ਹ ਕੇ ਆਏ ਹਾਂ। ਇਹ ਮਸਟ ਪ੍ਰੂਵ B's ਡੈਥ, ਇਹਨੂੰ ਪ੍ਰੂਵ ਕਰਨਾ ਪਏਗਾ ਵੀ ਹਾਂ ਜਿਹੜਾ B ਹੈਗਾ ਉਹਦੀ ਡੈਥ ਹੋ ਚੁੱਕੀ ਹੈ, ਡੈਥ ਮਰਦੇ ਵੇਲੇ ਉਸਨੇ ਕੋਈ ਡਾਇੰਗ ਡੈਕਲੇਰੇਸ਼ਨ ਦਿੱਤੀ ਸੀਗੀ, ਠੀਕ ਹੈ। ਜਦੋਂ ਉਹ ਗੱਲ ਕਰਦਾ ਵੀ ਹਾਂ ਡੈਕਲੇਰੇਸ਼ਨ ਦੇ ਕੇ ਗਿਆ ਬੰਦਾ, ਤਾਂ ਨਾਲ ਇਹ ਵੀ ਸਾਬਤ ਕਰਨਾ ਪਏਗਾ ਵੀ ਉਹਦੀ ਡੈਥ ਹੋ ਚੁੱਕੀ ਹੈ। ਜੇ ਕਿਸੇ ਵਿਅਕਤੀ ਦੀ ਡੈਥ ਹੋ ਚੁੱਕੀ ਹੈ ਤਾਂ ਹੀ ਜਿਹੜੀ ਡਾਇੰਗ ਡੈਕਲੇਰੇਸ਼ਨ ਕਹੀ ਜਾ ਸਕਦੀ ਹੈ, ਉਹਦੇ ਕੋਲ ਦਿੱਤੀ ਗਈ ਸਟੇਟਮੈਂਟ ਨੂੰ ਡਾਇੰਗ ਡੈਕਲੇਰੇਸ਼ਨ ਤਦ ਹੀ ਕਹਿ ਸਕਦੇ ਹਾਂ ਆਪਾਂ। ਨੈਕਸਟ ਹੈਗਾ ਬਰਡਨ ਆਫ proving that case of accused comes within exceptions
ਕੁਝ ਵਿਅਕਤੀ ਜਿਹੜੇ ਹੈਗੇ ਨੇ ਜਿਨ੍ਹਾਂ ਪਰ ਜਿਹੜਾ ਬਰਡਨ ਆਫ ਪ੍ਰੂਫ ਹੈਗਾ ਉਹ ਲਾਗੂ ਨਹੀਂ ਹੁੰਦਾ, ਜਿਵੇਂ ਕੋਈ ਅਨਸਾਊਂਡ ਮਾਈਂਡ ਵਿਅਕਤੀ ਹੈਗਾ, ਠੀਕ ਹੈ। ਅਨਸਾਊਂਡ ਮਾਈਂਡ ਵਿਅਕਤੀ ਨੂੰ ਅਸੀਂ ਕਹਿ ਨਹੀਂ ਸਕਦੇ ਵੀ ਤੁਸੀਂ ਸਾਬਤ ਕਰੋ। ਇਹਦੀ ਐਗਜ਼ਾਮਪਲ ਕੀ ਹੈ? A accused of the murder, alleges that by reason of the unsoundness of mind he did not know the nature of the act. The burden of proof is on A. ਇਹ ਸਾਬਤ ਕਰੇਗਾ ਉੱਥੇ burden of proof proving that case accused comes within the exception. ਇੱਥੇ exception ਲੱਗੀ ਉਹਦੇ ਤੇ, ਕਿਉਂਕਿ exception ਅਸੀਂ ਪੜ੍ਹ ਕੇ ਆਏ ਹਾਂ ਪਿੱਛੇ ਵੀ ਕਿਹੜੇ ਕਿਹੜੇ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਤੇ ਜਿਹੜਾ ਮੁਕੱਦਮਾ ਨਹੀਂ ਚੱਲਦਾ ਹੈਗਾ। ਅਨਸਾਊਂਡਨੈਸ ਆਫ ਮਾਈਂਡ, ਲੂਨੈਟਿਕ, ਠੀਕ ਹੈ, ਇਦਾਂ ਦੇ ਕੁਝ ਵਿਅਕਤੀ ਹੈ ਜਿਹੜੇ ਹੈਗੇ ਆ। ਫਿਰ ਜਦੋਂ ਮੁਕੱਦਮਾ ਚੱਲਦਾ ਬਰਡਨ ਆਫ ਪ੍ਰੂਫ ਇਜ਼ ਔਨ ਏ। ਇਹ ਕਹਿੰਦਾ ਵੀ ਮੈਂ ਉਸ ਵੇਲੇ ਜਦੋਂ ਮੈਂ ਇਹ ਮਰਡਰ ਕੀਤਾ ਵੀ ਤੂੰ ਮਰਡਰ ਹੋਇਆ, ਮੈਂ ਤਾਂ ਅਨਸਾਊਂਡਨੈਸ ਮਾਈਂਡ ਸੀਗਾ, ਮੈਨੂੰ ਤਾਂ ਮੇਰਾ ਦਿਮਾਗ ਨਹੀਂ ਸੀ ਚੱਲਦਾ, ਮੈਂ ਤਾਂ ਉਸ ਵੇਲੇ ਠੀਕ ਨਹੀਂ ਸੀਗਾ ਫਿਜ਼ੀਕਲ ਮੈਂਟਲੀ ਤੌਰ ਤੇ। ਜਦੋਂ ਇਹ ਗੱਲ ਦੀ ਕੋਈ ਐਕਸੈਪਸ਼ਨ ਲੈਂਦਾ ਤਾਂ ਫਿਰ ਉਹ ਸਾਬਤ ਵੀ ਕਰੇਗਾ। 106 ਹੈ ਬਰਡਨ ਪ੍ਰੂਵਿੰਗ ਫੈਕਟ ਸਪੈਸ਼ਲੀ ਵਿਦ ਅ ਨੌਲੇਜ। ਜਿਸ ਵਿਅਕਤੀ ਨੂੰ ਕੋਈ ਨੌਲੇਜ ਹੁੰਦੀ ਹੈ ਤਾਂ ਜਿਹੜਾ ਬਰਡਨ ਆਫ ਪ੍ਰੂਫ ਹੈਗਾ ਉਹ ਵਿਅਕਤੀ ਪ੍ਰੂਵ ਕਰਦਾ ਹੈਗਾ। when any fact is especially within the knowledge of any person, the burden of proving that fact is upon the him. A is charged, example ਪੜਾਂਗੇ, A is charged with the traveling on a railway without a ticket. ਜਦੋਂ ਇਹ ਕੁਝ ਇਹਦੇ ਉੱਪਰ ਕੋਈ ਦੋਸ਼ ਹੈ ਵੀ ਉਹ without ticket ਰੇਲਵੇ ਵਿੱਚ ਸਫ਼ਰ ਕਰ ਰਿਹਾ ਸੀਗਾ, the burden of proving that he had a ticket is on him. ਤਾਂ ਜਿਹੜਾ ਹੈਗਾ burden of proof ਉਹਦੇ ਉੱਪਰ ਲਾਈ ਕਰਦਾ ਵੀ ਮੇਰੇ ਕੋਲ ਟਿਕਟ ਹੈਗੀ ਸੀਗੀ। ਇਹ ਤਾਂ ਉਹੀ ਦੱਸ ਸਕਦਾ ਨੌਲੇਜ ਉਸੇ ਨੂੰ ਹੈ ਵੀ ਟਿਕਟ ਲਈ ਸੀ ਉਹਨੇ ਜਾਂ ਨਹੀਂ ਲਈ ਸੀਗੀ। ਸੈਕਸ਼ਨ 107 ਕਿਆ ਬਰਡਨ ਆਫ ਪ੍ਰੂਵਿੰਗ ਡੈਥ ਆਫ ਪਰਸਨ ਨੋਨ ਟੂ ਹੈਵ ਬੀ ਅਲਾਈਵ ਵਿਦਿਨ 30 ਈਅਰ ਦੇ ਵਿੱਚ। ਇਹ ਵੀ ਇੰਪੋਰਟੈਂਟ ਹੈ। ਕੋਈ ਬੰਦਾ ਕਹਿੰਦਾ ਵੀ 30 ਈਅਰ ਦੇ ਵਿੱਚ ਮੈਂ ਉਹਨੂੰ ਦੇਖਿਆ, ਉਹ ਬੰਦਾ ਜਿੰਦਾ ਹੈਗਾ, ਠੀਕ ਹੈ, ਦੈਟ ਹੀ ਇਜ਼ ਡੈਡ। ਕੋਈ ਵਿਅਕਤੀ ਕਹਿੰਦਾ ਵੀ ਨਹੀਂ ਉਹ ਤਾਂ ਮਰ ਚੁੱਕਿਆ ਹੈਗਾ, ਠੀਕ ਹੈ, ਤਾਂ ਜਿਹੜੀ ਡੈਥ ਹੈਗੀ ਆ ਉਹ ਵਿਅਕਤੀ ਨੂੰ ਸਾਬਤ ਕਰਨੀ ਪਏਗੀ। ਜਿਹੜਾ ਕਹਿੰਦਾ ਵੀ ਇਹ ਮਰ ਚੁੱਕਿਆ ਤਾਂ ਉਹ ਸਾਬਤ ਕਰੇਗਾ ਇਹ ਡੈਥ ਨੂੰ। ਸੈਕਸ਼ਨ 108 ਦੇ ਵਿੱਚ ਕੀ ਕਿਹਾ ਗਿਆ? 7 ਸਾਲ ਤੋਂ ਕੋਈ ਬੰਦਾ ਜਿਹੜਾ ਲਾਪਤਾ ਹੈਗਾ, ਠੀਕ ਹੈ, ਉਹ ਸੇ ਅਲਾਈਵ, 7 ਸਾਲ ਤੋਂ ਕੋਈ ਬੰਦਾ ਲਾਪਤਾ ਹੈਗਾ, ਦੈਟ ਇਜ਼ ਪ੍ਰਜ਼ਿਊਮ ਟੂ ਬੀ ਡੈਡ। ਆਪਣੇ ਲਾਅ ਦੇ ਵਿੱਚ ਆਉਂਦਾ, ਆਪਾਂ ਦੇਖਦੇ ਵੀ ਹਾਂ ਸਾਰੇ ਜਿਹੜੇ ਇੰਤਕਾਲ ਦਰਜ ਕਰਦੇ ਆਪਾਂ ਇਖਰਾਜ਼ਨਾਮੇ ਦੇ, ਜਦੋਂ ਕੋਈ 7 ਸਾਲ ਤੋਂ ਬੰਦਾ ਲਾਪਤਾ ਹੋਵੇ ਉਹਦਾ ਨਾਮ ਇਖਰਾਜ਼ਨਾਮੇ ਦਾ ਇੰਤਕਾਲ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ, ਉਹ ਦਰਜ ਕੀਤਾ ਜਾਂਦਾ ਹੈ ਵਿਦ ਦਾ ਪਰਮਿਸ਼ਨ ਆਫ ਦਾ ਐਸਡੀਐਮ, ਠੀਕ ਹੈ। ਜੇ ਕੋਈ ਵਿਅਕਤੀ ਕਹੇ ਵੀ ਨਹੀਂ ਉਹ ਮਰਿਆ ਨਹੀਂ ਹੈਗਾ, ਜਿੰਦਾ ਹੈ, ਤਾਂ ਜਿਹੜਾ ਵਿਅਕਤੀ ਇਹ ਗੱਲ ਕਹਿੰਦਾ ਵੀ ਉਹ ਜਿੰਦਾ ਹੈ ਤਾਂ ਬਰਡਨ ਆਫ ਪ੍ਰੂਫ ਲਾਈਜ਼ ਔਨ ਦੈਟ ਪਰਸਨ who says the person is alive. Next section 9 ਕੀ ਕਿਹਾ ਗਿਆ? burden of proof as to the relationship. ਕੋਈ ਵਿਅਕਤੀ ਹੈਗੇ ਆ, ਕੋਈ ਰਿਲੇਸ਼ਨਸ਼ਿਪ ਹੈਗੇ ਆ, ਕੋਈ ਪਾਰਟਨਰਸ ਨੇ ਹੈਗੇ, ਕੋਈ ਲੈਂਡਲੌਰਡ ਤੇ ਟੈਨੈਂਟ ਹੈਗਾ, ਕੋਈ ਪ੍ਰਿੰਸੀਪਲ ਤੇ ਏਜੰਟ ਹੈਗਾ, ਠੀਕ ਹੈ। ਜੋ ਕੋਈ ਵਿਅਕਤੀ ਕਹਿੰਦਾ ਵੀ ਨਹੀਂ ਇਹ ਪਾਰਟਨਰ ਨਹੀਂ ਹੈਗੇ, ਇਹ ਜਿਹੜਾ ਲੈਂਡਲੌਰਡ ਤੇ ਟੈਨੈਂਟ ਨਹੀਂ ਹੈਗੇ, ਇਹ ਪ੍ਰਿੰਸੀਪਲ ਤੇ ਏਜੰਟ ਨਹੀਂ ਹੈਗੇ, ਤਾਂ burden of proof ਲਾਈ ਕਰੇਗਾ ਉਸ ਵਿਅਕਤੀ ਤੇ ਜਿਹੜਾ ਕਹਿੰਦਾ ਵੀ ਨਹੀਂ ਹੈਗੇ। ਸੈਕਸ਼ਨ 110 ਕਿਹਾ ਗਿਆ ਬਰਡਨ ਆਫ ਪ੍ਰੂਫ ਐਜ਼ ਟੂ ਦਾ ਓਨਰਸ਼ਿਪ। ਕੋਈ ਵਿਅਕਤੀ ਕਹਿੰਦਾ ਮੈਂ ਜ਼ਮੀਨ ਦਾ ਮਾਲਕ ਹੈਗਾ, ਠੀਕ ਹੈ, ਕੋਈ ਦੂਜਾ ਵਿਅਕਤੀ ਕਹਿੰਦਾ ਜਿਹੜੀ ਉਹਦੇ ਕਬਜ਼ੇ ਤੇ ਜ਼ਮੀਨ ਹੈਗੀ ਹੈ, ਦੂਜਾ ਵਿਅਕਤੀ ਕਹਿੰਦਾ ਵੀ ਨਹੀਂ ਇਹ ਜ਼ਮੀਨ ਦਾ ਮਾਲਕ ਨਹੀਂ ਹੈਗਾ। ਮੇਰਾ ਕੁਐਸਚਨ ਇਜ਼ ਵੈਦਰ ਐਨੀ ਪਰਸਨ ਇਜ਼ ਓਨਰ ਆਫ ਦਾ ਐਨੀਥਿੰਗ ਆਫ ਵਿਚ ਹੀ ਇਜ਼ ਸ਼ੋਨ, ਉਹਦੇ ਕਬਜ਼ੇ ਵਿੱਚ ਕੋਈ ਜ਼ਮੀਨ ਹੈਗੀ ਹੈ, ਕੋਈ ਥਾਂ ਹੈਗੀ ਹੈ ਜਾਂ ਕੋਈ ਹੋਰ ਕੋਈ ਚੀਜ਼ ਹੈਗੀ ਹੈ। ਦਾ ਬਰਡਨ ਆਫ ਪ੍ਰੂਵਿੰਗ ਦੈਟ ਹੀ ਇਜ਼ ਨਾਟ ਦਾ ਓਨਰ ਇਜ਼ ਔਨ ਦਾ ਪਰਸਨ who affirms that he is not the owner. ਜੇ ਕੋਈ ਵਿਅਕਤੀ ਕਹਿੰਦਾ ਨਹੀਂ ਇਹਦਾ ਮਾਲਕ ਨਹੀਂ ਹੈਗਾ, ਠੀਕ ਹੈ, ਮੇਰੇ ਕੋਲ ਕੋਈ ਘੜੀ ਬੰਨੀ ਵੀ ਹੈ ਜਾਂ ਮੇਰੇ ਕੋਈ ਰਿੰਗ ਪਾਈ ਵੀ ਹੈ, ਕੋਈ ਚੇਨ ਪਾਈ ਵੀ ਹੈ, ਠੀਕ ਹੈ, ਮੇਰੇ ਕਬਜ਼ੇ ਵਿੱਚ ਹੈਗੀ ਹੈ, ਮੈਂ ਉਹਦਾ ਮਾਲਕ ਹੈਗਾ। ਜੇ ਕੋਈ ਬੰਦਾ ਕਹਿੰਦਾ ਨਹੀਂ ਇਹਦਾ ਮਾਲਕ ਨਹੀਂ ਹੈਗਾ ਤਾਂ then he has to prove that he is not the owner of this particular thing. then ਹੈਗਾ ਸੈਕਸ਼ਨ 111 proof of good faith in the transaction. ਜੇ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ ਉਹਦੇ ਵਿੱਚ ਕੀ ਹੈਗਾ ਗੁੱਡ ਫੇਥ ਦੀ ਗੱਲ ਆ ਜਾਂਦੀ ਹੈ। ਕਿਸੇ ਵਿਅਕਤੀ ਨੇ ਕੋਈ ਚੀਜ਼ ਵੇਚੀ, ਦੂਜੇ ਨੇ ਖਰੀਦੀ, ਠੀਕ ਹੈ, ਜਦੋਂ ਵਿਅਕਤੀ ਅਨਨੋਨ ਹੋਣ ਫਿਰ ਤਾਂ ਗੁੱਡ ਫੇਥ ਦੀ ਗੱਲ ਨਹੀਂ ਆ ਜਾਂਦੀ। ਜਦੋਂ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਹੋਣ, ਕੋਈ ਇੱਕ ਕਲਾਇੰਟ ਹੋਵੇ, ਕੋਈ ਦੂਜਾ ਵਕੀਲ ਹੋਵੇ ਜਾਂ ਕੋਈ ਸਰਵੈਂਟ ਹੋਵੇ, ਕੋਈ ਦੂਜਾ ਮਾਲਕ ਹੋਵੇ ਜਾਂ ਕੋਈ ਇੱਦਾਂ ਦਾ ਕੋਈ ਆਪਸ 'ਚ ਇੱਕ ਦੂਜੇ ਦੀ ਗੁੱਡ ਫੇਥ ਦੀ ਗੱਲ ਆ ਜਾਂਦੀ ਹੈ। ਜੇ ਕੋਈ ਵਿਅਕਤੀ ਕਹਿੰਦਾ ਮੈਂ ਗੁੱਡ ਫੇਥ ਦੇ ਵਿੱਚ ਮੈਂ ਚੀਜ਼ ਪਰਚੇਜ ਕਰ ਲਈ ਪਰ ਇਹਨੇ ਮੈਨੂੰ ਗਲਤ ਦੇਤੀ, ਕੋਈ ਜਿਹੜਾ ਹੈਗਾ ਅਟੋਰਨੀ ਹੈ ਜਾਂ ਕੋਈ ਉਹਦਾ ਕਲਾਇੰਟ ਹੈਗਾ, ਕਲਾਇੰਟ ਜੇ ਕਹਿੰਦਾ ਜੇ ਅਟੋਰਨੀ ਕਹਿੰਦਾ ਵੀ ਮੈਂ ਗੁੱਡ ਫੇਥ ਦੇ ਵਿੱਚ ਇਹ ਚੀਜ਼ ਤੋਂ ਪਰਚੇਜ ਕੀਤੀ ਆ ਪਰ ਇਸ ਨੇ ਮੇਰਾ ਧੋਖਾ ਕੀਤਾ ਹੈਗਾ, ਤਾਂ ਗੁੱਡ ਫੇਥ ਸਾਬਤ ਕਰਨਾ ਪਏਗਾ ਉਸ ਵਿਅਕਤੀ ਨੂੰ ਜਿਹੜਾ ਹੈਗਾ ਜਿਹੜਾ ਕਹਿੰਦਾ
ਜਿਵੇਂ ਕਿ ਅਟਾਰਨੀ ਕਹਿੰਦਾ ਕਲਾਇੰਟ ਤੋਂ ਕੋਈ ਚੀਜ਼ ਪਰਚੇਜ ਕੀਤੀ ਹੈ ਤਾਂ ਗੁੱਡ ਫੇਥ ਜਿਹੜਾ ਕਹਿੰਦਾ ਗੁੱਡ ਫੇਥ ਹੈ ਦੈਟ ਹੀ ਹੈਜ਼ ਟੂ ਬੀ ਪ੍ਰੂਵਡ, ਉਸ ਨੂੰ ਪ੍ਰੂਵ ਕਰਨਾ ਪਏਗਾ। ਨੈਕਸਟ ਹੈਗਾ 112 ਬਰਥ ਡੂਰਿੰਗ ਮੈਰਿਜ ਕਨਕਲੂਸਿਵ ਪ੍ਰੂਫ ਆਫ ਦ ਲੈਜੀਟੀਮੇਸੀ। ਕਿਸੇ ਮੈਰਿਜ ਤੋਂ ਹਸਬੈਂਡ ਵਾਈਫ ਦੀ ਮੈਰਿਜ ਹੋ ਚੁੱਕੀ ਹੈ, ਠੀਕ ਹੈ, ਉਹਨਾਂ ਦੀ ਮੈਰਿਜ ਤੋਂ ਕੋਈ ਬੱਚਾ ਪੈਦਾ ਹੋਇਆ ਹੈਗਾ ਤਾਂ ਉਹ ਲੈਜੀਟੀਮੇਟ ਚਾਈਲਡ ਕਹਿਲਾਵੇਗਾ। ਪਰ ਜੇਕਰ ਕਦੋਂ ਤੱਕ ਕਹਿਲਾਵੇਗਾ 280 ਡੇਜ਼, ਜਦੋਂ ਉਹਨਾਂ ਦੀ ਕੋਈ ਆਪਸ ਦੇ ਵਿੱਚ ਕਿਤੇ ਅਣਬਣ ਹੋ ਗਈ, ਉਹ ਰਹਿਣ ਲੱਗੇ, ਠੀਕ ਹੈ, ਜਦ ਮੈਰਿਜ ਉਹਨਾਂ ਦੀ ਟੁੱਟ ਗਈ। ਮੈਰਿਜ ਟੁੱਟਣ ਤੋਂ ਬਾਅਦ ਵੀ 280 ਦਿਨ ਤੱਕ ਜੇਕਰ ਉਹ ਜਿਹੜੀ ਲੇਡੀ ਹੈਗੀ ਹੈ ਕੋਈ ਮੈਰਿਜ ਅਗਲੀ ਕੋਈ ਹੋਰ ਮੈਰਿਜ ਨਹੀਂ ਕਰਾ ਲੈਂਦੀ, ਠੀਕ ਹੈ, ਤਾਂ ਕੋਈ ਬੱਚਾ ਇਨ ਬਿਟਵੀਨ ਕੋਈ ਪੈਦਾ ਹੋਇਆ ਤਾਂ ਉਸ ਨੂੰ ਲੈਜੀਟੀਮੇਟ ਚਾਈਲਡ ਕਿਹਾ ਜਾਏਗਾ, ਲੈਜੀਟੀਮੇਟ ਚਾਈਲਡ। ਮਤਲਬ ਕਿ ਫੁੱਲ ਬਲੱਡ ਚਾਈਲਡ, ਇੱਕ ਹਾਫ ਬਲੱਡ ਚਾਈਲਡ ਹੁੰਦਾ ਹੈ, ਫੁੱਲ ਬਲੱਡ ਚਾਈਲਡ ਹੁੰਦਾ ਹੈ, ਉਹ ਕਿਹਾ ਜਾਏਗਾ ਉਸ ਨੂੰ। ਇਹ 280 ਡੇਜ਼ ਤੱਕ ਉਹ ਮੈਰਿਜ ਦੀ ਟੁੱਟਣ ਤੋਂ ਬਾਅਦ ਵੀ 280 ਦਿਨ ਤੱਕ ਕੋਈ ਕਿਤੇ ਉਹ ਹੋਰ ਸ਼ਾਦੀ ਨਹੀਂ ਕਰਾ ਲੈਂਦੀ ਤਾਂ। ਸਰ ਦੁਬਾਰਾ ਦੱਸਿਓ। ਮੰਨ ਲਓ ਕੋਈ ਹਸਬੈਂਡ ਵਾਈਫ ਨੇ, ਕਿਸੇ ਬੱਚੇ ਦੀ ਗੱਲ ਆ ਜਾਂਦੀ ਹੈ ਵੀ ਇਹ ਬੱਚਾ ਜਿਹੜਾ ਹੈਗਾ ਕਿਹਦਾ ਹੈ, ਬੱਚਾ ਤਾਂ ਹੈ ਇਲੈਸਟੀਮੇਟ ਹੈ, ਕੋਈ ਕਹਿੰਦਾ ਵੀ ਇਹ ਬੱਚਾ ਇਲੈਸਟੀਮੇਟ ਹੈ, ਕੋਈ ਕਹਿੰਦਾ ਲੈਜੀਟੀਮੇਟ ਹੈ, ਕੋਈ ਕਹਿੰਦਾ ਲੈਜੀਟੀਮੇਟ ਹੈ। ਕੁਐਸਚਨ ਹੀ ਹੈ ਕੋਰਟ ਦੇ ਵਿੱਚ ਬੱਚਾ ਲੈਜੀਟੀਮੇਟ ਹੈਗਾ ਜਾਂ ਲੈਜੀਟੀਮੇਟ ਹੈਗਾ। ਹਸਬੈਂਡ ਵਾਈਫ ਦੀ ਜਿਹੜੀ ਮੈਰਿਜ ਟੁੱਟ ਚੁੱਕੀ ਹੈਗੀ ਹੈ, ਜਾਇਜ਼ ਔਲਾਦ ਦੀ ਗੱਲ ਹੈ ਜੀ, ਜਾਇਜ਼ ਔਲਾਦ ਹੈਗੀ ਕਿ ਹਾਂਜੀ ਹਾਂ ਜਾਇਜ਼, ਚਲੋ ਹਾਂ ਲੈਜੀਟੀਮੇਟ ਪੰਜਾਬੀ ਦੇ ਲਿਸਟ ਪੰਜਾਬੀ ਚ ਕਹਿੰਦੇ ਆ ਵੀ ਜਿਹੜਾ ਬੱਚਾ ਹੈਗਾ ਇਹਨਾਂ ਪਾਰਟੀਆਂ ਦਾ ਹੀ ਹੈ, ਦੋਹਾਂ ਦਾ ਆਪਸ ਚ ਹਸਬੈਂਡ ਵਾਈਫ ਦਾ ਜਾਂ ਕਿਸੇ ਹੋਰ ਘਰ ਵਾਲੀ ਦਾ ਜਾਂ ਕਿਸੇ ਹੋਰ ਹਸਬੈਂਡ ਦਾ ਹੈਗਾ, ਜਿਹਨੂੰ ਅਸੀਂ ਲੈਜੀਟੀਮੇਟ ਕਹਿ ਦਿੰਦੇ ਹਾਂ। ਲੈਜੀਟੀਮੇਟ ਜਿਹੜਾ ਜਾਇਜ਼ ਬੱਚਾ ਹੁੰਦਾ ਹੈ, ਹਸਬੈਂਡ ਵਾਈਫ ਦਾ ਜਿਹੜਾ ਬੱਚਾ ਹੈ ਜੈਨੂਇਨ ਬੱਚਾ ਹੁੰਦਾ ਹੈ, ਇਹਨੂੰ ਫੁੱਲ ਬਲੱਡ ਕਹਿ ਦਿੰਦੇ ਹਾਂ ਅਸੀਂ, ਠੀਕ ਹੈ। ਜੇ ਕਿਤੇ ਉਹਦਾ ਕੁਐਸਚਨ ਹੁੰਦਾ ਹੈ ਤਾਂ ਜਦੋਂ ਹਸਬੈਂਡ ਵਾਈਫ ਦੀ ਮੈਰਿਜ ਹੋ ਚੁੱਕੀ ਹੁੰਦੀ ਹੈ, ਮੈਰਿਜ ਦੇ ਦੌਰਾਨ ਫਿਰ ਉਸ ਤੋਂ ਬਾਅਦ ਮੈਰਿਜ ਟੁੱਟ ਚੁੱਕੀ ਹੁੰਦੀ ਹੈ, ਮੈਰਿਜ ਟੁੱਟਣ ਤੋਂ ਬਾਅਦ ਵੀ ਜੇ 280 ਦਿਨ ਤੱਕ ਇਨ ਬਿਟਵੀਨ 280 ਦਿਨ ਦੇ ਵਿੱਚ ਬੱਚਾ ਪੈਦਾ ਹੋ ਜਾਂਦਾ ਹੈ, ਪਰ ਉਸਨੇ 280 ਦਿਨ ਤੱਕ ਕੋਈ ਫਰਦਰ ਕਿਤੇ ਮੈਰਿਜ ਨਹੀਂ ਕਰਾਈ ਹੋਈ ਹੁੰਦੀ ਤਾਂ ਉਸ ਬੱਚੇ ਨੂੰ ਪ੍ਰਜ਼ਿਊਮ ਕੀਤਾ ਜਾਂਦਾ ਹੈ ਦੈਟ ਇਜ਼ ਹੀ ਇਜ਼ ਏ ਲੈਜੀਟੀਮੇਟ ਚਾਈਲਡ, ਮਤਲਬ ਕਿ ਆਪਣੇ ਪਿਓ ਪੁੱਤ ਦਾ ਵਾਰਸ ਮੰਨਿਆ ਜਾਂਦਾ ਉਸ ਨੂੰ। 114 ਇਹਦੇ ਵਿੱਚ ਕੀ ਕਿਹਾ ਗਿਆ ਹੈ? 114 ਇਹ ਪ੍ਰਜੰਪਸ਼ਨ ਐਜ਼ ਟੂ ਦਾ ਐਬਸੈਂਸ ਆਫ ਕੰਸੈਂਟ ਇਨ ਦਾ ਸਰਟਨ ਪ੍ਰੋਸੀਕਿਊਸ਼ਨਸ। ਜੇ ਕਿਤੇ ਕੁਝ ਕੇਸਿਸ ਐਸੇ ਹੁੰਦੇ ਨੇ ਜਿਹਦੇ ਵਿੱਚ ਕੀ ਹੈਗਾ, ਜੇ ਕਿਸੇ ਕੋਈ ਜਿਹੜਾ ਪ੍ਰਜੰਪਸ਼ਨ ਐਜ਼ ਟੂ ਦਾ ਐਬਸੈਂਸ ਆਫ ਕੰਸੈਂਟ ਸਰਟਨ ਪ੍ਰੋਸੀਕਿਊਸ਼ਨਸ ਪ੍ਰਜ਼ੂਮ ਕੀਤੀ ਜਾਂਦੀ ਹੈ, ਕੰਸੈਂਟ ਨੂੰ ਐਬਸੈਂਟ ਮੰਨਿਆ ਜਾਂਦਾ ਹੈ ਵੀ ਕੰਸੈਂਟ ਨਹੀਂ ਦਿੱਤੀ ਗਈ ਹੈਗੀ। ਪ੍ਰਜੰਪਸ਼ਨ ਕੀਤਾ ਜਾਂਦਾ ਹੈ ਕੋਰਟ ਵੱਲੋਂ, ਪ੍ਰਜ਼ੂਮ ਕੀਤਾ ਜਾਂਦਾ ਹੈ ਵੀ ਜਿਹੜੀ ਕੰਸੈਂਟ ਹੈ ਨਹੀਂ ਦਿੱਤੀ ਗਈ। ਕਦੋਂ? ਜਿਵੇਂ ਕੋਈ ਰੇਪ ਦਾ ਕੇਸ ਹੁੰਦਾ ਹੈ, ਮੰਨ ਲਓ ਰੇਪ ਦੇ ਕੇਸ ਵਿੱਚ ਸੈਕਸ਼ੂਅਲ ਇੰਟਰਕੋਰਸ ਹੋਇਆ, ਠੀਕ ਹੈ, ਉੱਥੇ ਲੜਕੀ ਨੇ ਕਹਿਤਾ ਕੋਰਟ ਦੇ ਵਿੱਚ ਜਾ ਕੇ ਵੀ ਮੈਂ ਕੋਈ ਕੰਸੈਂਟ ਨਹੀਂ ਸੀ ਦਿੱਤੀ, ਉੱਥੇ ਪ੍ਰੂਵ ਕਰਨ ਦੀ ਲੋੜ ਨਹੀਂ ਪਏਗੀ ਵੀ ਹਾਂ ਇਹਨੇ ਕੰਸੈਂਟ ਦਿੱਤੀ ਸੀ ਜਾਂ ਨਹੀਂ ਦਿੱਤੀ ਸੀਗੀ। ਇਟ ਇਜ਼ ਪ੍ਰਜ਼ੂਮਡ, ਇਹਨੂੰ ਕੋਰਟ ਪ੍ਰਜ਼ੂਮ ਕਰੇਗੀ, ਮੰਨੇਗੀ। ਜਦੋਂ ਕੋਰਟ ਨੇ ਲੜਕੀ ਨੇ ਕਹਿਤਾ ਅੱਗੇ ਵੀ ਆਈ ਹੈਵ ਨਾਟ ਗਿਵਨ ਐਨੀ ਕੰਸੈਂਟ, ਇਟ ਇਜ਼ ਟੂ ਬੀ ਪ੍ਰਜ਼ੂਮਡ ਟੂ ਬੀ ਕੰਸੈਂਟ ਇਜ਼ ਨਾਟ ਗਿਵਨ, ਠੀਕ ਹੈ ਜੀ। ਅੱਗੇ ਆ ਗਿਆ ਚੈਪਟਰ ਐਸਟੋਪਲ, ਚੈਪਟਰ ਨੰਬਰ 8, 115, 16, 17 ਤਿੰਨ ਸੈਕਸ਼ਨਸ ਇਹਦੇ ਹੈਗੇ ਜੀ ਐਸਟੋਪਲ ਦੇ। ਇਹ ਤੁਸੀਂ ਐਗਜ਼ਾਮਪਲ ਪੜੋਗੇ ਪਹਿਲਾਂ। ਇਹ ਇੰਟੈਂਸ਼ਨਲੀ ਐਂਡ ਫਾਲਸਲੀ estoppel when one person has by his declaration, acts or omission intentionally caused or permitted another person to believe a thing। ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਕੋਈ ਬਲੀਵ ਕਰ ਲਵੇ ਕਿਸੇ ਗੱਲ ਨੂੰ, ਮੰਨ ਲਵੇ ਕਿਸੇ ਗੱਲ ਨੂੰ, ਉਹ ਬਾਅਦ ਵਿੱਚ ਕਹੀ ਜਾਵੇ, ਮੁੱਕੀ ਜਾਵੇ ਵੀ ਨਹੀਂ ਮੈਂ ਨਹੀਂ, ਠੀਕ ਹੈ, ਉਹ ਹੈਗਾ ਫਿਰ ਉਸ ਤੇ ਸਟਾਪ ਲੱਗ ਜਾਂਦਾ ਹੈਗਾ ਵੀ ਉਹ ਬਾਰ-ਬਾਰ ਇੱਕ ਗੱਲ ਜਦੋਂ ਉਹਨੇ ਕਹਿਤੀ ਮੰਨ ਲਈ ਤੇ ਦੁਬਾਰਾ ਆ ਕੇ ਕਹਿੰਦਾ ਵੀ ਮੈਂ ਮੁੱਕਰਦਾ ਹੈਗਾ ਨਹੀਂ, ਉਹ ਫਿਰ ਦੁਬਾਰਾ ਡਿਨਾਈ ਨਹੀਂ ਕਰ ਸਕਦਾ ਹੈਗਾ। ਇਹ ਇੰਟੈਂਸ਼ਨਲੀ ਐਗਜ਼ਾਮਪਲ ਪੜੋਗੇ, ਇਹ ਇੰਟੈਂਸ਼ਨ ਸਟਾਪਲ ਉਹਨੂੰ ਰੋਕਿਆ ਜਾਂਦਾ ਹੈ ਦੁਬਾਰਾ ਫਿਰ ਉਸ ਨੂੰ ਮੁੱਕਰਨ ਤੋਂ। ਜਿਹਦੀ ਉਹਨੇ ਗੱਲ ਇੱਕ ਵਾਰੀ ਐਡਮਿਟ ਕਰ ਲਈ ਤੇ ਦੁਬਾਰਾ ਕਹੇ ਵੀ ਨਹੀਂ ਮੈਂ ਨਹੀਂ ਮੰਨੂ, ਜਿਹੜੀ ਗੱਲ ਇੱਕ ਵਾਰੀ ਐਡਮਿਟ ਕਰ ਲਈ ਫਿਰ ਉਹ ਦੁਬਾਰਾ ਕਹਿੰਦਾ ਵੀ ਨਹੀਂ ਮੈਂ ਨਹੀਂ ਮੰਨਦਾ, ਤਾਂ ਉਹਨੂੰ ਰੋਕ ਦਿੱਤਾ ਜਾਂਦਾ, ਸਟਾਪ ਕਰ ਦਿੱਤਾ ਜਾਂਦਾ ਵੀ ਨਹੀਂ ਜਿਹੜੀ ਗੱਲ ਤੈਨੂੰ ਇੱਕ ਵਾਰੀ ਕਹੀ ਹੈਗੀ, ਐਡਮਿਟ ਕੀਤੀ ਹੈਗੀ ਹੈ, ਦੈਟ ਇਜ਼ ਰਾਈਟ, ਹੁਣ ਤੂੰ ਦੁਬਾਰਾ ਆ ਕੇ ਉਸ ਗੱਲ ਨੂੰ ਕੋਈ ਹੋਰ ਕੁਝ ਨਹੀਂ ਕਹਿ ਸਕਦਾ ਹੈਗਾ। A intentionally and falsely leads B to believe that certain land belongs to A। ਇਹ ਹੈਗਾ ਇੰਟੈਂਸ਼ਨਲੀ ਕਹਿੰਦਾ ਹੈ, ਫਾਲਸਲੀ ਕਹਿੰਦਾ ਹੈ, B ਨੂੰ ਕਹਿੰਦਾ ਹੈ, ਕੀ ਕਹਿੰਦਾ ਹੈ? certain land belongs to A, ਉਹ ਕਹਿੰਦਾ ਵੀ ਆਹ ਜ਼ਮੀਨ ਜਿਹੜੀ ਹੈਗੀ ਮੇਰੀ ਹੈਗੀ ਹੈ, and thereby induces B to buy and pay for it।
ਫਿਰ ਕੀ ਹੈਗਾ, ਉਹਦੇ ਨਾਲ ਸੌਦਾ ਕਰ ਲੈਂਦਾ ਹੈ, ਬੀ ਨੂੰ ਵੇਚ ਦਿੰਦਾ ਹੈ, ਉਹ ਤੋਂ ਪੈਸੇ ਵੀ ਲੈ ਲੈਂਦਾ ਹੈ। ਇਹ ਕਹਿ ਕੇ ਵੀ ਜ਼ਮੀਨ ਮੇਰੀ ਹੈ ਪਰ ਉਹਦੀ ਹੈ ਨਹੀਂ ਗੀ। The land afterwards becomes the property of A। ਬਾਅਦ 'ਚ ਹੁੰਦਾ ਕੀ ਹੈ, ਬਾਅਦ 'ਚੋਂ ਪ੍ਰੋਪਰਟੀ ਉਸੇ ਦੀ ਬਣ ਜਾਂਦੀ ਹੈ, ਕਿਸੇ ਸਕਸੈਸ਼ਨ 'ਚ ਆ ਗਈ ਜਾਂ ਕਿਸੇ ਕੋਰਟ ਕੇਸ ਜਿੱਤ ਕੇ ਆ ਗਈ ਜਾਂ ਕਿਸੇ ਵੀ ਤਰੀਕੇ ਨਾਲ ਆ ਗਈ। ਪਹਿਲਾਂ ਉਹਦਾ ਮਾਲਕ ਨਹੀਂ ਸੀਗਾ, ਉਹ ਝੂਠ ਬੋਲ ਕੇ ਬੀ ਨੂੰ ਕਹਿ ਰਿਹਾ ਸੀਗਾ ਵੀ ਮੈਂ ਤਾਂ ਮਾਲਕ ਹਾਂ। ਝੂਠ ਬੋਲ ਕੇ ਉਹਨੇ ਜਿਹੜੀ ਹੈਗੀ ਉਹਦੇ ਨਾਲ ਐਗਰੀਮੈਂਟ ਕਰ ਲਿਆ, ਉਹਨੂੰ ਸੇਲ ਕਰ ਦਿੱਤੀ ਪ੍ਰੋਪਰਟੀ। ਉਹ ਤੋਂ ਬੀ ਟੂ ਬਾਈ ਐਂਡ ਪੇ ਫॉर ਇਟ। ਬਾਅਦ ਦੇ ਵਿੱਚ ਕੀ ਹੈਗਾ, ਉਹ ਉਹਦਾ ਮਾਲਕ ਹੀ ਬਣ ਗਿਆ ਅਚਾਨਕ ਉਸੇ ਪ੍ਰੋਪਰਟੀ ਦਾ, ਜਿਹੜਾ ਏ ਸੀ ਮਾਲਕ ਬਣ ਗਿਆ। ਐਂਡ ਏ ਸੀਕਸ ਟੂ ਸੈਟ ਅਸਾਈਡ। ਹੁਣ ਕੀ ਕਹਿੰਦਾ ਹੈ, ਜਿਹੜਾ ਏ ਹੈ ਇਸੇ ਗੱਲ ਦੇ ਉੱਪਰ ਆ ਕੇ ਸੈਟ ਅਸਾਈਡ ਕਰਨਾ ਚਾਹੁੰਦਾ ਆਪਣੇ ਐਗਰੀਮੈਂਟ ਨੂੰ ਕਿ ਆਈ ਵਾਸ ਨਾਟ ਦਾ ਓਨਰ ਐਟ ਦੈਟ ਟਾਈਮ ਵੈਨ ਵੀ ਹੈਵ ਮੇਡ ਦਾ ਐਗਰੀਮੈਂਟ। ਅੱਗੇ ਹੁਣ ਇਹ ਗੱਲ ਕਹਿੰਦਾ ਹੈ ਵੀ ਜਿਹੜੀ ਮੈਂ ਉਸ ਵੇਲੇ ਤੇਰੇ ਨਾਲ ਐਗਰੀਮੈਂਟ ਕੀਤਾ ਸੀਗਾ, ਮੈਂ ਤਾਂ ਉਦੋਂ ਮਾਲਕ ਨਹੀਂ ਸੀਗਾ, ਮੈਂ ਤਾਂ ਮਾਲਕ ਹੁਣ ਬਣਿਆ ਹੈਗਾ। ਠੀਕ ਹੈ, ਉਹ ਇਸ ਗੱਲ ਤੇ ਉੱਪਰ ਆ ਕੇ ਉਸ ਜਿਹੜਾ ਐਗਰੀਮੈਂਟ ਹੈ ਉਹਨੂੰ ਸੈਟ ਅਸਾਈਡ ਕਰਨਾ ਚਾਹੁੰਦਾ ਹੈ। ਬਟ ਹੀ ਹੈਜ਼ ਸਟਾਪਡ ਬਾਈ ਦਾ ਐਕਟ ਆਫ ਸੈਕਸ਼ਨ 115 ਦੇ ਵਿੱਚ ਉਹਨੂੰ ਸਟਾਪ ਕੀਤਾ ਗਿਆ ਵੀ ਨਹੀਂ, ਜੋ ਤੈਨੇ ਪਹਿਲਾਂ ਕਿਹਾ ਸੀ ਮੈਂ ਮਾਲਕਾਂ ਤੇ ਤੂੰ ਹੁਣ ਵੀ ਜੇ ਮਾਲਕ ਬਾਅਦ 'ਚ ਮਾਲਕ ਬਣ ਗਿਆ, then you have to presume to the owner of that land। 115 16 17 'ਚ ਇਹੀ ਕੁਛ ਹੈਗਾ, ਹੋਰ ਕੁਛ ਨਹੀਂ ਹੈਗਾ ਇਹਦੇ ਵਿੱਚ। ਜਦੋਂ ਕੋਈ ਬੰਦਾ ਇੱਕ ਗੱਲ ਕਹਿ ਦਿੰਦਾ ਹੈਗਾ, ਬਾਅਦ 'ਚ ਉਸ ਨੂੰ ਗੱਲ ਤੋਂ ਜੇ ਮੁੱਕਰਦਾ ਤਾਂ ਨਹੀਂ, ਉਹ ਮੁੱਕਰ ਨਹੀਂ ਸਕਦਾ ਹੈਗਾ। ਨੈਕਸਟ ਹੈਗਾ ਚੈਪਟਰ ਨੰਬਰ 9 ਸੈਕਸ਼ਨ 118 ਤੋਂ ਲੈ ਕੇ 134 ਤੱਕ। 118 ਤੋਂ 134 ਇਹ ਵਿਟਨੈਸ ਦੇ ਸੰਬੰਧ ਵਿੱਚ ਹੈਗੇ ਨੇ, ਗਵਾਹ ਦੇ ਸੰਬੰਧ ਵਿੱਚ ਹੈਗੇ ਨੇ। ਹੂ ਮੇ ਟੈਸਟੀਫਾਈ, ਕੌਣ ਟੈਸਟੀਫਾਈ ਕਰ ਸਕਦਾ ਹੈ? ਵਿਟਨੈਸ ਹੂ ਅੰਡਰਸਟੈਂਡ ਐਜ਼ ਪਰ ਦਾ ਕੋਰਟ। ਉਹ ਵਿਅਕਤੀ ਗਵਾਹੀ ਦੇ ਸਕਦਾ ਹੈਗਾ ਜਿਹੜਾ ਕੋਰਟ ਦੇ ਮੁਤਾਬਕ ਸਮਝਦਾ ਹੋਵੇ, ਗੱਲ ਨੂੰ ਕਹਿ ਸਕਦਾ ਹੋਵੇ, ਸੁਣਦਾ ਹੋਵੇ, ਸਮਝਦਾ ਹੋਵੇ, ਬੋਲਦਾ ਹੋਵੇ, ਸੁਣਦਾ ਹੋਵੇ। ਠੀਕ ਹੈ, ਗੱਲ ਦੱਸ ਸਕਦਾ ਹੋਵੇ, ਕਹਿ ਸਕਦਾ ਹੋਵੇ, ਉਸ ਨੂੰ ਐਜ਼ ਏ ਵਿਟਨੈਸ ਜਿਹੜਾ ਹੈਗਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਉਹਦੀ ਗਵਾਹੀ ਲਈ ਜਾ ਸਕਦੀ ਹੈ। ਜੇ ਕੋਈ ਬੰਦਾ ਦੂਜੀ ਗੱਲ ਕਹੀ ਗਿਆ 119 ਦੇ ਵਿੱਚ ਕੋਈ ਡੰਬ ਹੈਗਾ, ਬੋਲਾ ਗੂੰਗਾ ਹੈਗਾ, ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਤਾਂ ਕੀ ਉਹਨੂੰ ਐਜ਼ ਏ ਵਿਟਨੈਸ ਲਿਆ ਜਾ ਸਕਦਾ ਕੋਰਟ ਦੇ ਵਿੱਚ? ਠੀਕ ਹੈ, ਉੱਥੇ ਕਿਹਾ ਗਿਆ ਇਹਦੇ ਵਿੱਚ ਵੀ ਹਾਂ ਲਿਆ ਤਾਂ ਜਾ ਸਕਦਾ ਹੈ, ਪਰ ਜਿਹੜੀ ਉਹਦੀ ਐਵੀਡੈਂਸ ਹੈ ਉਹ ਓਰਲ ਮੰਨੀ ਜਾਏਗੀ। ਉਹ ਰਿਟਨ ਦੇ ਵਿੱਚ ਜਾਂ ਸਾਈਨਾਂ ਦੇ ਰਾਹੀਂ ਕੋਈ ਗੱਲ ਸਮਝਾ ਸਕਦਾ ਹੈਗਾ, ਓਪਨ ਕੋਰਟ ਦੇ ਵਿੱਚ ਸਮਝਾ ਸਕਦਾ ਹੈਗਾ। ਜਿਹੜੀ ਗਵਾਹੀ ਹੈ ਡੰਬ ਦੀ ਤੇ ਗੂੰਗੇ ਬੋਲ ਦੀ ਜਿਹੜੀ ਗਵਾਹੀ ਹੈ ਕੋਰਟ ਦੇ ਵਿੱਚ ਹੋ ਸਕਦੀ ਹੈ। 120 ਦੇ ਵਿੱਚ ਕੀ ਕਿਹਾ ਗਿਆ ਕਿ ਪਾਰਟੀਆਂ ਕੋਈ ਦਾਵਾ ਚੱਲ ਰਿਹਾ ਹੈ, ਦੀਵਾਨੀ ਦਾਵਾ ਚੱਲ ਰਿਹਾ ਹੈ ਕੋਰਟ ਦੇ ਵਿੱਚ, ਕਿ ਉਹ ਪਾਰਟੀਆਂ ਆਪਦਾ ਜਿਹੜਾ ਗਵਾਹੀ ਆਪਦੇ ਕੇਸ 'ਚ ਆਪ ਦੇ ਸਕਦੀਆਂ ਨੇ, ਜਾਂ ਉਹਦੇ ਹਸਬੈਂਡ ਜਾਂ ਉਹਨਾਂ ਦੇ ਵਾਈਫ ਗਵਾਹ ਬਣ ਸਕਦੇ ਨੇ। ਉਹ ਕਹਿੰਦੇ ਬਣ ਸਕਦੇ ਨੇ ਇਸ ਕੇਸ ਦੇ ਵਿੱਚ, ਹਸਬੈਂਡ ਔਰ ਵਾਈਫ ਔਰ ਪਰਸਨ ਅੰਡਰ ਦਾ ਕ੍ਰਿਮੀਨਲ ਟ੍ਰਾਇਲ ਦੇ ਵਿੱਚ ਵੀ ਬਣ ਸਕਦੇ ਨੇ। ਠੀਕ ਹੈ, ਪਾਰਟੀਆਂ ਖੁਦ ਵੀ ਤੇ ਉਹਨਾਂ ਦੇ ਹਸਬੈਂਡ ਵਾਈਫ ਵੀ ਜਿਹੜੇ ਪਾਰਟੀਆਂ ਐਜ਼ ਏ ਵਿਟਨੈਸ ਕੇਸ ਦੇ ਵਿੱਚ ਬਣ ਸਕਦੇ ਹੈਗੇ ਆ। 121 'ਚ ਕੀ ਹੈਗਾ, ਜੱਜ ਐਂਡ ਮੈਜਿਸਟ੍ਰੇਟ। ਕੋਈ ਜੱਜ ਨੂੰ ਕਿਸੇ ਮੈਜਿਸਟ੍ਰੇਟ ਨੂੰ ਅਸੀਂ ਕਿਸੇ ਇੱਕ ਪਾਰਟੀ ਦੇ ਵਿੱਚ ਕਿਸੇ ਕੇਸ ਦੇ ਵਿੱਚ ਗਵਾਹ ਵਗੈਰਾ ਨਹੀਂ ਬਣਾ ਸਕਦੇ। ਇਹ ਗੱਲ ਕਹੀ ਗਈ ਹੈ, ਨੋ ਜੱਜ ਔਰ ਨੋ ਮੈਜਿਸਟ੍ਰੇਟ ਸ਼ੈਲ ਐਕਸੈਪਟ ਅਪਨ ਦਾ ਸਪੈਸ਼ਲ ਆਰਡਰ। ਜਦੋਂ ਕੋਈ ਸਪੈਸ਼ਲ ਆਰਡਰ ਕਿਸੇ ਹਾਇਰ ਕੋਰਟ ਦਾ ਨਾ ਹੋਵੇ ਜਿਹਦੀ ਕੋਰਟ ਦੇ ਅਧੀਨ ਉਹ ਕੰਮ ਕਰ ਰਿਹਾ ਹੋਵੇ, ਅਦਰਵਾਈਜ਼ ਕਿਸੇ ਕੇਸ ਦੇ ਵਿੱਚ ਉਸ ਨੂੰ ਵਿਟਨੈਸ ਨਹੀਂ ਬਣਾਇਆ ਜਾ ਸਕਦਾ, ਜੱਜ ਨੂੰ ਤੇ ਮੈਜਿਸਟ੍ਰੇਟ ਨੂੰ। ਫਿਰ ਕੀ ਕਿਹਾ ਗਿਆ ਇਹਦੇ ਵਿੱਚ? ਸਰ ਹੁਣ ਜਿੱਦਾਂ ਦਿੱਲੀ ਦੇ ਵਿੱਚ ਹੋਇਆ ਜੀ, ਜੱਜ ਦੇ ਸਾਹਮਣੇ ਚੱਲੀ ਗੋਲੀ, ਹਾਂ, ਉਸ ਦੇ ਵਿੱਚ ਕਿਆ ਉਹ ਵਿਟਨੈਸ ਜਿਹੜੇ ਹੈਗੇ ਹੋਣਗੇ ਜਾਂ ਨਹੀਂ ਹੋਣਗੇ? ਦੇਖੋ ਇਹ ਸਪੈਸ਼ਲ ਕੇਸ ਹੈਗਾ, ਬਿਲਕੁਲ ਸੈਪਰੇਟ ਹੈਗਾ। ਇਹਦੇ ਵਿੱਚ ਤਾਂ ਜੱਜ ਦੇ ਸਾਹਮਣੇ ਆਪ ਹੀ ਹੈਗਾ, ਜੱਜ ਦੇ ਸਾਹਮਣੇ। ਆਪਾਂ ਪਿੱਛੇ ਪੜ੍ਹ ਕੇ ਗਏ ਆ ਵੀ ਜੇਕਰ ਜੱਜ ਦੇ ਸਾਹਮਣੇ ਕੋਈ ਆਫੈਂਸ ਕਮਿਟ ਕੀਤਾ ਕਿਸੇ ਨੇ, ਠੀਕ ਹੈ, ਜੱਜ ਇਜ਼ ਅਥੋਰਾਈਜ਼ਡ ਟੂ ਅਰੈਸਟ ਦਾ ਪਰਸਨ। ਇੱਥੇ ਵਿਟਨੈਸ ਦੀ ਗੱਲ ਕਰੀ ਗਿਆ, ਇੱਥੇ ਵਿਟਨੈਸ ਤਾਂ ਰਹੀ ਨਹੀਂ, ਇਹਦਾ ਜੱਜ ਦੇ ਸਾਹਮਣੇ ਹੈ। ਠੀਕ ਹੈ, ਜੱਜ ਨੂੰ ਜੇ ਉਸ ਬੰਦੇ ਨੂੰ ਅਰੈਸਟ ਕਰਨ ਦਾ ਅਧਿਕਾਰ ਵੀ ਹੈਗਾ, ਇੱਥੇ ਜੱਜ ਦੀ ਕੋਰਟ ਦੇ ਵਿੱਚ ਆਫੈਂਸ ਕਮਿਟ ਕੀਤਾ ਗਿਆ, ਇਹ ਸੈਪਰੇਟ ਇਸ਼ੂ ਆ ਗਿਆ। ਤਾਂ ਜੱਜ ਵੱਲੋਂ ਹੀ ਜਿਹੜੀ ਹੈਗੀ FIR ਲੌਂਚ ਕਰਾਈ ਜਾ ਸਕਦੀ ਹੈ ਇਸ ਕੇਸ ਦੇ ਵਿੱਚ। ਵਿਟਨੈਸ ਕੀ ਜੱਜ ਤਾਂ ਮਤਲਬ ਕਿ ਪ੍ਰੋਸੀਕਿਊਸ਼ਨ ਵਿਟਨੈਸ ਤੋਂ ਵੀ ਜਿਹੜਾ ਇਨਫੋਰਮਰ ਹੋ ਸਕਦਾ ਇੱਥੇ ਜੱਜ। ਨੈਕਸਟ ਹੈਗਾ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ ਆਪਾਂ। ਕਮਿਊਨੀਕੇਸ਼ਨਸ ਡਿਊਰਿੰਗ ਦਾ ਮੈਰਿਜ। ਕੋਈ ਵਿਅਕਤੀ ਮੈਰਿਜ ਦੇ ਦੌਰਾਨ ਕੋਈ ਗੱਲ ਕਿਸੇ ਵਿਅਕਤੀ ਨੇ ਕਹੀ ਹੈ, ਹਸਬੈਂਡ ਨੇ ਵਾਈਫ ਨੂੰ ਕਹੀ ਜਾਂ ਵਾਈਫ ਨੇ ਹਸਬੈਂਡ ਨੂੰ ਕਹੀ, ਨੋ ਪਰਸਨ, ਉਹ ਕੋਈ ਬਾਉਂਡ ਨਹੀਂ ਹੈਗਾ। ਮੈਰਿਜ ਦੇ ਦੌਰਾਨ ਕਿਸੇ ਨੂੰ ਕੋਈ ਵਿਅਕਤੀ ਨੂੰ ਕੋਈ ਗੱਲ ਕਹੀ ਗਈ ਹੈ, ਉਸ ਸਪੀਡ ਦੇ ਵਿੱਚ ਉਹਨੂੰ ਡਿਸਕਲੋਜ਼ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਉਹਦੇ ਵਾਸਤੇ, ਉਹ ਜਾ ਕੇ ਡਿਸਕਲੋਜ਼ ਕਰੇ ਕਿਸੇ ਥਾਂ ਤੇ ਵੀ ਇਹਨੂੰ ਕੀ ਕਿਹਾ ਗਿਆ ਸੀਗਾ। ਠੀਕ ਹੈ, ਉਹ ਬਾਉਂਡ ਨਹੀਂ ਹੈਗਾ। ਨੋ ਪਰਸਨ ਹੂ ਇਜ਼ ਔਰ ਹੈਜ਼ ਬੀਨ ਮੈਰਿਡ shall be compelled to disclose any communication।
made to him during the marriage by any person to whom he or has been married। ਇੱਕ ਦੂਜੇ ਵਿਅਕਤੀ ਨੂੰ, ਹਸਬੈਂਡ ਹੈ ਵਾਈਫ ਨੂੰ, ਵਾਈਫ ਹੈ ਹਸਬੈਂਡ ਨੂੰ, ਜੇ ਕੋਈ ਗੱਲ ਕਹੀ ਗਈ ਹੈ ਉਸ ਵੇਲੇ that is a special time, ਠੀਕ ਹੈ, ਉਸ ਨੂੰ ਡਿਸਕਲੋਜ਼ ਕਰਨਾ ਕੋਈ ਜ਼ਰੂਰੀ ਨਹੀਂ ਹੁੰਦਾ। ਵੀ ਕਿਤੇ ਕੇਸ ਦੇ ਦੌਰਾਨ, ਕਿਸੇ ਕੋਰਟ ਕੇਸ ਦੇ ਦੌਰਾਨ ਆ ਕੇ ਕੋਈ ਮੁਕੱਦਮਾ ਚੱਲ ਰਿਹਾ ਹੈਗਾ ਤਾਂ ਉੱਥੇ ਕੋਈ ਉਸ ਨੂੰ ਕੰਪੈਲ ਕਰੇ ਵੀ ਨਹੀਂ ਦੱਸ ਤੂੰ ਉੱਥੇ ਤੈਨੂੰ ਕੀ ਕਿਹਾ ਸੀਗਾ, ਉਸ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ। ਐਵੀਡੈਂਸ ਐਜ਼ ਅਫੇਅਰਸ ਆਫ ਦਾ ਸਟੇਟ, ਇਸੇ ਤਰੀਕੇ ਜਿਹੜੇ ਸਟੇਟ ਦੇ ਅਫੇਅਰਸ ਹੈਗੇ ਨੇ, ਠੀਕ ਹੈ, ਕੋਈ ਵਿਅਕਤੀ ਕੰਮ ਕਰ ਰਿਹਾ, ਆਫੀਸ਼ੀਅਲ ਡਿਊਟੀ ਤੇ ਕੰਮ ਕਰ ਰਿਹਾ ਹੈਗਾ, ਕੋਈ ਸਟੇਟ ਦੇ ਐਸੇ ਅਫੇਅਰਸ ਹੈਗੇ ਨੇ ਜਿਹੜੇ ਅਜੇ ਅਨਪਬਲਿਸ਼ ਨੇ, ਪਬਲਿਸ਼ ਨਹੀਂ ਹੋਏ, ਪਬਲਿਕ ਡਾਕੂਮੈਂਟ ਨਹੀਂ, ਕੋਈ ਗੈਜ਼ਟ ਨਹੀਂ ਹੋਈ, ਕੋਈ ਨੋਟੀਫਿਕੇਸ਼ਨ ਨਹੀਂ ਹੋਇਆ, ਉਹਨਾਂ ਨੂੰ ਵੀ ਤੁਸੀਂ ਕੋਈ ਵਿਅਕਤੀ, ਕੋਈ ਕੋਰਟ ਉਹਨਾਂ ਨੂੰ ਕੰਪੈਲ ਨਹੀਂ ਕਰ ਸਕਦੀ, ਦੂਜੀ ਪਾਰਟੀ ਕੋਈ ਕੰਪੈਲ ਨਹੀਂ ਕਰ ਸਕਦੀ ਵੀ ਦੱਸੋ, ਠੀਕ ਹੈ, ਕਿਸੇ ਆਫੀਸ਼ੀਅਲ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ। ਇਸ ਤਰੀਕੇ 124 ਕੀ ਆਫੀਸ਼ੀਅਲ ਕਮਿਊਨੀਕੇਸ਼ਨਸ, ਕੋਈ ਆਫੀਸ਼ੀਅਲ ਕਮਿਊਨੀਕੇਸ਼ਨ ਹੋਈ ਹੈ, ਨੋ ਪਬਲਿਕ ਆਫੀਸਰ ਸ਼ੈਲ ਬੀ ਕੰਪੈਲਡ, ਉਹਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ ਡਿਸਕਲੋਜ਼ ਕਰਨ ਦੀ ਖਾਤਰ ਵੀ ਡਿਸਕਲੋਜ਼ ਕਰੋ ਕੀ ਕਮਿਊਨੀਕੇਸ਼ਨ ਹੋਈ ਹੈ। ਮੇਡ ਟੂ ਹਿਮ ਇਨ ਆਫੀਸ਼ੀਅਲ ਕਾਨਫੀਡੈਂਸ, ਕੋਈ ਕੌਨਫੀਡੈਂਸ਼ੀਅਲ ਮੈਟਰ ਹੈਗਾ, ਠੀਕ ਹੈ, ਉਸ ਮੈਟਰ ਨੂੰ ਡਿਸਕਲੋਜ਼ ਨਹੀਂ ਕੀਤਾ ਕਰਨ ਦੇ ਲਈ ਅਸੀਂ ਕੰਪੈਲ ਨਹੀਂ ਕਰ ਸਕਦੇ। ਦੈਨ 125 ਦੇ ਵਿੱਚ ਕੀ ਹੈ, ਇਨਫੋਰਮੇਸ਼ਨ ਐਜ਼ ਟੂ ਦਾ ਕਮਿਸ਼ਨ ਆਫ ਅਫੈਂਸ, no magistrate or police officer shall be compelled to say, ਕੋਈ ਮੈਜਿਸਟ੍ਰੇਟ ਨੂੰ ਜਾਂ ਕਿਸੇ ਪੁਲਿਸ ਆਫੀਸਰ ਨੂੰ ਕੋਈ ਕਮਿਊਨੀਕੇਸ਼ਨ ਹੋਈ ਹੈ, ਕੋਈ ਇਨਫੋਰਮੇਸ਼ਨ ਮਿਲੀ ਹੈ, ਠੀਕ ਹੈ, ਜਾਂ ਕਿ ਰੈਵਨਿਊ ਆਫੀਸਰ ਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ ਕਿਸੇ ਲੈਂਡ ਰੈਵਨਿਊ ਦੇ ਸੰਬੰਧ ਵਿੱਚ, ਠੀਕ ਹੈ, ਉੱਥੇ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ ਵੀ ਤੁਹਾਨੂੰ ਇਨਫੋਰਮੇਸ਼ਨ ਕਿਆ ਮਿਲੀ ਹੈ। ਇਸੇ ਤਰੀਕੇ 126 ਹੈ ਪ੍ਰੋਫੈਸ਼ਨਲ ਕਮਿਊਨੀਕੇਸ਼ਨ, ਕੋਈ ਬਰਿਸਟਰ ਹੈ, ਕੋਈ ਵਕੀਲ ਹੈ, ਕੋਈ ਐਡਵੋਕੇਟ ਹੈ, ਕੋਈ ਪਲੀਡਰ ਹੈਗਾ, ਠੀਕ ਹੈ, ਉਹਨਾਂ ਦੀ ਆਪਸ ਦੇ ਵਿੱਚ ਕੋਈ ਕਮਿਊਨੀਕੇਸ਼ਨ ਹੁੰਦੀ ਹੈ, ਆਪਦੇ ਕਲਾਇੰਟ ਦੇ ਨਾਲ ਕੋਈ ਕਮਿਊਨੀਕੇਸ਼ਨ ਹੁੰਦੀ ਹੈ, ਠੀਕ ਹੈ, ਕੀ ਕਮਿਊਨੀਕੇਸ਼ਨ ਹੋਈ ਕੀ ਨਹੀਂ ਹੋਈ, ਠੀਕ ਹੈ, ਉਹਨੂੰ ਕੀ ਹੈਗਾ ਕੰਪੈਲ ਨਹੀਂ ਕੀਤਾ ਜਾ ਸਕਦਾ ਵੀ ਉਹਦੇ ਕਲਾਇੰਟ ਨੇ ਕੀ ਕਿਹਾ ਸੀਗਾ ਜਾਂ ਉਹਦੇ ਵਕੀਲ ਨੇ ਉਹਨੂੰ ਕੀ ਕਿਹਾ, ਕਲਾਇੰਟ ਨੂੰ ਕੀ ਕਿਹਾ, ਐਸੀ ਕੋਈ ਕਮਿਊਨੀਕੇਸ਼ਨ ਜਿਹੜੀ ਹੈਗੀ ਹੈ ਆਪਸ ਦੇ ਵਿੱਚ ਉਹ ਕੌਨਫੀਡੈਂਸ਼ੀਅਲ ਕਮਿਊਨੀਕੇਸ਼ਨ ਹੁੰਦੀ ਹੈ। ਕੌਨਫੀਡੈਂਸ਼ੀਅਲ ਕਮਿਊਨੀਕੇਸ਼ਨ ਨੂੰ ਡਿਸਕਲੋਜ਼ ਕਰਨ ਦੇ ਲਈ ਕਿਸੇ ਵੀ ਵਿਅਕਤੀ ਨੂੰ, ਜਿਵੇਂ ਇਹ ਦੱਸਿਆ ਗਿਆ ਆਪਾਂ ਇਹਦੇ ਵਿੱਚ, ਕੰਪੈਲ ਨਹੀਂ ਕੀਤਾ ਜਾ ਸਕਦਾ ਕੋਰਟ ਦੇ ਵਿੱਚ। ਇਸ ਤਰੀਕੇ 127 ਚ ਕਿਹਾ ਹੈ ਇੰਟਰਪ੍ਰੇਟਰ, ਇੰਟਰਪ੍ਰੇਟਰ ਕੌਣ ਹੁੰਦਾ ਹੈ, ਇੰਟਰਪ੍ਰੇਟਰਸ ਸੈਕਸ਼ਨ 126 ਟੂ ਅਪਲਾਈ ਟੂ ਦਾ ਇੰਟਰਪ੍ਰੇਟਰ, ਕੋਈ ਵਕੀਲ ਹੈ, ਵਕੀਲ ਦਾ ਕੋਈ ਕਲਰਕ ਹੈ, ਕੋਈ, ਠੀਕ ਹੈ, ਉਹਦਾ ਕੋਈ ਜਾਂ ਕੋਈ ਇੰਟਰਪ੍ਰੇਟਰ ਹੈ, ਕੋਈ ਉਹਦੀ ਟ੍ਰਾਂਸਲੇਸ਼ਨ ਕਰਦਾ ਹੈ ਜਾਂ ਕੋਈ ਉਹਨੂੰ ਸਮਝਾਉਂਦਾ ਹੈਗਾ, ਉਹਨੂੰ ਵੀ ਅਸੀਂ ਕੰਪੈਲ ਨਹੀਂ ਕਰ ਸਕਦੇ। ਜੇ ਕੋਈ ਵਕੀਲ ਦੇ ਨਾਲ ਕੰਮ ਕਰਦਾ ਹੈ, ਉਹਨੂੰ ਕੋਈ ਇਨਫੋਰਮੇਸ਼ਨ ਉਹਦੇ ਕਿਸੇ ਕਲਾਇੰਟ ਨੇ ਦਿੱਤੀ, ਕਿਸੇ ਐਡਵੋਕੇਟ ਦੇ ਕਲਾਇੰਟ ਨੇ, ਕਿਸੇ ਬਰਿਸਟਰ ਦੇ ਕਲਾਇੰਟ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ, ਉਹਦੇ ਕਲਰਕ ਨੂੰ ਦਿੱਤੀ ਹੈਗੀ ਹੈ, ਤਦ ਵੀ ਉਹ ਕਲਰਕ ਜਿਹੜਾ ਬਾਉਂਡ ਨਹੀਂ ਹੈਗਾ ਕਿਸੇ ਕੋਰਟ ਵਿੱਚ ਜਾ ਕੇ ਉਹ ਜਿਹੜੀ ਡਿਸਕਲੋਜ਼ ਕਰਨ ਦੇ ਲਈ। 130 ਚ ਕੀ ਹੈਗਾ, ਪ੍ਰੋਡਕਸ਼ਨ ਆਫ ਟਾਈਟਲ ਡੀਡਸ ਆਫ ਦਾ ਵਿਟਨੈਸ ਨਾਟ ਪਾਰਟੀ, ਕਿਸੇ ਵਿਟਨੈਸ ਨੂੰ ਜਦੋਂ ਕੋਈ ਕੇਸ ਦੇ ਸੰਬੰਧ ਵਿੱਚ ਉਹ ਕਿਸੇ ਕੋਰਟ ਦੇ ਵਿੱਚ ਗਿਆ ਹੈਗਾ, ਠੀਕ ਹੈ, ਉਹਨੂੰ ਉਹਦੀ ਕੋਈ ਪ੍ਰਾਪਰਟੀ ਦੇ ਸੰਬੰਧ ਵਿੱਚ, ਕੋਈ ਪ੍ਰਾਪਰਟੀ ਦੇ ਸੰਬੰਧ ਵਿੱਚ ਕੋਈ ਡੀਡ ਉਹ ਤੋਂ ਨਹੀਂ ਲਈ ਜਾ ਸਕਦੀ, ਆਪਦੀ ਡੀਡ, ਕੋਈ ਉਹਦੀ ਪਰਸਨਲ ਡੀਡ, ਠੀਕ ਹੈ, ਗਿਆ ਤਾਂ ਉਹ ਗਵਾਹੀ ਦੇ ਵਾਸਤੇ ਹੈ, ਕਿਸੇ ਕੇਸ ਗਵਾਹੀ ਦੇਣ ਲਈ ਗਿਆ ਹੈਗਾ, ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕੋਰਟ ਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਡੀਡ ਹੈ, ਆਪਣੀ ਓਨਰਸ਼ਿਪ ਦੀ ਕੋਈ ਡੀਡ ਹੈ, ਕੋਈ ਰਜਿਸਟਰੀ ਹੈ, ਉਹ ਲਿਆ ਕੇ ਕੋਰਟ ਦੇ ਵਿੱਚ ਦੇਵੋ। 131 ਕੀ ਹੈ, ਪ੍ਰੋਡਕਸ਼ਨ ਆਫ ਦਾ ਡਾਕੂਮੈਂਟ ਵਿਚ ਅਨਦਰ ਪਰਸਨ, ਜਦੋਂ ਕਿਸੇ ਵਿਅਕਤੀ ਦੇ ਹੋਰ ਦੇ ਕਬਜ਼ੇ ਵਿੱਚ ਹੈਗੀ ਹੈ ਕੋਈ ਡਾਕੂਮੈਂਟ, ਠੀਕ ਹੈ, ਪਰ ਜਿਹੜਾ ਅਸਲ ਵਿਅਕਤੀ ਹੈ ਜਿਹਦੇ ਕਬਜ਼ੇ ਵਿੱਚ ਹੋਣੀ ਚਾਹੀਦੀ ਸੀ, ਜੇ ਉਹ ਪ੍ਰੋਡਿਊਸ ਨਹੀਂ ਕਰਨਾ ਚਾਹੁੰਦਾ ਕੋਰਟ ਦੇ ਵਿੱਚ, ਤਾਂ ਜਿਹਦੇ ਕਬਜ਼ੇ ਵਿੱਚ ਹੈਗੀ ਹੈ ਤਾਂ ਉਹ ਵੀ ਪ੍ਰੋਡਿਊਸ ਨਹੀਂ ਕਰ ਸਕਦਾ। ਨੋ ਪੋਜੈਸ਼ਨ, no production। 132 ਚ ਕੀ ਕਿਹਾ ਗਿਆ, no excuse to the witness not excused from answering on the ground that answer will criminate, ਕੋਈ ਵਿਟਨੈਸ ਹੈਗਾ, ਠੀਕ ਹੈ, ਉਹ ਜਦੋਂ ਵਿਟਨੈਸ ਦੀ ਗਵਾਹੀ ਹੋ ਰਹੀ ਹੈ, ਕ੍ਰਾਸ ਐਗਜ਼ਾਮੀਨੇਸ਼ਨ ਹੋ ਰਹੀ ਹੈ, ਤਾਂ ਕੋਈ ਗੱਲ ਇੱਥੇ ਆ ਕੇ ਪਹੁੰਚ ਜਾਂਦੀ ਹੈ ਵੀ ਜੇ ਉਹ ਉਸ ਦਾ ਜਵਾਬ ਦਿੰਦਾ ਤਾਂ ਉਹ ਜਿਹੜੀ ਕੋਈ ਗੱਲ ਹੈਗੀ ਆ ਤਾਂ ਉਹਨੂੰ ਮਤਲਬ ਕਿ ਉਹਦੇ ਨਾਲ ਉਹਦਾ ਕ੍ਰਾਈਮ ਸਾਬਤ ਹੋ ਜਾਂਦਾ, ਉਹਦਾ ਖੁਦ ਦਾ ਕ੍ਰਾਈਮ ਸਾਬਤ ਹੋ ਜਾਂਦਾ ਕਿਸੇ ਕੇਸ ਦੇ ਵਿੱਚ। ਜਦੋਂ ਆਪਾਂ ਕਿਸੇ ਵਿਟਨੈਸ ਨੂੰ ਹੋਸਟਾਈਲ ਡਿਕਲੇਅਰ ਕਰਦੇ ਹਾਂ ਵੀ ਇਹ ਤਾਂ ਹੈਗਾ ਹੈਪਚੁਅਲ ਹੈਗਾ, ਇਹ ਤਾਂ ਗਵਾਹੀਆਂ ਦੇਣ ਦਾ ਹੈਪਚੁਅਲ ਹੈਗਾ, ਇਹ ਤਾਂ ਕੰਮ ਇੱਦਾਂ ਦੇ ਕਰਦਾ ਹੈਗਾ ਤਾਂ ਪੈਸੇ ਲੈ ਕੇ ਗਵਾਹੀਆਂ ਦਿੰਦਾ ਹੈਗਾ, ਜਦੋਂ ਇਹਦੇ ਕੇਸ ਵਿੱਚ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਹੁੰਦੀ ਹੈ ਉਸ ਵਕੀਲ ਵੱਲੋਂ ਕਿਸੇ ਵਿਟਨੈਸ ਦੀ, ਤਾਂ ਜਦੋਂ ਵਿਟਨੈਸ ਦੇ ਖਿਲਾਫ ਹੀ ਗਵਾਹੀ ਜਾਣ ਲੱਗ ਜਾਵੇ ਤਾਂ ਵਿਟਨੈਸ ਨੂੰ ਮਤਲਬ ਕਿ ਕ੍ਰਿਮੀਨਲ ਸਾਬਤ ਕਰਨ ਲੱਗ ਜਾਵੇ ਤਾਂ ਉਸਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਤੂੰ ਗਵਾਹੀ ਨਾ ਦੇ। ਜੇ ਕ੍ਰਿਮੀਨਲ ਸਾਬਤ ਉਹਦੇ ਕ੍ਰਾਈਮ ਉਹਦੇ ਖਿਲਾਫ ਸਾਬਤ ਹੁੰਦਾ ਹੈ ਪਰ ਉਹ ਗਵਾਹੀ ਉਹਨੂੰ ਦੇਣੀ ਪਏਗੀ ਜਿਹੜੀ ਗਵਾਹੀ ਉਹਦੇ ਵੱਲੋਂ ਦਿੱਤੀ ਜਾ ਰਹੀ ਹੈਗੀ ਹੈ। ਕੋਈ ਬਹਾਨਾ ਨਹੀਂ ਹੈਗਾ ਕਿਉਂਕਿ ਉਹ ਵਿਟਨੈਸ ਇਹ ਨਹੀਂ ਕਹਿ ਸਕਦਾ ਵੀ ਜੇ ਮੈਂ ਇਹ ਗੱਲ ਕਹਿਣਾ ਤਾਂ ਮੇਰੇ ਖਿਲਾਫ ਜਾਂਦੀ ਹੈਗੀ ਹੈ, ਨਹੀਂ, ਉਹਨੂੰ ਕੋਈ ਐਕਸਕਿਊਜ਼ ਨਹੀਂ ਹੋਏਗਾ ਇੱਥੇ। ਦੈਨ ਐਕੰਪਲਿਸ, ਸਾਥੀ,
ਕਿਸੇ ਨੇ ਕੋਈ ਮੁਜਰਮ, ਕਿਸੇ ਨੇ ਕੋਈ offense commit ਕੀਤਾ, ਠੀਕ ਹੈ, ਜੇ ਉਹਦਾ ਕੋਈ ਸਾਥੀ ਹੈਗਾ ਤਾਂ ਉਹ sufficient person ਹੈਗਾ accused ਦਾ, ਮਤਲਬ ਕਿ ਉਹਦੇ witness ਹੈਗਾ, competent witness ਕਹਾਂਗੇ ਉਸਨੂੰ। ਕਿਸੇ accused ਦਾ ਕੋਈ ਸਾਥੀ ਜੇ ਉਹਦੇ ਖਿਲਾਫ ਕੋਈ ਆ ਕੇ ਗਵਾਹੀ ਦਿੰਦਾ ਹੈ ਤਾਂ ਅਸੀਂ ਉਸਨੂੰ ਕੰਪੀਟੈਂਟ ਵਿਟਨੈਸ ਕਹਾਂਗੇ। ਇਹ ਨਹੀਂ ਕਹਿ ਸਕਦੇ ਵੀ ਉਹਦੀ ਗਵਾਹੀ ਮੰਨਣਯੋਗ ਨਹੀਂ ਹੈ, ਉਹਦੀ ਗਵਾਹੀ ਮੰਨਣਯੋਗ ਹੁੰਦੀ ਹੈਗੀ ਆ। ਸਰ 126 ਤੇ 129 ਚ ਕੀ ਮਾਈਨਰ ਕੀ ਫਰਕ ਹੈ ਇਹਦੇ ਵਿੱਚ? ਲੀਗਲ ਐਡਵਾਈਜ਼ਰ ਜਾਂ ਬੈਰਿਸਟਰ ਹੈ ਜਾਂ ਉਹ ਪਤਾ ਕੀ ਹੈ, ਜਿਹੜਾ ਇਹ ਐਕਟ ਬਣਿਆ, ਮੈਂ ਦੱਸਦਾ ਨਾ, ਜਿਹੜਾ ਇਹ ਐਕਟ ਬਣਿਆ ਹੈਗਾ ਨਾ 26 ਜੀ ਪ੍ਰੋਫੈਸ਼ਨਲ ਕਮਿਊਨੀਕੇਸ਼ਨ, ਐਡਵੋਕੇਟ, ਅਟਾਰਨੀ, ਪਲੀਡਰ ਤੇ ਕਲਾਇੰਟ ਦੀ ਗੱਲ ਕੀਤੀ ਗਈ ਹੈ। ਬੈਰਿਸਟਰ, ਅਟਾਰਨੀ, ਪਲੀਡਰ, ਠੀਕ ਹੈ। 126 129 ਕੌਨਫੀਡੈਂਸ਼ੀਅਲ ਕਮਿਊਨੀਕੇਸ਼ਨ ਵਿਦ ਲੀਗਲ ਐਡਵਾਈਜ਼ਰਸ, ਕੋਈ ਫਰਕ ਨਹੀਂ ਹੈਗਾ ਜੀ, ਮਾੜਾ ਮੋਟਾ ਹੀ ਡਿਫਰੈਂਸ ਹੋ ਸਕਦਾ ਹੈ। ਨਹੀਂ ਕੋਈ ਫਰਕ ਨਹੀਂ ਹੈਗਾ, ਕਿਉਂਕਿ ਮੈਂ ਦੱਸਦਾ ਨਾ, ਨਹੀਂ ਇਹ ਕੌਨਫੀਡੈਂਸ਼ੀਅਲ ਜਿਹੜੀ ਹੈਗੀ ਉਹ ਮਾਊਂਟ ਨਹੀਂ ਹੈਗਾ ਕੋਈ ਸਟੇਟਮੈਂਟ ਦੇਣ ਦੀ ਖਾਤਰ। ਇਹਦੇ ਚ ਕੀ ਹੈਗਾ, ਜਿਹੜੇ ਇਹ ਲਾਅ ਹੈਗਾ, ਲਾਅ ਬਣਿਆ ਪਿਆ ਹੈ, ਇਹ ਲਾਅ ਬਣਿਆ ਹੋਇਆ ਬ੍ਰਿਟਿਸ਼ ਲਾਅ ਬਣਿਆ ਪਿਆ ਹੈ। ਬ੍ਰਿਟਿਸ਼ ਦੇ ਵਿੱਚ ਕੋਈ ਹੋਰ ਨਾਮ ਹੈਗੇ ਆ, ਇੰਡੀਆ 'ਚ ਕੋਈ ਹੋਰ ਨਾਮ ਹੈਗੇ ਆ, ਇਸ ਕਰਕੇ ਕੋਈ ਨਾ ਕੋਈ ਮਾੜਾ ਮੋਟਾ ਫਰਕ ਹੈਗਾ ਨਾਮਾਂ ਦਾ। ਬ੍ਰਿਸਟਰ ਕਹਿੰਦੇ ਆਪਾਂ, ਬ੍ਰਿਸਟਰ ਆਪਾਂ ਹਾਂ ਸੇਮ ਹੀ ਹੈ। ਬ੍ਰਿਸਟਰ ਆਪਾਂ ਉਰੇ ਇੰਡੀਆ 'ਚ ਕੋਈ ਬ੍ਰਿਸਟਰ ਨਹੀਂ ਕਹਿੰਦਾ, ਫੋਰਨ 'ਚ ਬ੍ਰਿਸਟਰ ਕਿਹਾ ਜਾਂਦਾ ਹੈ, ਇੱਥੇ ਐਡਵੋਕੇਟ ਕਿਹਾ ਜਾਂਦਾ ਹੈ। ਇਸ ਕਰਕੇ ਸਾਰੀਆਂ ਗੱਲਾਂ ਨੂੰ ਕਵਰ ਕਰਨ ਦੀ ਖਾਤਰ ਕੋਈ ਨਾ ਕੋਈ ਸੈਕਸ਼ਨ ਜੇ ਕਿਤੇ ਰਹਿ ਜਾਂਦੀ ਹੈ ਉਹ ਬਣਾ ਦਿੱਤੀ ਜਾਂਦੀ ਹੈ। ਠੀਕ ਹੈ ਸਰ, ਥੈਂਕ ਯੂ। ਨੈਕਸਟ ਆ ਗਿਆ ਸੈਕਸ਼ਨ ਚੈਪਟਰ ਨੰਬਰ 10, ਸੈਕਸ਼ਨ 135 ਤੋਂ 166 ਤੱਕ ਇਹਦੇ ਹੈਗੇ ਆ ਐਗਜ਼ਾਮੀਨੇਸ਼ਨ ਆਫ ਵਿਟਨੈਸ। ਜਿਹਦੇ ਵਿਟਨੈਸ ਨੇ ਉਹਨਾਂ ਦੀ ਐਗਜ਼ਾਮੀਨੇਸ਼ਨ ਕਿਵੇਂ ਹੁੰਦੀ ਹੈ, ਉਹਨਾਂ ਦੀ ਗਵਾਹੀ ਕਿਵੇਂ ਹੁੰਦੀ ਹੈ। ਆਰਡਰ ਆਫ ਪ੍ਰੋਡਕਸ਼ਨ ਐਂਡ ਐਗਜ਼ਾਮੀਨੇਸ਼ਨ ਆਫ ਦਾ ਵਿਟਨੈਸ। Order of production and examination of witness. The order in which witnesses are produced and examined shall be regulated by the law and practice for the time being relating to the civil or criminal proceedings. 36 क्या है, judges to decide as the admissibility of evidence. जज ने डिसाइड करना है कि जी एविडेंस हैगी है एडमिसिबल हैगी या नहीं हैगी ਕਿਸੇ ਵਿਅਕਤੀ ਦੀ ਐਵੀਡੈਂਸ। ਦੈਨ ਆ ਜੋ ਮੇਨ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਇਹ ਹੈਗਾ ਸੈਕਸ਼ਨ ਹੈਗਾ 137, 137, 138, 139, 140, 41, 42। ਇਹ 142 ਤੱਕ ਇਕੱਠੇ ਹੈਗੇ ਜੀ ਸਾਰੇ ਦੇ ਸਾਰੇ। ਇਹਦੇ ਚ ਕੀ ਕਿਹਾ ਗਿਆ ਦੇਖੋ, ਸੁਣੋ ਧਿਆਨ ਨਾਲ। ਐਗਜ਼ਾਮੀਨੇਸ਼ਨ ਚੀਫ ਜਦੋਂ ਕੋਈ ਵਿਟਨੈਸ ਆਂਦਾ ਹੈ, ਜਿਸ ਬੰਦੇ ਨੇ ਜਿਸ ਪਾਰਟੀ ਨੇ ਵਿਟਨੈਸ ਨੂੰ ਬੁਲਾਇਆ, ਠੀਕ ਹੈ, ਜਦੋਂ ਉਹ ਆਪਦੀ ਗਵਾਹੀ ਕਰਾਂਦਾ ਹੈ ਤਾਂ ਉਸ ਨੂੰ ਐਗਜ਼ਾਮੀਨੇਸ਼ਨ ਚੀਫ ਕਹਿੰਦੇ ਆ। ਫਿਰ ਉਸ ਵਿਅਕਤੀ ਦੀ ਜਦੋਂ ਗਵਾਹੀ ਦੂਜੀ ਪਾਰਟੀ ਲੈਂਦੀ ਹੈ, ਦੂਜੀ ਪਾਰਟੀ ਦਾ ਵਕੀਲ ਲੈਂਦਾ ਹੈ, ਠੀਕ ਹੈ, ਉਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਹੈ। ਫਿਰ ਜਦੋਂ ਜਿਸ ਪਾਰਟੀ ਨੇ ਬੁਲਾਇਆ ਹੈ ਹੁੰਦਾ ਹੈ, ਦੁਬਾਰਾ ਫਿਰ ਉਸ ਪਾਰਟੀ ਦਾ ਵਕੀਲ ਉਹਦੀ ਐਗਜ਼ਾਮਿਨ ਕਰਦਾ ਉਸਨੂੰ, ਤਾਂ ਉਹਨੂੰ ਰੀ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਹੈ। 138 ਚ ਕੀ ਕਿਹਾ ਗਿਆ, ਆਰਡਰ ਆਫ ਐਗਜ਼ਾਮੀਨੇਸ਼ਨ, ਵਿਟਨੈਸ ਸ਼ੈਲ ਬੀ ਫਸਟ ਐਗਜ਼ਾਮਿਨ ਇਨ ਚੀਫ। ਜਦੋਂ ਪਹਿਲੀ ਵਾਰ ਉਹਨੂੰ ਬੁਲਾਇਆ ਜਾਂਦਾ ਹੈ ਤਾਂ ਉਹਦੀ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ। ਫਿਰ ਜੇਕਰ ਦੂਜੀ ਪਾਰਟੀ ਦੇ ਵਕੀਲ ਕੋਲ ਸਮਾਂ ਹੁੰਦਾ ਹੈ ਤਾਂ ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਨਾਲ ਦੀ ਨਾਲ ਹੋ ਜਾਂਦੀ ਹੈ। ਪਰ ਜੇਕਰ ਦੂਜੀ ਪਾਰਟੀ ਕੋਲ ਸਮਾਂ ਨਹੀਂ ਹੁੰਦਾ ਤਾਂ ਉਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਦੇ ਲਈ ਦੁਬਾਰਾ ਕੋਰਟ ਵੱਲੋਂ ਬੁਲਾਇਆ ਜਾਂਦਾ ਹੈਗਾ। ਇਸੇ ਤਰੀਕੇ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਹੋ ਜਾਂਦੀ ਹੈ, ਫਿਰ ਜਿਹੜੀ ਉਸ ਵਿਅਕਤੀ ਦੀ ਹੈਗੀ ਡਾਇਰੈਕਸ਼ਨ ਫਾਰ ਦਾ ਰੀ ਐਗਜ਼ਾਮੀਨੇਸ਼ਨ, ਉਸ ਤੋਂ ਰੀ ਐਗਜ਼ਾਮੀਨੇਸ਼ਨ ਵੀ ਉਹਦੀ ਕੀਤੀ ਜਾ ਸਕਦੀ ਹੈ ਉਸੇ ਪਾਰਟੀ ਵੱਲੋਂ ਜਿਸ ਪਾਰਟੀ ਨੇ ਉਹਨੂੰ ਬੁਲਾਇਆ ਹੁੰਦਾ ਹੈ। ਦੈਨ 139 ਚ ਕੀ ਕਿਹਾ, ਕ੍ਰਾਸ ਐਗਜ਼ਾਮੀਨੇਸ਼ਨ ਆਫ ਦਾ ਪਰਸਨ ਕਾਲਡ ਟੂ ਪ੍ਰੋਡਿਊਸ ਇਹ ਡਾਕੂਮੈਂਟ। ਕ੍ਰਾਸ ਐਗਜ਼ਾਮੀਨੇਸ਼ਨ ਆਫ ਪਰਸਨ ਕਾਲਡ ਟੂ ਪ੍ਰੋਡਿਊਸ ਇਹ ਡਾਕੂਮੈਂਟ। ਜਦੋਂ ਕਿਸੇ ਵਿਅਕਤੀ ਨੂੰ ਕੋਈ ਡਾਕੂਮੈਂਟ ਪ੍ਰੋਡਿਊਸ ਕਰਨ ਲਈ ਬੁਲਾਇਆ ਜਾਂਦਾ ਹੈ ਤਾਂ ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਹੁੰਦੀ ਹੈਗੀ, ਕਿਉਂਕਿ ਉਹ ਕੋਈ ਵਿਟਨੈਸ ਨਹੀਂ ਹੈਗਾ, ਉਹਦੇ ਕੋਲ ਕੋਈ ਕਬਜ਼ੇ ਕੋਈ ਡਾਕੂਮੈਂਟ ਸੀਗਾ, ਡਾਕੂਮੈਂਟ ਪੇਸ਼ ਕਰਨ ਲਈ ਗਿਆ ਹੈਗਾ, ਠੀਕ ਹੈ। ਇਹਦੇ 139 ਚ ਕਿਹਾ ਗਿਆ ਵੀ ਨੋ, ਠੀਕ ਹੈ, a person summoned to produce a document does not become a witness। ਉਹ ਵਿਟਨੈਸ ਨਹੀਂ ਹੁੰਦਾ, ਉਹ ਤਾਂ ਕਿਸੇ ਪਬਲਿਕ ਡਾਕੂਮੈਂਟ ਨੂੰ ਪ੍ਰੋਡਿਊਸ ਕਰਨ ਲਈ ਗਿਆ ਹੈਗਾ। ਬਾਈ ਮੀਅਰ ਫੈਕਟ ਦੈਟ ਜੇ ਤੱਕ ਉਹਨੂੰ ਵਿਟਨੈਸ ਬਣਾਇਆ ਗਿਆ ਦਾਅਵੇ ਦੇ ਵਿੱਚ ਫਿਰ ਗੱਲ ਵੱਖਰੀ ਹੈ, ਪਰ ਜੇ ਉਹਨੂੰ ਵਿਟਨੈਸ ਨਹੀਂ ਬਣਾਇਆ ਗਿਆ, ਉਹਨੂੰ ਸਪੈਸ਼ਲੀ ਇਕੱਲੇ ਡਾਕੂਮੈਂਟ ਪੇਸ਼ ਕਰਨ ਲਈ ਬੁਲਾਇਆ ਗਿਆ ਤਾਂ ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਹੁੰਦੀ।
Witness to characters. Witness to character may be cross-examined and re-examined. ਲੀਡਿੰਗ ਕੁਐਸਚਨ ਕੀ ਹੁੰਦੇ ਨੇ? ਲੀਡਿੰਗ ਕੁਐਸਚਨ ਇਹ ਹੁੰਦੇ ਨੇ ਜਦੋਂ ਕੁਐਸਚਨ ਦਾ ਆਪ ਹੀ ਕੁਐਸਚਨ ਕਰਦੇ ਵਕੀਲ ਤੇ ਆਪ ਹੀ ਉਹਦਾ ਆਨਸਰ ਬਣਾ ਦੇਵੇ। ਆਪ ਹੀ ਕੁਐਸਚਨ ਬਣਾ ਦੇ ਤੇ ਆਪ ਹੀ ਆਨਸਰ ਬਣਾ ਦੇ, ਉਹਨੂੰ ਲੀਡਿੰਗ ਕੁਐਸਚਨ ਕਿਹਾ ਜਾਂਦਾ ਹੈ। ਜਿਹੜੇ ਲੀਡਿੰਗ ਕੁਐਸਚਨ ਹੁੰਦੇ ਨੇ ਇਹ ਸਿਰਫ ਕ੍ਰਾਸ ਐਗਜ਼ਾਮੀਨੇਸ਼ਨ 'ਚ ਹੀ ਕੀਤੇ ਜਾ ਸਕਦੇ ਨੇ। ਐਗਜ਼ਾਮੀਨੇਸ਼ਨ ਚੀਫ ਤੇ ਰੀ ਐਗਜ਼ਾਮੀਨੇਸ਼ਨ ਜਿਹੜੇ ਹੈਗੇ ਨੇ ਲੀਡਿੰਗ ਕੁਐਸਚਨ ਨਹੀਂ ਕੀਤੇ ਜਾਂਦੇ। ਵੈਨ ਦੇ ਮਸਟ ਨਾਟ ਬੀ ਆਸਕਡ, ਹਾਂ ਐਗਜ਼ਾਮੀਨੇਸ਼ਨ ਚੀਫ 'ਚ ਤੇ ਰੀ ਐਗਜ਼ਾਮੀਨੇਸ਼ਨ ਜਿਹੜੇ ਕੁਐਸਚਨ ਹੈ ਲੀਡਿੰਗ ਕੁਐਸਚਨ ਨਹੀਂ ਕੀਤੇ ਜਾਂਦੇ। ਲੀਡਿੰਗ ਕੁਐਸਚਨ ਜਦੋਂ ਵਕੀਲ ਆਪ ਹੀ ਬਣਾਉਂਦਾ ਹੈ ਕੁਐਸਚਨ ਤੇ ਉਹਦਾ ਜਵਾਬ ਵੀ ਆਪ ਹੀ ਦੱਸ ਦਿੰਦਾ ਹੈ ਵੀ ਠੀਕ ਹੈ ਇਹ ਯੈਸ ਔਰ ਨੋ, ਠੀਕ ਹੈ ਜੀ। ਵੈਨ ਦੇ ਮੇ ਬੀ ਆਸਕਡ ਕਦੋਂ ਪੁੱਛੇ ਜਾ ਸਕਦੇ ਨੇ ਕ੍ਰਾਸ, ਜਿਹੜੇ ਲੀਡਿੰਗ ਕੁਐਸਚਨ ਨੇ ਕਦੋਂ ਪੁੱਛੇ ਜਾ ਸਕਦੇ ਨੇ? ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਸਿਰਫ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਹੀ ਇਹ ਜਿਹੜੇ ਸਵਾਲ ਨੇ ਪੁੱਛੇ ਜਾ ਸਕਦੇ ਹੁੰਦੇ ਆ, ਲੀਡਿੰਗ ਕੁਐਸਚਨ ਕਰੇ ਜਾ ਸਕਦੇ ਹੁੰਦੇ ਆ। Evidence as the matters in writing. Next, चलो 145. Cross examination as the previous statements in writing. ਪਹਿਲਾਂ ਕੋਈ ਰਾਈਟਿੰਗ ਦੇ ਵਿੱਚ ਸਟੇਟਮੈਂਟ ਦਿੱਤੀ ਵੀ ਹੈਗੀ ਹੈ, ਠੀਕ ਹੈ, ਜਿਵੇਂ ਕਿ ਐਫੀਡੇਵਿਟ ਦਿੱਤਾ ਹੈ ਉਹਦਾ ਪਾਰਟੀ ਨੇ। ਜਦੋਂ ਕੋਈ ਪਾਰਟੀ ਐਗਜ਼ਾਮੀਨੇਸ਼ਨ ਚੀਫ ਜਾਂਦੀ ਹੈ ਤਾਂ ਉਹ ਐਫੀਡੇਵਿਟ ਦੇ ਕੇ ਆਪਣੀ ਜਿਹੜੀ ਸਟੇਟਮੈਂਟ ਦੇ ਦਿੰਦੀ ਹੈ। ਅਕਸਰ ਦੇਖਦੇ ਆ ਤੁਸੀਂ ਜਾਣਦੇ ਹੋ ਕੋਰਟਾਂ ਦੇ ਵਿੱਚ ਤੁਹਾਡਾ ਜਿਹੜਾ ਹਲਫੇ ਬਿਆਨ ਲੱਗ ਜਾਂਦਾ ਐਗਜ਼ਾਮੀਨੇਸ਼ਨ ਚੀਫ ਦੀ ਥਾਂ ਤੇ। ਤੁਹਾਡੇ ਤੋਂ ਕੱਲਾ ਚੀਜ਼ ਕੋਰਟ ਦੇ ਵਿੱਚ ਨਹੀਂ ਪੁੱਛੀ ਜਾਂਦੀ, ਤੁਸੀਂ ਹਲਫੇ ਬਿਆਨ ਲਾ ਦਿੰਦੇ ਹੋ ਤੇ ਕੋਰਟ ਜਾ ਕੇ ਕਹਿ ਦੇਣ ਵੀ ਹਾਂ ਦਿਸ ਇਜ਼ ਮਾਈ ਹਲਫੇ ਬਿਆਨ, ਇਟ ਹੈਜ਼ ਟੂ ਬੀ ਪ੍ਰਜ਼ੂਮ ਮਾਈ ਸਟੇਟਮੈਂਟ ਐਜ਼ ਐਗਜ਼ਾਮੀਨੇਸ਼ਨ ਚੀਫ। ਤਾਂ ਫਿਰ ਉਸ ਜਿਹੜਾ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ ਉਹ ਜਿਹੜੀ ਤੁਹਾਡੀ ਸਟੇਟਮੈਂਟ ਦਿੱਤੀ ਹੀ ਹੁੰਦੀ ਹੈ ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਹੋ ਜਾਂਦੀ ਹੈ ਦੂਜੀ ਪਾਰਟੀ ਦੇ ਵਕੀਲ ਵੱਲੋਂ। 146 ਕੀ ਕਿਹਾ ਗਿਆ? ਕੁਐਸਚਨਸ lawful in cross examination. When a witness is cross examined, he may be, in addition to the questions here referred to, be asked any questions which tend to test his veracity, to discover who is and what is his position in life. ਉਹਨੂੰ ਕਈ ਵਾਰੀ ਪਰਸਨਲ ਕੁਐਸਚਨ ਵੀ ਕਰ ਲਏ ਜਾਂਦੇ ਆ ਕ੍ਰਾਸ ਦੇ ਵਿੱਚ। ਕਿਉਂ ਪੁੱਛੇ ਜਾਂਦੇ ਆ ਇਹ ਕੁਐਸਚਨ? ਉਹਦਾ ਕੈਰੈਕਟਰ ਸਾਬਤ ਕਰਨ ਦੇ ਲਈ ਵੀ ਕਿ ਉਹ ਵਿਅਕਤੀ ਕਿੱਦਾਂ ਦਾ ਹੈਗਾ, ਕਿ ਗਵਾਹੀਆਂ ਦੇਣ ਦਾ ਆਦੀ ਤਾਂ ਨਹੀਂ ਹੈਗਾ, ਪੈਸੇ ਲੈ ਕੇ ਗਵਾਹੀਆਂ ਤਾਂ ਨਹੀਂ ਦਿੰਦਾ ਹੈਗਾ, ਠੀਕ ਹੈ। ਇਦਾਂ ਦੇ ਉਹਨੂੰ ਕੁਐਸਚਨ ਪੁੱਛੇ ਜਾ ਸਕਦੇ ਹੁੰਦੇ ਆ। ਉਹਦੀ ਪੋਜੀਸ਼ਨ, ਉਹਦੀ ਲਾਈਫ ਦੀ ਪੋਜੀਸ਼ਨ ਵੀ ਪੁੱਛੀ ਜਾ ਸਕਦੀ ਹੈ। ਕਿੰਨਾ ਪੜ੍ਹਿਆ ਲਿਖਿਆ, ਕਿੱਥੇ ਪੜ੍ਹਿਆ ਸੀ, ਕਿੱਥੇ ਕਿਹੜੇ ਸਾਲ ਤੋਂ ਪੜ੍ਹਿਆ, ਕਿੱਥੇ ਪੜ੍ਹਿਆ। ਕਦੀ ਕੋਰਟ 'ਚ ਜਾ ਕੇ ਤੁਸੀਂ ਦੇਖਦੇ ਹੋ ਤਾਂ ਜਿਹੜੇ ਆਪੋਜ਼ਿਟ ਪਾਰਟੀ ਵੱਲੋਂ ਕ੍ਰਾਸ ਐਗਜ਼ਾਮੀਨੇਸ਼ਨ ਜਦੋਂ ਕੀਤੀ ਜਾਂਦੀ ਹੈ ਤਾਂ ਉਸ ਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਪੜ੍ਹ ਲਿਆ ਜਾਂਦਾ ਹੈ ਵੀ ਕਿਹੜੀ ਕਲਾਸ, ਕਦੋਂ ਤੁਸੀਂ ਮੈਟ੍ਰਿਕ ਕੀਤੀ, ਕਦੋਂ ਤੁਸੀਂ +2 ਕੀਤੀ, ਕਦੋਂ ਤੁਸੀਂ ਗ੍ਰੈਜੂਏਸ਼ਨ ਕੀਤੀ, ਕਿੱਥੋਂ ਫਿਰ ਤੁਸੀਂ ਡਿਗਰੀ ਕੀਤੀ, ਇੰਜੀਨੀਅਰਿੰਗ ਕੀਤੀ, ਫਿਰ ਤੁਸੀਂ ਕਿੱਥੇ ਜੌਬ ਕੀਤੀ, ਹੁਣ ਕਿੱਥੇ ਜੌਬ ਕਰਦੇ ਹੋ, ਕਿੰਨੀਆਂ ਜੌਬ ਤੁਸੀਂ ਬਦਲੀਆਂ ਇੰਨੇ ਸਮੇਂ ਦੇ ਵਿੱਚ। ਇੱਦਾਂ ਦੇ ਜਿਹੜੇ ਸਾਰੇ ਕੁਐਸਚਨ ਹੈਗੇ ਆ ਉਹ ਇਸ ਕਰਕੇ ਪੁੱਛੇ ਜਾਂਦੇ ਆ। ਉਹਦੀ ਪੋਜੀਸ਼ਨ, ਉਹਦੀ ਲਾਈਫ ਪੋਜੀਸ਼ਨ ਦੇਖੀ ਜਾਂਦੀ ਵੀ ਕਿੱਦਾਂ ਦੀ ਹੈਗੀ ਆ। ਕੋਰਟ ਸਾਬਤ ਕਰਨ ਦੇ ਲਈ ਵਕੀਲ ਦੀ ਪੋਜੀਸ਼ਨ ਕੀ ਹੈ, ਕਿ ਇਹ ਝੂਠ ਬੋਲਣ ਦਾ ਆਦੀ ਹੈ ਜਾਂ ਨਹੀਂ, ਕਿ ਇਹਦੀ ਜਿਹੜੀ ਲਾਈਫ ਹੈ ਵਧੀਆ ਜਾਂ ਕਿਵੇਂ ਹੈ। 147 'ਚ ਕੀ ਹੈ? ਵੈਨ ਵਿਟਨੈਸਸ ਟੂ ਬੀ ਕੰਪੈਲਡ ਟੂ ਆਨਸਰ, ਕਦੋਂ ਵਕੀਲ ਕਿਸੇ ਵਿਟਨੈਸ ਨੂੰ ਕੰਪੈਲ ਕੀਤਾ ਜਾ ਸਕਦਾ ਆਨਸਰ ਦੇਣ ਦੀ ਖਾਤਰ। ਇਫ ਐਨੀ ਸੱਚ ਕੁਐਸਚਨ ਰਿਲੇਟਸ ਟੂ ਦ ਮੈਟਰ ਰੈਲੀਵੈਂਟ ਟੂ ਦ ਸੂਟ ਔਰ ਦ ਪ੍ਰੋਸੀਡਿੰਗ, ਜਦੋਂ ਕੋਈ ਕੁਐਸਚਨ ਹੈ ਜਿਹੜਾ ਹੈਗਾ ਉਹ ਰੈਲੀਵੈਂਟ ਹੈਗਾ ਕਿਸੇ ਮੁਕੱਦਮੇ ਦੇ ਵਿੱਚ, ਪ੍ਰੋਸੀਡਿੰਗ ਦੇ ਵਿੱਚ, ਤਾਂ ਉਸ ਨੂੰ ਕੰਪੈਲ ਕਰਿਆ ਜਾ ਸਕਦਾ ਹੈ ਆਨਸਰ ਦੇਣ ਦੀ ਖਾਤਰ। 48 'ਚ ਕੀ ਹੈ? ਕੋਰਟ ਟੂ ਡਿਸਾਈਡ ਵੈਨ ਕੁਐਸਚਨ ਸ਼ੈਲ ਬੀ ਆਸਕਡ ਐਂਡ ਵੈਨ ਵਿਟਨੈਸ ਕੰਪੈਲਡ ਟੂ ਆਨਸਰ, ਇਹ ਡਿਸਾਈਡ ਕਰਨਾ ਹੈ ਕੋਰਟ ਨੇ, ਦੂਜੇ ਵਕੀਲ ਨੇ ਨਹੀਂ ਕਹਿਣਾ। ਜੇ ਵਕੀਲ ਨੂੰ ਪਰਮਿਸ਼ਨ ਲੈ ਕੇ ਕੋਰਟ ਇਜਾਜ਼ਤ ਦਿੰਦੀ ਹੈ ਤਾਂ ਕੁਐਸਚਨ ਕੀਤਾ ਜਾ ਸਕਦਾ ਹੈ। ਕੁਐਸਚਨ ਨਾਟ ਟੂ ਬੀ ਆਸਕਡ ਵਿਦਆਊਟ ਦ ਰੀਜ਼ਨੇਬਲ ਗਰਾਊਂਡ, ਰੀਜ਼ਨੇਬਲ ਗਰਾਊਂਡ ਤੋਂ ਬਗੈਰ ਜਿਹੜਾ ਕੁਐਸਚਨ ਹੈਗਾ ਕੋਰਟ ਉਸ ਦੂਜੀ ਪਾਰਟੀ ਦੇ ਵਕੀਲ ਨੂੰ, ਸੌਰੀ ਵਿਟਨੈਸ ਨੂੰ, ਕਿਸੇ ਨੂੰ, ਕੁਐਸਚਨ ਨਾਟ ਟੂ ਬੀ ਆਸਕਡ ਵਿਦਆਊਟ ਦ ਰੀਜ਼ਨੇਬਲ ਗਰਾਊਂਡ, ਰੀਜ਼ਨੇਬਲ ਗਰਾਊਂਡ ਹੋਣੀ ਚਾਹੀਦੀ ਹੈ ਜਿਸ ਬੇਸ ਤੇ ਜਿਹੜਾ ਸਾਡਾ ਕੁਐਸਚਨ ਹੈ ਰੈਲੀਵੈਂਟ ਹੋਣਾ ਚਾਹੀਦਾ ਹੈ, ਪੁੱਛਿਆ ਜਾ ਸਕਦਾ ਹੈ। 150 'ਚ ਕੀ ਕਿਹਾ ਗਿਆ? ਪ੍ਰੋਸੀਜਰ ਆਫ ਦ ਕੋਰਟ ਇਨ ਕੇਸਿਸ ਆਫ ਕੁਐਸਚਨਸ being asked without reasonable grounds. ਕੁਝ ਜਗ੍ਹਾ ਤੇ ਕਹਿੰਦੇ ਇਹ ਵੀ ਹੈਗਾ ਜਿੱਥੇ ਜਿੱਥੇ ਕੋਰਟ ਇਜਾਜ਼ਤ ਦਿੰਦੀ ਹੈ ਵਕੀਲ ਨੂੰ ਬਿਨਾਂ ਰੀਜ਼ਨੇਬਲ ਗਰਾਊਂਡ ਤੋਂ ਵੀ ਜਿਹੜਾ ਹੈਗਾ ਕੁਐਸਚਨ ਜਿਹੜਾ ਹੈਗਾ ਪੁੱਛਿਆ ਜਾ ਸਕਦਾ ਹੈ ਵਿਦ ਦਾ ਪਰਮਿਸ਼ਨ ਆਫ ਦਾ ਕੋਰਟ। ਇੰਡੀਸੈਂਟ ਐਂਡ ਸਕੈਂਡਲਸ ਕੁਐਸਚਨਸ,
ਕੋਈ ਇਦਾਂ ਦੇ ਕੁਐਸਚਨ ਜਿਹੜੇ ਸਕੈਂਡਲਸ ਦੇ ਕੁਐਸਚਨ ਹੋਣ, ਬੇਕਾਰ ਕੁਐਸਚਨ ਜਿਹਨੂੰ ਆਪਾਂ ਕਹਿ ਦਈਏ, ਠੀਕ ਹੈ, ਕੋਰਟ ਫਾਰਵਰਡ ਕਰਦੇ ਵੀ ਨਹੀਂ, ਐਸੇ ਕੁਐਸਚਨ ਨਹੀਂ ਪੁੱਛਣੇ ਹੈਗੇ ਜਿਨ੍ਹਾਂ ਦਾ ਕੋਈ ਕੁਐਸਚਨ ਨਾਲ ਕੋਈ ਰੈਲੇਵੈਂਸੀ ਨਹੀਂ ਹੈਗੀ, ਕਿਸ ਨਾਲ ਕੋਈ ਰੈਲੇਵੈਂਸੀ ਨਹੀਂ ਹੁੰਦੀ, ਠੀਕ ਹੈ। ਕੁਐਸਚਨਸ ਇੰਟੈਂਡਡ ਟੂ ਇਨਸਲਟ ਔਰ ਆਉਣਾ ਹੈ ਕਿਸੇ ਵਿਅਕਤੀ ਦੀ ਕੋਈ ਇਨਸਲਟ ਕਰਨ ਦੀ ਖਾਤਰ ਇਹ ਕੁਐਸਚਨ ਪੁੱਛੇ ਜਾਣ, that is also forbid by the court. Then 53 ਕੀ ਹੈਗਾ, exclusion of the evidence to contradict answers to the questions, testing veracity. ਇੱਕ ਹੈਗਾ ਜੇ ਕੋਈ ਵਿਅਕਤੀ ਹੈਗਾ exclusion of evidence to the contradict answers to questions of testing veracity, ਕੋਈ ਵਿਅਕਤੀ ਜਿਹੜਾ ਹੈਗਾ ਉਸ ਨੂੰ ਜਦੋਂ ਕੋਈ ਗਲਤ ਤਰੀਕੇ ਦੀ ਕੋਈ ਐਵੀਡੈਂਸ ਦਿੰਦਾ ਹੈਗਾ, ਝੂਠੀ ਐਵੀਡੈਂਸ ਦਿੰਦਾ ਹੈ, when a witness has been asked and has answered any question which is relevant to that inquiry and in so far as it tends to shake his credit by injuring his character, no evidence shall be given to the contradict him. But ਜੇਕਰ ਕਹਿੰਦਾ ਉਹ ਫਾਲਸ ਕੋਈ ਫਾਲਸ ਕੋਈ ਜਿਹੜੀ ਸਟੇਟਮੈਂਟ ਦਿੰਦਾ ਹੈਗਾ ਤਾਂ ਉਸ ਨੂੰ ਜਿਹੜੀ ਹੈਗੀ ਹੈ ਪ੍ਰੋਸੀਕਿਊਟ ਵੀ ਕੀਤਾ ਜਾ ਸਕਦਾ ਹੈਗਾ, ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। 154 ਕੀ ਕੁਐਸਚਨ ਬਾਈ ਦਾ ਪਾਰਟੀ ਟੂ ਹਿਸ ਓਨ ਵਿਟਨੈਸ, ਆਪਦੇ ਵਿਟਨੈਸ ਵੀ ਆਪ ਜਿਹੜੀ ਪਾਰਟੀ ਹੈਗੀ ਉਹ ਵੀ ਕੁਐਸਚਨ ਕਰ ਸਕਦੀ ਹੈਗੀ ਹੈ। ਉਹ ਲੋੜ ਕਦੋਂ ਪੈਂਦੀ ਕਰਨ ਦੀ, ਜਦੋਂ ਕਿਤੇ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਕੋਈ ਗਲਤ ਮਤ ਕਹਿ ਜਾਂਦਾ ਹੈਗਾ ਤਾਂ ਫਿਰ ਰੀ ਐਗਜ਼ਾਮੀਨੇਸ਼ਨ ਦੇ ਵਿੱਚ ਉਹਨੂੰ ਕੋਈ ਨਾ ਕੋਈ ਕੁਐਸਚਨ ਕਰਕੇ ਉਹਦੇ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਪੀਚਿੰਗ ਕ੍ਰੈਡਿਟ ਆਫ ਦਾ ਵਿਟਨੈਸ, ਕਿਸੇ ਗਵਾਹ ਦੀ ਜਿਹੜੀ ਗਵਾਹੀ ਹੈਗੀ ਹੈ ਉਹਨੂੰ ਹੋਸਟਾਈਲ ਡਿਕਲੇਅਰ ਕਰ ਦੇਣਾ, ਕੱਟ ਦੇਣਾ, ਗਵਾਹੀ ਨੂੰ ਖਤਮ ਕਰ ਦੇਣਾ। ਪਹਿਲਾਂ ਗਵਾਹੀ ਰੱਖੀ ਗਈ ਸੀ ਉਸ ਵਿਅਕਤੀ ਦੀ, ਪਰ ਜਦੋਂ ਕੋਰਟ ਦੇ ਵਿੱਚ ਉਹ ਆਇਆ ਤਾਂ ਪਤਾ ਲੱਗਿਆ ਇਸ ਗੱਲ ਦਾ ਵੀ ਇਸ ਬੰਦੇ ਨੇ ਪੈਸੇ ਲੈ ਲਏ, ਅਨਵਰਦੀ ਕ੍ਰੈਡਿਟ ਲੈ ਲਿਆ, ਬਰਾਈਬ ਲੈ ਲਈ, ਰਿਸ਼ਵਤ ਲੈ ਲਈ, ਐਕਸੈਪਟ ਕਰ ਲਈ, ਕੋਈ ਕਰਪਸ਼ਨ ਲੈ ਲਈ, ਠੀਕ ਹੈ, ਇਦਾਂ ਦੀ ਕੋਈ ਸਟੇਟਮੈਂਟ ਹੈ ਜਿਹੜੀ ਹੈਗੀ ਹੈ, ਪਤਾ ਲੱਗ ਜਾਂਦਾ ਵੀ ਇਸ ਵਿਅਕਤੀ ਨੇ ਜਿਹੜਾ ਇਹ ਵਿਟਨੈਸ ਹੈਗਾ ਇਸ ਨੇ ਰਿਸ਼ਵਤ ਖਾ ਲਈ ਹੈਗੀ ਹੈ, ਤਾਂ ਜਿਹੜੀ ਉਹਦੀ ਗਵਾਹੀ ਹੈਗੀ ਹੈ ਉਹਨੂੰ ਇੰਪੀਚ ਕੀਤਾ ਜਾ ਸਕਦਾ ਹੈ, ਛੱਡਿਆ ਜਾ ਸਕਦਾ ਹੈ ਲੈਣ ਤੋਂ। 59 ਚ ਜੋ ਰੀਫਰੈਸ਼ਿੰਗ ਦਾ ਮੈਮਰੀ, ਕੋਈ ਵਿਟਨੈਸ ਜਦੋਂ ਕੋਈ ਗਵਾਹੀ ਦੇ ਰਿਹਾ ਹੈਗਾ ਤਾਂ ਉਹ ਆਪਦੀ ਮੈਮਰੀ ਨੂੰ ਰੀਫਰੈਸ਼ ਕਰ ਸਕਦਾ ਹੈ। ਰੀਫਰੈਸ਼ ਕਿੱਥੋਂ ਕਰੇਗਾ, ਉਹਦੇ ਕੋਈ ਨਾ ਕੋਈ ਡਾਕੂਮੈਂਟ ਹੋਣਗੇ, ਜਿਹੜੀ ਵੀ ਉਹਨੇ ਕੋਈ ਸਟੇਟਮੈਂਟ ਦਿੱਤੀ, ਜਿਵੇਂ ਤੁਸੀਂ ਕੋਈ ਨਿਸ਼ਾਨਦੇਹੀ ਕੀਤੀ ਹੁੰਦੀ ਹੈ, ਕੋਈ ਕਬਜ਼ਾ ਕਾਰਵਾਈ ਕੀਤੀ ਹੁੰਦੀ ਹੈ, ਤੁਸੀਂ ਆਪਦੀ ਮੈਮਰੀ ਨੂੰ ਰੀਫਰੈਸ਼ ਕਰਨ ਦੇ ਲਈ ਉਸ ਡਾਕੂਮੈਂਟ ਨੂੰ ਚੈੱਕ ਕਰ ਸਕਦੇ ਹੋ, ਰਿਪੋਰਟ ਨੂੰ ਪੜ੍ਹ ਸਕਦੇ ਹੋ, ਦੇਖ ਸਕਦੇ ਹੋ, ਠੀਕ ਹੈ। When witness may use copy of the document to refresh his memory, ਜਦੋਂ ਉਹ ਕੋਈ ਆਪਦੇ ਡਾਕੂਮੈਂਟ ਇੱਦਾਂ ਦੇ ਮੈਮਰੀ ਕਰਨ ਦੇ ਲਈ ਖਾਤਰ ਵਿਟਨੈਸ ਕੋਈ ਡਾਕੂਮੈਂਟ ਚੈੱਕ ਕਰਦਾ ਹੈ ਤਾਂ ਉਹ ਕਹਿੰਦਾ ਵਿਦ ਦਾ ਪਰਮਿਸ਼ਨ ਆਫ ਦਾ ਕੋਰਟ, ਕੋਰਟ ਦੀ ਜਿਹੜੀ ਪਰਮਿਸ਼ਨ ਲੈ ਕੇ ਹੀ ਕੀਤੀ ਜਾ ਸਕਦੀ ਹੈ। ਰਾਈਟ ਆਫ ਦਾ ਐਡਵਰਸ ਪਾਰਟੀ ਐਜ਼ ਟੂ ਦ ਰਾਈਟਿੰਗ ਯੂਜ਼ਡ ਟੂ ਰੀਫਰੈਸ਼ ਦਾ ਮੈਮਰੀ, ਉਹਨੇ ਮੈਮਰੀ ਕਿੱਥੋਂ ਮੈਮਰੀ ਰੀਫਰੈਸ਼ ਕੀਤੀ ਹੈਗੀ ਹੈ, ਉਹ ਕਿਹੜੀ ਰਾਈਟਿੰਗ ਹੈਗੀ ਹੈ, ਐਡਵਰਸ ਪਾਰਟੀ ਕੋਲ ਅਧਿਕਾਰ ਹੈਗਾ 161 ਦੇ ਵਿੱਚ। right of adverse party as to writing used to refresh the memory, any writing referred to under the provisions of to last preceding section ਦੇ ਵਿੱਚ must be produced and shown to the adverse party, ਜਿਹੜੀ ਜਿੱਥੋਂ ਨੇ ਆਪਣੀ ਮੈਮਰੀ ਰੀਫਰੈਸ਼ ਕੀਤੀ ਹੈ ਉਹ ਜਿਹੜੀ ਰਾਈਟਿੰਗ ਹੈਗੀ ਹੈ ਉਹ ਦੂਜੀ ਪਾਰਟੀ ਜੇ ਕਹਿੰਦੀ ਹੈ ਤਾਂ ਉਹਨੂੰ ਦਿਖਾਣੀ ਪਏਗੀ। ਪ੍ਰੋਡਕਸ਼ਨ ਆਫ ਦਾ ਡਾਕੂਮੈਂਟ 162 ਦੇ ਵਿੱਚ ਕੀ ਕਿਹਾ ਗਿਆ, a witness summoned to produce a document shall may inspect the document unless it refers to matter of the state or take other evidence enabled to that ਕਿਸੇ ਡਾਕੂਮੈਂਟ ਨੂੰ ਪੇਸ਼ ਕਰਨ ਦੇ ਲਈ ਕਿਸੇ ਕੋਰਟ ਵੱਲੋਂ ਕਿਸੇ ਵਿਅਕਤੀ ਨੂੰ ਬੁਲਾਇਆ ਗਿਆ ਹੈਗਾ ਤਾਂ ਡਾਕੂਮੈਂਟ ਕੋਰਟ ਦੇ ਵਿੱਚ ਪੇਸ਼ ਕਰੇਗਾ। ਇਹ ਵਿਟਨੈਸ ਸਮਨਡ ਟੂ ਪ੍ਰੋਡਿਊਸ ਏ ਡਾਕੂਮੈਂਟ ਸ਼ੈਲ ਇਫ ਇਟ ਇਜ਼ ਇਨ ਦਾ ਹਿਸ ਪੋਜੈਸ਼ਨ ਔਰ ਪਾਵਰ, ਕਿ ਉਹਦੇ ਕਬਜ਼ੇ ਵਿੱਚ ਹੈਗਾ ਤਾਂ ਉਹ ਕੋਰਟ 'ਚ ਲੈ ਕੇ ਪੇਸ਼ ਕਰੇਗਾ। ਦਾ ਕੋਰਟ ਇਫ ਇਟ ਸੀਜ਼ ਫਿਟ ਮੇ ਇੰਸਪੈਕਟ ਦਾ ਡਾਕੂਮੈਂਟ, ਜੇ ਕੋਰਟ ਸਮਝਦੀ ਹੈ ਠੀਕ ਸਮਝਦਾ ਤਾਂ ਉਸ ਕੋਰਟ ਡਾਕੂਮੈਂਟ ਨੂੰ ਆਪ ਦੇਖ ਸਕਦੀ ਹੈ, ਚੈੱਕ ਕਰ ਸਕਦੀ ਹੈ। ਟ੍ਰਾਂਸਲੇਸ਼ਨ ਦਾ ਡਾਕੂਮੈਂਟ ਜੇ ਕਿਤੇ ਲੋੜ ਪੈਂਦੀ ਹੈ, ਠੀਕ ਹੈ, ਤਾਂ ਉਸ ਡਾਕੂਮੈਂਟ ਨੂੰ ਟ੍ਰਾਂਸਲੇਸ਼ਨ ਵੀ ਕਰਾਈ ਜਾ ਸਕਦੀ ਹੈ ਜੇ ਕਿਸੇ ਹੋਰ ਲੈਂਗੁਏਜ 'ਚ ਲਿਖਿਆ ਗਿਆ, ਪਰ ਕੋਰਟ ਵੱਲੋਂ ਡਾਇਰੈਕਸ਼ਨ ਦਿੱਤੀ ਜਾਵੇਗੀ ਉਸ ਬੰਦੇ ਨੂੰ, ਟ੍ਰਾਂਸਲੇਟਰ ਨੂੰ, ਵੀ ਇਹ ਜਿਹੜੀ ਟ੍ਰਾਂਸਲੇਸ਼ਨ ਹੈ ਇਹ ਉਦੋਂ ਤੱਕ ਸੀਕ੍ਰੇਟ ਰੱਖਣੀ ਹੈ ਜਦੋਂ ਤੱਕ ਇਹ ਐਜ਼ ਏ ਗਵਾਹੀ ਦੇ ਤੌਰ ਤੇ ਕੋਰਟ ਦੇ ਵਿੱਚ ਵਰਤੀ ਨਾ ਜਾ ਸਕੇ। 63 'ਚ ਕੀ ਕਹੇਗਾ, ਗਿਵਿੰਗ ਐਜ਼ ਐਵੀਡੈਂਸ ਆਫ ਦਾ ਡਾਕੂਮੈਂਟ ਕਾਲਡ ਫਾਰ ਐਂਡ ਪ੍ਰੋਡਿਊਸਡ ਔਨ ਨੋਟਿਸ
ਨੋਟਸ ਦੇ ਕੇ ਕੋਈ ਡਾਕੂਮੈਂਟ ਮੰਗਾਇਆ ਕੋਰਟ ਦੇ ਵਿੱਚ, ਗਿਵਿੰਗ ਐਜ਼ ਐਵੀਡੈਂਸ of the document called for and produced on notes ਭੇਜ ਕੇ ਕੋਈ ਡਾਕੂਮੈਂਟ ਕੋਰਟ ਦੇ ਵਿੱਚ ਬੁਲਾਇਆ ਹੈਗਾ। when a party calls for a document, ਕੋਈ ਪਾਰਟੀ ਡਾਕੂਮੈਂਟ ਲੈ ਕੇ ਆਂਦੀ ਹੈਗੀ ਹੈ which he has given the other party notice to produce, ਜਦੋਂ ਕਿਸੇ ਪਾਰਟੀ ਨੇ, ਆਪਾਂ ਪਹਿਲਾਂ ਪੜ੍ਹ ਕੇ ਗਏ ਆ ਵੀ ਸੈਕੰਡਰੀ ਐਵੀਡੈਂਸ ਉਦੋਂ ਐਡਮਿਸਿਬਲ ਹੁੰਦੀ ਹੈ ਜੇਕਰ ਪਹਿਲੀ ਪਾਰਟੀ ਜਿਸ ਦੇ ਕਬਜ਼ੇ ਵਿੱਚ ਨਹੀਂ ਹੈਗਾ ਡਾਕੂਮੈਂਟ, ਉਹ ਦੂਜੀ ਪਾਰਟੀ ਨੂੰ ਨੋਟਿਸ ਜਾਰੀ ਕਰਦੀ ਹੈ ਵੀ ਇਹ ਜਿਹੜਾ ਡਾਕੂਮੈਂਟ ਹੈ ਮੈਂ ਕੋਰਟ 'ਚ ਸਬਮਿਟ ਕਰਨਾ ਹੈ, ਵੀ ਤੁਸੀਂ ਕੋਰਟ 'ਚ ਲੈ ਕੇ ਆਓ। ਉਸੇ ਸਥਿਤੀ ਦੇ ਵਿੱਚ ਜਦੋਂ ਦੂਜੀ ਪਾਰਟੀ ਜਿਹਦੇ ਕਬਜ਼ੇ 'ਚ ਡਾਕੂਮੈਂਟ ਹੁੰਦਾ ਹੈ, ਔਨ ਦਾ ਨੋਟਿਸ ਆਫ ਦਾ ਫਸਟ ਪਾਰਟੀ ਜਿਹਨੇ ਪ੍ਰਾਇਮਰੀ ਐਵੀਡੈਂਸ ਦੇਣੀ ਹੁੰਦੀ ਹੈ ਪਰ ਉਹਦੇ ਕਬਜ਼ੇ 'ਚ ਡਾਕੂਮੈਂਟ ਨਹੀਂ ਹੁੰਦਾ, ਉਹਦੇ ਵੱਲੋਂ ਨੋਟਿਸ ਭੇਜਿਆ ਜਾਂਦਾ ਹੈ ਉਸ ਵਿਅਕਤੀ ਨੂੰ ਜਿਹਦੇ ਕਬਜ਼ੇ ਵਿੱਚ ਡਾਕੂਮੈਂਟ ਹੁੰਦਾ ਹੈ। ਉਹ ਵਿਅਕਤੀ ਜਿਹੜਾ ਕੋਰਟ ਦੇ ਵਿੱਚ ਡਾਕੂਮੈਂਟ ਲੈ ਕੇ ਜਦੋਂ ਆਂਦਾ ਹੈ ਜੀ 160 ਦੇ ਵਿੱਚ, ਗਿਵਿੰਗ ਐਜ਼ ਐਵੀਡੈਂਸ ਆਫ ਦਾ ਡਾਕੂਮੈਂਟ ਕਾਲਡ ਫਾਰ ਐਂਡ ਪ੍ਰੋਡਿਊਸ ਔਨ ਦਾ ਨੋਟਿਸ when a party calls for document which he has given the other party notice to produce, any such document is produced and inspected by the party calling for the production। ਜਿਹੜੀ ਪਾਰਟੀ ਨੇ ਨੋਟਿਸ ਭੇਜਿਆ ਸੀਗਾ ਤੇ ਉਸ ਡਾਕੂਮੈਂਟ ਨੂੰ ਉਹ ਦੇਖ ਵੀ ਸਕਦੇ, ਚੈੱਕ ਵੀ ਕਰ ਸਕਦੀ ਹੈ, is bound to give it as evidence। ਤਾਂ ਜਿਹੜੀ ਉਹ ਡਾਕੂਮੈਂਟ ਹੈ ਉਹ ਐਵੀਡੈਂਸ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। using as evidence of the document production of which was refused on notice, ਜਦੋਂ ਨੋਟਿਸ ਭੇਜਣ ਤੇ ਜਿਹੜੀ ਪਾਰਟੀ ਇਤਰਾਜ਼ ਉਹ ਕਰ ਦਿੰਦੀ ਹੈ, ਰਿਫਿਊਜ਼ ਕਰ ਦਿੰਦੀ ਹੈ, ਯੂਜ਼ਿੰਗ ਐਜ਼ ਐਵੀਡੈਂਸ ਆਫ ਡਾਕੂਮੈਂਟ ਪ੍ਰੋਡਕਸ਼ਨ ਆਫ ਵਿਚ ਵਾਜ਼ ਰਿਫਿਊਜ਼ਡ ਔਨ ਨੋਟਿਸ। ਫਿਰ ਕੀ ਹੁੰਦਾ, ਫਿਰ ਜਿਹੜੀ ਪਾਰਟੀ ਸੈਕੰਡਰੀ ਐਵੀਡੈਂਸ ਦੇ ਦਿੰਦੀ ਹੈ। when a party refuses to produce a document which he had notice to produce, he cannot afterwards use the document as evidence without the consent of the party or the order of the court। ਪਹਿਲਾਂ ਤਾਂ ਜਦੋਂ ਪਾਰਟੀ ਨੇ ਨੋਟਿਸ ਭੇਜਿਆ ਉਹਨੇ ਕਹਿਤਾ, ਰਿਫਿਊਜ਼ ਕਰਤਾ ਵੀ ਮੇਰੇ ਕੋਲ ਡਾਕੂਮੈਂਟ ਨਹੀਂ ਹੈਗਾ, ਫਿਰ ਬਾਅਦ ਦੇ ਵਿੱਚ ਉਹ ਪਾਰਟੀ ਕਹਿੰਦੀ ਹੈ ਵੀ ਮੇਰੇ ਕੋਲ ਹੈਗਾ, ਉਹਨੂੰ ਐਜ਼ ਐਵੀਡੈਂਸ ਪੇਸ਼ ਕਰਨਾ ਚਾਹੁੰਦੀ ਹੈ, ਫਿਰ ਪੇਸ਼ ਨਹੀਂ ਕਰ ਸਕਦੀ ਵਿਦਆਊਟ ਦਾ ਕੰਸੈਂਟ ਆਫ ਦਾ ਉਹ ਪਾਰਟੀ ਜਿਸ ਨੇ ਨੋਟਿਸ ਭੇਜਿਆ ਸੀ ਐਂਡ ਵਿਦਆਊਟ ਦਾ ਕੰਸੈਂਟ ਆਫ ਦਾ ਕੋਰਟ। ਸੈਕਸ਼ਨ 165 ਚ ਕੀ ਹੈਗਾ, ਜੱਜਸ ਪਾਵਰ ਟੂ ਪੁੱਟ ਕੁਐਸਚਨਸ ਔਰ ਆਰਡਰ ਆਫ ਦਾ ਪ੍ਰੋਡਕਸ਼ਨ। ਜੱਜ ਦੇ ਕੋਲੇ ਪਾਵਰ ਹੈਗੀ ਹੈ, ਉਹ ਕਿਸੇ ਪਾਰਟੀ ਨੂੰ ਕੁਐਸਚਨ ਵੀ ਪੁੱਟ ਕਰ ਸਕਦੀ ਹੈ, ਉਹ ਡਾਕੂਮੈਂਟ ਨੂੰ ਪ੍ਰੋਡਿਊਸ ਕਰਨ ਦੇ ਲਈ ਵੀ ਹੁਕਮ ਦੇ ਸਕਦੀ ਹੈ। 66 ਕੀ ਹੈਗਾ, ਪਾਵਰ ਆਫ ਜੂਰੀ ਔਰ ਅਸੈਸਰ ਟੂ ਪੁੱਟ ਕੁਐਸਚਨ। ਜੂਰੀ ਕੀ ਹੁੰਦੀ ਹੈ, ਜੂਰੀ ਵੀ ਜਿਹਦੇ ਕੋਲ ਜੁਡੀਸ਼ੀਅਲ ਪਾਵਰ ਦੇ ਕੇ ਭੇਜੀਆਂ ਹੁੰਦੀਆਂ ਨੇ, ਠੀਕ ਹੈ, ਉਹਨੂੰ ਜੂਰੀ ਕਿਹਾ ਜਾਂਦਾ ਹੈ। ਤੇ ਅਸੈਸਰ ਕੌਣ ਹੁੰਦਾ, ਜਿਹੜਾ ਕੋਈ ਅਸੈਸਮੈਂਟ ਕਰਦਾ ਹੈ। ਆਪਾਂ ਪਹਿਲਾਂ ਲੈਂਡ ਰੈਵਨਿਊ ਐਕਟ ਪੜ੍ਹ ਕੇ ਗਏ ਹਾਂ, ਅਸੈਸਰ ਟੈਨੈਂਸੀ ਐਕਟ ਵੀ ਪੜ੍ਹਿਆ। ਅਸੈਸਰ ਜਿਹੜਾ ਕੋਈ ਅੰਦਾਜ਼ਾ ਲਗਾਉਂਦਾ ਹੈ ਕਿਸੇ ਜਗ੍ਹਾ ਦਾ ਜਾਂ ਕਿਸੇ ਪ੍ਰਾਪਰਟੀ ਦਾ, ਕੋਈ ਗੋਲਡ ਹੋਵੇ ਜਾਂ ਕੋਈ ਪ੍ਰੋਡਿਊਸ ਹੋਵੇ ਖੇਤ ਦੇ ਵਿੱਚ ਜਾ ਕੇ, ਉਹਨੂੰ ਅਸੈਸਰ ਕਿਹਾ ਜਾਂਦਾ ਹੈ। ਅਸੈਸਰ ਤੇ ਜੂਰੀ ਵੀ ਜਿਹੜੇ ਹੈਗੇ ਪਾਰਟੀਆਂ ਨੂੰ, ਜਿਹੜੇ ਕੰਸਰਨ ਪਾਰਟੀਆਂ ਹੁੰਦੀਆਂ ਨੇ, ਉਹਨਾਂ ਨੂੰ ਕੁਐਸਚਨ ਆਨਸਰ ਕਰ ਸਕਦੇ ਹੁੰਦੇ ਆ। ਇਹਦੇ ਨਾਲ ਜਿਹੜਾ ਆਪਣਾ ਹੈਗਾ ਇਹ ਐਵੀਡੈਂਸ ਐਕਟ ਖਤਮ ਹੋ ਜਾਂਦਾ ਹੈ। ਕੱਲ ਅਸੀਂ ਪੜਾਂਗੇ ਸਵੇਰੇ ਪੇਪਰ ਨੰਬਰ 5 CRPC, ਠੀਕ ਹੈ ਜੀ। ਸਰ ਪੇਪਰ ਨੰਬਰ 6 ਖਤਮ ਹੋ ਗਿਆ ਜੀ? ਹਾਂਜੀ, ਪੇਪਰ ਨੰਬਰ 6 ਖਤਮ ਹੈ ਜੀ। CPC ਸਾਰੀ ਪੜ੍ਹੀ ਗਈ, ਐਵੀਡੈਂਸ ਪੜ੍ਹੀ ਗਈ, ਦੋਹੇ ਨੇ ਜਿਹਦੇ ਵਿੱਚ ਦੋਹੇ ਬੁੱਕਸ ਹੈਗੀਆਂ ਨੇ, CPC ਹੈ ਤੇ IPC ਹੈ। ਸੌਰੀ, ਐਵੀਡੈਂਸ ਐਕਟ ਹੈਗਾ। ਠੀਕ ਹੈ ਸਰ। ਇਹਦੇ ਜੁਰਮੇ ਜੇ ਕੁਐਸਚਨ ਆਉਂਦੇ ਆ ਤੁਹਾਨੂੰ ਇਹਦੇ ਵਿੱਚ ਜਿਹੜੀ ਐਵੀਡੈਂਸ ਹੈ, ਬਾਕੀ ਸਾਰੇ ਪੜ੍ਹਨ ਦੀ ਲੋੜ ਨਹੀਂ ਹੁੰਦੀ। ਮਤਲਬ ਕਿ ਬਰਡਨ ਆਫ ਪ੍ਰੂਫ ਹੈਗਾ, ਠੀਕ ਹੈ, ਐਗਜ਼ਾਮੀਨੇਸ਼ਨ ਚੀਫ, ਕ੍ਰਾਸ ਐਗਜ਼ਾਮੀਨੇਸ਼ਨ, ਰੀ ਐਗਜ਼ਾਮੀਨੇਸ਼ਨ, ਇਦਾਂ ਦੇ ਕੁਐਸਚਨ ਹੈਗੇ। ਆਪਾਂ ਜੇ ਕੁਐਸਚਨ ਆਨਸਰ ਕਰਾਂਗੇ ਉਹਦੇ ਵਿੱਚ ਆਪਾਂ ਡਿਸਕਸ ਕਰ ਲਾਂਗੇ ਇੱਕ ਵਾਰੀ ਫਿਰ ਜੀ, ਠੀਕ ਹੈ ਜੀ। ਆਪਣਾ ਸਿਲੇਬਸ ਖਤਮ ਹੋਣ ਤੋਂ ਬਾਅਦ 2-3 ਦਿਨਾਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਪ੍ਰੀਵੀਅਸ ਜਿਹੜੇ ਕੁਐਸਚਨ ਆਨਸਰ ਹੈਗੇ, ਕੁਐਸਚਨਸ ਹੈਗੇ ਉਹਨਾਂ ਨੂੰ ਡਿਸਕਸ ਕਰਾਂਗੇ, ਠੀਕ ਹੈ ਜੀ। ਸਰ 6 ਮਹੀਨੇ ਤੋਂ ਬਾਅਦ ਟਾਈਮ ਦੇ ਦਿਓ ਨਾ ਜੀ, ਮੈਨੂੰ ਥੋੜਾ ਟਿਪੀਕਲ ਹੈ, ਮੈਂ ਤੋਂ ਬਾਅਦ 6 ਮਹੀਨੇ ਨਹੀਂ ਹੁਣ ਟਾਈਮ ਅਜੇ ਕੋਈ ਗੱਲ ਨਹੀਂ, ਆਪਾਂ ਸਾਰੀ CPC ਪੜ੍ਹਿਆ ਸਾਰਾ ਹੈ ਜੀ। ਪੇਪਰ ਕਰਵਾਵਾਂਗੇ ਆਪਾਂ, ਪੇਪਰ ਕਰਵਾਵਾਂਗੇ, ਠੀਕ ਹੈ। ਸਾਰਿਆਂ ਦੀ ਕੋਸ਼ਿਸ਼ ਕਰਾਂਗੇ ਸਾਰੇ ਪੇਪਰ ਕਰ ਲਈਏ ਆਪਾਂ। ਮਤਲਬ ਕਿ ਜਿੰਨੇ ਵੀ ਸਬਜੈਕਟ ਆਪਣੇ ਹੈਗੇ ਨੇ 1 2 3 4 5 6 ਇਹਨਾਂ ਦੇ ਜਿਹੜੇ ਕੁਐਸਚਨ ਆਨਸਰ ਨੇ ਇਹ ਸਾਰੇ ਇੱਕ 2 2 3 3 ਪੇਪਰ ਅਸੀਂ ਕਰ ਲਈਏ। ਠੀਕ ਹੈ, ਆਪਣੇ ਕੋਲ ਸਮਾਂ ਹੈਗਾ, ਸਫੀਸ਼ੀਐਂਟ ਸਮਾਂ ਹੈਗਾ ਕਰਨ ਦਾ, ਠੀਕ ਹੈ ਜੀ। ਸਵੇਰੇ ਪੜਾਂਗੇ ਜੀ CRPC। ਕਲਾਸਿਸ ਓਵਰ, ਥੈਂਕ ਯੂ ਵੈਰੀ ਮਚ। ਓਕੇ।